पीछे सभी रात के मोड़ पर आखिरी हम सफ़र रास्ता रह गया। सोच कर आओ कोई तमन्ना है ये, जाने मन जो यहाँ रह गया आपको देख कर देखता रह गया। क्या कहूँ और कहने को क्या रह गया। बहुत खूब सर, जिवें जिवें मौसम दे मिजाज बदल रहे ने नाल तुहाडी शायरी भी बदल रही है, शायरी दे मिजाज भी चंगियां लगियां लाइनां। बिल्कुल, बहुत खूबसूरत लाइनां ने। चंगा लगता है कि कुछ क्वालिटी होवे अपने बहुत समझदार दर्शक ने। तो जे ट्रैश वाले होण तो ट्रैश वर्गा काम ठीक है, पर नहीं ਆਪਾਂ ਉਹਨਾਂ ਦੇ ਲੈਵਲ ਤੋਂ ਥੱਲੇ ਜਾਂਦੇ ਚੰਗੇ ਨਹੀਂ ਲੱਗਦੇ। जी बिल्कुल जी, ਕੋਸ਼ਿਸ਼ ਹੈ ਕਿ ਉੱਥੇ ਤੱਕ ਤਾਂ ਜ਼ਰੂਰ ਰਹੀਏ। ऑफ कोर्स सर, हमेशा ही बहुत ही खूबसूरत लाइनां लेके आਉਂਦੇ ਹੋ। ਇਹਦੇ ਵਿੱਚ ਵੀ ਕਾਫੀ ਮਿਹਨਤ ਲੱਗਦੀ ਹੈ, ਇਹ ਵੀ ਕੋਈ ਈਜ਼ੀਲੀ ਨਹੀਂ ਮਿਲ ਜਾਂਦੀਆਂ ਹੈਗੀਆਂ। ਸੋ ਦਰਸ਼ਕ ਵੈਸੇ ਕਿੰਨਾ ਕੰਟਰੀਬਿਊਟ ਪਾਉਂਦੇ ਨੇ, ਮਤਲਬ ਕਦੇ ਕੋਈ ਦਰਸ਼ਕ ਦੱਸਦੇ ਆ ਕਿ ਅੱਜ ਅਸੀਂ ਤੁਹਾਨੂੰ ਕੁਝ ਦੇ ਰਹੇ ਹਾਂ ਜੀ, ਤੁਸੀਂ ਇਹ ਬੋਲਿਓ? ਨਹੀਂ, ਅਜੇ ਤੱਕ ਇਹੋ ਜਿਹਾ ਨਹੀਂ ਆਇਆ ਹੈ। ਹਾਂ ਤੁਹਾਨੂੰ ਜੀ ਪਲੀਜ਼, ਹਾਂ ਅਸੀਂ ਜ਼ਰੂਰ ਤੁਹਾਨੂੰ ਕੋਈ ਕਈ ਵਾਰੀ ਕਵਿਤਾ अपने च बहुत दर्शक ऐसे होंगे जिहड़े कविता लिखते होंगे। ਤੁਸੀਂ ਆਪਣੀ ਕਵਿਤਾ ਨੂੰ ਚਾਹੁੰਦੇ ਹੋ ਜੀ ਅਸੀਂ ਤੁਹਾਨੂੰ ਬਾਕੀ ਦਰਸ਼ਕਾਂ ਨੂੰ ਸੁਣਾ ਸਕੀਏ, ਸਾਨੂੰ ਪਲੀਜ਼ ਤੁਸੀਂ ਭੇਜ ਸਕਦੇ ਹੋ। ਸਾਡੇ ਜਿਹੜੇ ਫੋਨ ਨੰਬਰ ਆ ਉੱਤੇ ਕਾਲ ਕਰ ਲਿਓ ਤੁਸੀਂ, ਮੈਨੂੰ WhatsApp ਕਰ ਸਕਦੇ ਹੋ ਜੀ, ਮੈਸੇਜ ਕਰ ਸਕਦੇ ਹੋ। ਮੇਰਾ ਨੰਬਰ ਹੈ 6474036288। ਖੁੱਲੀ ਕਿਤਾਬ ਹੈ ਜੀ, ਜਦ ਮਰਜੀ ਮੈਸੇਜ ਕਰੋ, ਫੋਨ ਕਰਨਾ ਤਾਂ ਵੀ ਕਰ ਲਓ। नहीं फोन का जवाब देवांगा मैं, बाद में कॉल बैक जरूर रहना कोशिश करांगा जरूर कॉल। बिल्कुल जी, ते खबरां दी शुरुआत करदे हां। कई खबरां डिस्कस करन वालियां ने। अज तां जिहड़ी डिबेट होनी ਉਹਦੇ ਬਾਰੇ ਤਾਂ ਗੱਲਬਾਤ ਕਰਾਂਗੇ ਮਿਸਟਰ ਟਰੰਪ ਤੇ ਮਿਸਟਰ ਬਾਈਡਨ ਦੀ। ਨਾਲ ਦੀ ਨਾਲ ਕਈ ਅਹਿਮ ਖਬਰਾਂ ਹੋਰ ਵੀ ਨੇ ਜੀ। ਕਿਸੇ ਬਾਰਡਰ ਦੇ ਉੱਤੋਂ ਤਾਂ ਸਰ ਕਹਿੰਦੇ ਮੈਰੀਜੁਆਨਾ ਫੜਿਆ ਗਿਆ, ਤਾਂ ਦੂਜੇ ਪਾਸੇ ਕਿਤੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਕਮਿਊਨਿਟੀ ਨਾਲ ਰੈਲੇਵੈਂਟ ਕੁਝ ਅਜਿਹੀਆਂ ਹੋਰ ਖਬਰਾਂ ਵੀ ਨੇ। ਯੂਕੇ ਦੇ ਵਿੱਚ ਜਿੱਥੇ ਸਿੱਖ ਸੈਂਸਸ ਨੂੰ ਲੈ ਕੇ ਹੁਣ ਇਸ ਵਕਤ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ, ਤਾਂ ਉੱਥੇ ਹੀ ਟਰੰਪ ਨੂੰ ਲੈ ਕੇ ਕੁਝ ਸਿੱਖ ਭਾਈਚਾਰੇ ਵੱਲੋਂ ਅਰਦਾਸ ਕੀਤੀ ਗਈ ਸੀ, ਜਿਹੜੀ ਕਿ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਇਹਨਾਂ ਸਾਰੇ ਮੁੱਦਿਆਂ ਉੱਤੇ ਅਸੀਂ ਗੱਲਬਾਤ ਕਰਾਂਗੇ ਤੇ ਤੁਹਾਡੇ ਵੀ ਵਿਚਾਰ ਜ਼ਰੂਰ ਜਾਣਨਾ ਚਾਹਾਂਗੇ ਇਹਨਾਂ ਮੁੱਦਿਆਂ ਦੇ ਉੱਤੇ। ਸ਼ੁਰੂਆਤ ਕਰਦੇ ਹਾਂ ਖਬਰਾਂ ਦੀ। ਸਰ ਸਾਰੇ ਜਾਣਦੇ ਨੇ ਕਿ ਕੁਝ ਸਮਾਂ ਪਹਿਲਾਂ ਮਿਸਟਰ ਟਰੰਪ ਨੂੰ ਕਰੋਨਾ ਵਾਇਰਸ ਹੋਇਆ ਸੀ, ਜਿਸ ਦੌਰਾਨ ਉਹ ਹਸਪਤਾਲ ਵਿੱਚ ਭਰਤੀ ਹੋਏ ਸੀ। ਉਸ ਦੌਰਾਨ ਉਹਨਾਂ ਦੇ ਚਾਹਣ ਵਾਲਿਆਂ ਨੇ ਉਹਨਾਂ ਲਈ ਕਾਫੀ ਅਰਦਾਸਾਂ ਵੀ ਕੀਤੀਆਂ ਸੀ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਸਨ। ਸੋ ਜਿੱਥੇ ਉਹ ਭਰਤੀ ਸਨ, ਜਿੱਥੋਂ ਦੀ ਉਹਨਾਂ ਦੀ ਕਾਰ ਲੰਘਣੀ ਸੀ, ਉੱਥੇ ਆਪਾਂ ਨੂੰ ਪਤਾ ਹੈ ਕਿ ਸਾਈਡਸ ਦੇ ਉੱਤੇ ਕਾਫੀ ਲੋਕ ਖੜੇ ਸੀ ਉਹਨਾਂ ਦੀ ਸਪੋਰਟ ਦੇ ਲਈ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਦੇ ਵੀ ਕੁਝ ਲੋਕ ਮੌਜੂਦ ਸਨ। ਉਸ ਦੌਰਾਨ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਸੀ ਤਾਂ ਕਿ ਉਹਨਾਂ ਦੀ ਸਿਹਤ ਚਾਪੀ ਲਈ ਅਰਦਾਸ ਕੀਤੀ ਗਈ, ਪਰ ਉਹ ਕੀਤੀ ਅਰਦਾਸ ਜਿਹੜੀ ਇਸ ਵਕਤ ਵਿਵਾਦਾਂ ਵਿੱਚ ਘਿਰ ਗਈ ਹੈ। ਆਪਣੇ ਦਰਸ਼ਕਾਂ ਨੂੰ ਪੁੱਛਣਾ ਚਾਹਾਂਗੇ ਕਿ ਵਿਵਾਦਾਂ ਵਿੱਚ ਇਸ ਲਈ ਘਿਰ ਗਈ ਹੈ ਕਿਉਂਕਿ ਜਿਸ ਥਾਂ ਤੇ ਅਰਦਾਸ ਕੀਤੀ ਗਈ ਉੱਥੇ 5 ਤੋਂ 6 ਦੇ ਕਰੀਬ ਸਿੱਖ ਸਨ। ਉਹਨਾਂ ਨੇ ਅਰਦਾਸ ਕੀਤੀ, ਪਰ ਅਰਦਾਸ ਦੇ ਦੌਰਾਨ ਉਹਨਾਂ ਨੇ ਸ਼ੂਜ਼ ਨਹੀਂ ਉਤਾਰੇ ਸੀ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸ਼ੂਜ਼ ਨਹੀਂ ਉਤਾਰੇ ਸੀ, ਇਹ ਸਹੀ ਹੈ ਜਾਂ ਗਲਤ ਹੈ? ਸਰ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ? ਤੇ ਇਹ ਵੀ ਕਿਹਾ ਜਾ ਰਿਹਾ ਕਿ ਵਿੱਚ ਉਹਨਾਂ ਵੱਲੋਂ ਮਾਸਕ ਵੀ ਉਤਾਰੇ ਗਏ ਸੀਗੇ, ਹਾਲਾਂਕਿ ਉਸ ਜਗ੍ਹਾ ਤੇ ਜਿੱਥੇ ਪਹੁੰਚੇ ਹੋਏ ਸੀ ਉਹ ਉੱਥੇ ਮਾਸਕ ਮੈਂਡੇਟਰੀ ਸੀਗੇ, ਤੇ ਵਿੱਚ ਦੀ ਉਹਨਾਂ ਨੇ ਮਾਸਕ ਵੀ ਉਤਾਰੇ ਹੋਏ ਸੀ ਤੇ ਸ਼ੂਜ਼ ਵੀ ਪਾਏ ਹੋਏ ਸੀਗੇ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਮਾਸਕ ਉਤਾਰਿਆ ਜੀ, ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ। ਜਿਹੜੇ ਸ਼ੂਜ਼ ਪਾਏ ਹੋਏ ਸੀ, ਇਟ ਡਿਪੈਂਡਸ ਤੁਸੀਂ ਕਿਹੜੀ ਨਿਗਾਹ ਨਾਲ ਦੇਖਦੇ ਹੋ। ਅਸੀਂ ਬਾਹਰ ਖੜੇ ਹਾਂ ਤੇ ਉੱਥੇ ਬਾਕੀ ਥੱਲੇ ਥਾਂ ਵੀ ਹੋ ਸਕਦਾ ਖਰਾਬ ਹੋਵੇ, ਤੇ ਜੇ ਜੋੜੇ ਪਾਏ ਹੋਏ ਆ ਤਾਂ ਕੀ ਫਰਕ ਹੈ? ਆਪਣੇ ਇੱਥੇ ਵਿਆਹਾਂ ਸ਼ਾਦੀਆਂ ਦੇ ਉੱਤੇ ਅੱਜ ਕੱਲ੍ਹ ਜਿਹੜੀ ਮਿਲਣੀ ਦੀ ਰਸਮ ਮੋਸਟਲੀ ਗੁਰੂ ਘਰਾਂ ਦੇ ਬਾਹਰ ਹੁੰਦੀ ਹੈ। ਉੱਥੇ ਜਿਹੜੀ ਅਰਦਾਸ ਕਰਦੀ, ਜਿਹੜੇ ਭਾਈ ਸਾਹਿਬ ਆਉਂਦੇ ਨੇ, ਉਹ ਜੁੱਤੀ ਨਹੀਂ ਪਾਉਂਦੇ ਚਾਹੇ ਮੌਸਮ ਕੈਸਾ ਹੋਵੇ, ਪਰ ਬਹੁਤੇ ਲੋਕਾਂ ਦੇ ਉਸ ਵੇਲੇ ਜੁੱਤੀਆਂ ਪਾਈਆਂ ਹੁੰਦੀਆਂ ਨੇ। ਕਈਆਂ ਦੇ ਇਹ ਵੀ ਹੁੰਦਾ ਕਿ ਜੁੱਤੀ ਚੋਂ ਪੈਰ ਕੱਢ ਕੇ ਜੁੱਤੀ ਦੇ ਉੱਤੇ ਰੱਖੇ ਹੁੰਦੇ ਆ। ਠੀਕ ਹੈ, ਜੇ ਜੁੱਤੀ ਚੋਂ ਪੈਰ ਕੱਢ ਕੇ ਜੁੱਤੀ ਉੱਤੇ ਰੱਖੇ ਤਾਂ ਕੀ ਫਰਕ ਹੈ? ਜੇ ਮੀਂਹ ਕਣੀ ਪਾਣੀ ਪਿਆ ਹੈ ਤੇ ਜੁੱਤੀ ਦੇ ਵਿੱਚ ਵੀ ਤੁਸੀਂ ਖੜੇ ਹੋ, ਇਹ ਗੱਲ ਵੱਖਰੀ ਹੈ ਕਿ ਫਿਰ ਸਵਾਲ ਇਹ ਹੋ ਜਾਂਦਾ ਵੀ ਗੁਰੂ ਘਰ ਦੇ ਅੰਦਰ ਵੀ ਜੁੱਤੀ ਪਾ ਕੇ ਤੁਸੀਂ ਚਲੇ ਜਾਓਗੇ। ਇਹ ਤਰਨ ਨੇ ਮੈਨੂੰ ਸਵਾਲ ਕਰਨਾ ਸੀ ਜੀ, ਮੈਨੂੰ ਪਤਾ ਮੈਂ ਪਹਿਲਾਂ ਹੀ ਕਰਨਾ। ਹੁਣ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਉਹ ਜਗ੍ਹਾ ਪਵਿੱਤਰ ਸਮਝਦੇ ਹਾਂ, ਅਸੀਂ ਉਸ ਦੀ ਸਫਾਈ ਦਾ ਖਿਆਲ ਰੱਖਦੇ ਹਾਂ। ਈਵਨ ਅਸੂਲ ਇਹ ਹੈ ਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਤਾਂ ਤੁਸੀਂ ਸਾਫ਼ ਕੱਪੜੇ ਪਾ ਕੇ ਆਉਣੇ। ਉਹਦਾ ਰੀਜ਼ਨ ਹੈ ਤਾਂ ਮੈਂ ਆਈ ਅਗਰੀ ਵਿਦ ਦੈਟ ਥਿੰਗ, ਮੈਂ ਪਖੰਡ 'ਚ ਨਹੀਂ ਜਾ ਰਿਹਾ, ਉਹ ਨਾਲ ਮੈਂ ਐਗਰੀ ਕਰਦਾ। ਕਿਉਂ? ਅਸੀਂ ਲੋਕ ਬਾਹਰ ਜਾਂਦੇ ਹਾਂ,
ਬਾਹਰ ਅਸੀਂ ਬੜੀਆਂ ਥਾਵਾਂ ਤੁਰੇ ਫਿਰਦੇ ਹਾਂ, ਕਿਤੇ ਤੁਸੀਂ ਖਰਾਬ ਥਾਂ ਹੈਗਾ, ਛਿੱਟੇ ਪੈਂਦੇ ਆ, ਤੁਹਾਡੇ ਮਲ ਲੱਗ ਸਕਦਾ। ਤੁਸੀਂ ਮਰਦ ਲੋਕ ਵਾਸ਼ਰੂਮ ਜਾਂਦੇ ਨੇ, ਹੋ ਸਕਦਾ ਉਹਨਾਂ ਦੇ ਪਜਾਮਿਆਂ ਦੇ ਉੱਤੇ ਛਿੱਟੇ ਪਏ ਹੋਣ। ਸੋ ਉਸ ਵਾਸਤੇ ਉੱਥੋਂ ਦੀ ਪਵਿੱਤਰਤਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ। ਮੈਂ ਇਸ ਗੱਲ ਨਾਲ ਸਹਿਮਤ ਹਾਂ। ਪਰ ਜਿਹੜੇ ਜੋੜੇ ਆ, ਸਮੇਂ ਦੇ ਮੁਤਾਬਕ ਮੇਰਾ ਖਿਆਲ ਆ ਕੋਈ ਫਰਕ ਨਹੀਂ ਹੈ। ਅਸੀਂ ਕਾਰਾਂ ਦੇ ਵਿੱਚ ਕੀਰਤਨ ਸੁਣਦੇ ਹਾਂ, ਆਮ ਲੋਕੀ ਸਵੇਰੇ ਤੁਰਦੇ ਨੇ, ਜਪਜੀ ਸਾਹਿਬ ਦਾ ਪਾਠ ਲਾਇਆ, ਡਿਊਰਿੰਗ ਦਾ ਡੇ ਤੁਸੀਂ ਸੁਖਮਨੀ ਸਾਹਿਬ ਦਾ ਜੋ ਕੁਝ ਵੀ ਜੀ, ਠੀਕ ਹੈ, ਉਦੋਂ ਨਹੀਂ ਅਸੀਂ ਜੁੱਤੀ ਲਾਉਂਦੇ ਜੀ। ਇੱਕ ਹੋਰ ਐਗਜ਼ਾਮਪਲ, ਦੋ ਐਗਜ਼ਾਮਪਲਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਾਂਗੀ। ਡਿਫੈਂਡ ਨਹੀਂ ਕਰ ਲੈਣਾ ਜੀ, ਮੈਨੂੰ ਪਤਾ, ਮੈਂ ਕਹਤਾ ਪਹਿਲਾਂ ਮੈਂ ਆਪਦਾ ਸਾਰਾ ਮਸਾਲਾ ਚਲਾ ਦਿਆਂ ਜੀ। ਆਪਾਂ ਜਾਣਦੇ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿਛਲੇ ਜਨਮ ਦੇ ਵਿੱਚ ਭਗਤੀ ਕੀਤੀ, ਹੇਮਕੁੰਟ ਸਾਹਿਬ ਮੈਂ ਨਹੀਂ ਗਿਆ। ਉਹ ਸੱਤ ਸ੍ਰੀ ਜਿਹੜੀ ਹੈਗੀ ਆ, 7 ਪਹਾੜੀਆਂ ਨੇ, 7 ਚੋਟੀਆਂ ਨੇ, ਉਹਨਾਂ ਦੇ ਉੱਤੇ ਹੁਣ ਨਹੀਂ ਮੈਨੂੰ ਪਤਾ, ਕਿਸੇ ਵੇਲੇ ਸਾਰਿਆਂ ਦੇ ਉੱਤੇ ਨਿਸ਼ਾਨ ਸਾਹਿਬ ਝੂਲਦੇ ਹੁੰਦੇ ਸੀ। 7 ਨਿਸ਼ਾਨ ਸਾਹਿਬ ਨੇ ਉੱਥੇ, ਮੈਨੂੰ ਜਾਣ ਦਾ ਮੌਕਾ ਮਿਲਿਆ ਹੋਇਆ ਉੱਥੇ। ਓਕੇ, ਹਾਂਜੀ। ਤੇ ਉੱਥੇ ਕਿਤੇ ਟਾਵੀਂ ਪਹਾੜੀ ਦੇ ਉੱਤੇ ਉਹ 7 ਨਿਸ਼ਾਨ ਸਾਹਿਬ ਦਿਖਦੇ ਨੇ। ਹਾਂਜੀ। ਤੇ ਉਹ ਨਿਸ਼ਾਨ ਸਾਹਿਬ ਤੇ ਜਦੋਂ ਕੋਈ ਸੇਵਾ ਕਰਨ ਜਾਂਦਾ ਹੋਊਗਾ, ਕੀ ਉਹ ਪੈਰ ਨੰਗੇ ਕਰਕੇ ਜਾਂਦਾ ਹੋਊਗਾ? ਜਿਸ ਠੰਡ ਹੈਗੀ ਆ, ਸਿਆਲ ਦਾ ਮੌਕਾ, ਠੰਡ ਜ਼ਿਆਦਾ ਹੈਗੀ ਆ, ਹਾਲਾਤ ਦੇ ਮੁਤਾਬਕ ਅਸੀਂ ਬੋਰਡ ਵਾਰਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਿੱਖ ਰੈਜੀਮੈਂਟ ਦੇ ਨਾਲ ਜਾਂਦੇ ਰਹੇ ਨੇ, ਉਦੋਂ ਜੁੱਤੀ ਲਾਈ ਜਾਵੇ। ਅਖੰਡ ਪਾਠ ਦੀ ਰਸਮ ਕਿੱਥੋਂ ਸ਼ੁਰੂ ਹੋਈ ਹੈ? ਜਿੰਨੀ ਕੁ ਮੇਰੀ ਨੌਲੇਜ ਹੈ, ਮੈਨੂੰ ਤੁਸੀਂ ਨਹੀਂ ਸਹਿਮਤ ਹੋਣਾ, ਪਲੀਜ਼ ਕਾਲ ਅਸ। ਅਖੰਡ ਪਾਠ ਸਾਹਿਬ ਦੀ ਰਸਮ ਕਿੱਥੋਂ ਸ਼ੁਰੂ ਹੋਈ ਹੈ? ਸਿੰਘ ਤਾਂ ਘੋੜੇ ਦੀਆਂ ਕਾਠੀਆਂ ਤੇ ਹੀ ਰਹੇ ਆ, ਪਿੱਛੇ ਮੁਗਲ ਫੌਜ ਪਈ ਹੋਈ ਹੈ, ਪਾਠ ਵੀ ਕਰਨਾ, ਸੋ ਪਾਠ ਲਗਾਤਾਰ ਕੀਤਾ ਜਾਣ ਲੱਗ ਪਿਆ। ਅਸੀਂ ਉਸ ਨੂੰ ਹੁਣ ਹੋਰ ਕੁਝ ਬਣਾ ਦਿੱਤਾ। ਉਦੋਂ ਵੀ ਤਾਂ ਜੋੜੇ ਪਾਏ ਜਾਂਦੇ ਹੋਣਗੇ, ਨਹੀਂ? ਬਿਲਕੁਲ। ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਹੁਣ ਇਸ ਤੇ ਇਹ ਕਹਿਣਾ ਚਾਹੂੰਗੀ, ਜਿਵੇਂ ਤੁਸੀਂ ਕਿਹਾ ਸਿਚੁਏਸ਼ਨ ਮੈਟਰ ਕਰਦੀ ਹੈ, ਰਾਈਟ? ਤੁਸੀਂ ਜੁੱਤੇ ਪਾਇਆ, ਜੇ ਮੀਂਹ ਕਣੀ ਹੈ, ਉਸ ਵਕਤ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਉਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਤੁਸੀਂ ਜੁੱਤੇ ਉਤਾਰ ਸਕਦੇ ਹੋ। ਜਿਸ ਜਗ੍ਹਾ ਤੇ ਅਰਦਾਸ ਕੀਤੀ ਗਈ, ਜਿਹੜੀ ਆਪਾਂ ਖਬਰ ਦੀ ਗੱਲ ਕਰ ਰਹੇ ਹਾਂ, ਉੱਥੇ ਕੋਈ ਅਜਿਹੀ ਸਿਚੁਏਸ਼ਨ ਨਹੀਂ ਸੀ ਕਿ ਤੁਸੀਂ ਉਤਾਰ ਨਹੀਂ ਸਕਦੇ ਸੀ। ਉੱਥੇ ਕੋਈ ਇੰਨੀ ਠੰਡ ਨਹੀਂ ਸੀ ਕਿ ਤੁਹਾਨੂੰ ਜੁੱਤੇ ਉਤਾਰਨ ਵਿੱਚ ਕੋਈ ਤਕਲੀਫ ਹੁੰਦੀ। ਉੱਥੇ ਕੋਈ ਮੀਂਹ ਕਣੀ ਨਹੀਂ ਸੀ ਕਿ ਉੱਥੇ ਤੁਹਾਨੂੰ ਜੁੱਤੇ ਉਤਾਰਨ 'ਚ ਕੋਈ ਤਕਲੀਫ ਹੁੰਦੀ। ਤੁਸੀਂ ਆਪਾਂ ਅਕਸਰ ਇਹ ਕਹਿੰਦੇ ਆ ਕਿ ਅਸੀਂ ਸਿਰ ਤੇ ਦਸਤਾਰ ਬੰਨੀ ਆ ਤਾਂ ਅਸੀਂ ਆਪਣੇ ਧਰਮ ਨੂੰ ਰਿਪਰੈਜ਼ੈਂਟ ਕਰਦੇ ਹਾਂ। ਉੱਥੇ ਬਹੁਤ ਸਾਰੇ ਦੂਸਰੀ ਕਮਿਊਨਿਟੀਜ਼ ਦੇ ਲੋਕ ਵੀ ਪਹੁੰਚੇ ਹੋਏ ਸੀ, ਉੱਥੇ ਹੋਰ ਲੋਕੀ ਵੀ ਪਹੁੰਚੇ ਹੋਏ ਸੀ, ਜਿਨ੍ਹਾਂ ਨੇ ਅਰਦਾਸ ਨੂੰ ਉੱਥੇ ਸੁਣਿਆ ਵੀ ਆ। ਉਹਨਾਂ ਨੂੰ ਸਮਝ ਨਹੀਂ ਆਈ, ਉਹਨਾਂ ਨੂੰ ਜਿੰਨੀ ਆਈ ਉਹਨਾਂ ਦੇ ਉੱਤੇ ਹੈ ਇਹ। ਬਟ ਉਸ ਟਾਈਮ ਉਹ ਸਿਰਫ ਇਹ ਚੀਜ਼ ਦੇਖ ਰਿਹਾ ਕਿ ਸਿੱਖਾਂ ਦੇ ਵੱਲੋਂ ਆਪਣੀ ਹੋਲੀ ਪ੍ਰੇਅਰ ਕੀਤੀ ਜਾ ਰਹੀ ਹੈ, ਉਹ ਪ੍ਰੇਅਰ ਕਰਨ ਦਾ ਉਹਨਾਂ ਦਾ ਕੀ ਵੇ ਹੈ। ਸੋ ਉਸ ਵਕਤ ਅਸੀਂ ਇੱਕ ਤਰ੍ਹਾਂ ਨਾਲ ਆਪਣੀ ਕਮਿਊਨਿਟੀ ਨੂੰ, ਆਪਣੇ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਉਸ ਵਕਤ ਜੇ ਅਸੀਂ ਆਪਣੇ ਸ਼ੂਜ਼ ਉਤਾਰਦੇ ਤਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਚੀਜ਼ ਹਮੇਸ਼ਾ ਰਹਿਣੀ ਸੀ ਕਿ ਜਦੋਂ ਸਿੱਖ ਆਪਣੀ ਹੋਲੀ ਪ੍ਰੇਅਰ ਜਦੋਂ ਰਿਸਾਈਟ ਕਰਦੇ ਨੇ, ਉਸ ਟਾਈਮ ਦੇ ਵਿੱਚ ਉਹ ਆਪਣੇ ਸ਼ੂਜ਼ ਉਤਾਰਦੇ ਨੇ। ਸੋ ਇੱਕ ਤਰ੍ਹਾਂ ਨਾਲ ਇੱਕ ਮੈਸੇਜ ਜਾਣਾ ਸੀ ਉਸ ਟਾਈਮ ਦੇ ਵਿੱਚ, ਜਿਹੜਾ ਕਿ ਅਸੀਂ ਉਹਨਾਂ ਨੂੰ ਦੇ ਸਕਦੇ ਸੀ। ਉਹਨਾਂ ਨੂੰ ਨਹੀਂ, ਉੱਥੇ ਕਿੱਡਾ ਕੁ ਮੀਡੀਆ ਕਵਰ ਕਰਨ ਆਇਆ ਹੋਇਆ ਸੀ, ਸਾਰੇ ਮੀਡੀਆ ਨੂੰ ਇਹ ਚੀਜ਼ ਪਤਾ ਲੱਗਣੀ ਸੀ ਕਿ ਜਦੋਂ ਸਿੱਖਾਂ ਦੀ ਅਰਦਾਸ ਹੁੰਦੀ ਹੈ ਤਾਂ ਉਸ ਟਾਈਮ ਉਹ ਆਪਣੇ ਸ਼ੂਜ਼ ਉਤਾਰਦੇ ਨੇ। ਦੂਜੀ ਗੱਲ ਜਿਵੇਂ ਤੁਸੀਂ ਕੀਤੀ ਕਿ ਮੁਗਲ ਪਿੱਛੇ ਰਹਿੰਦੇ ਸੀ ਤੇ ਉਸ ਟਾਈਮ ਦੇ ਵਿੱਚ ਅਖੰਡ ਪਾਠ ਦੀ ਸ਼ੁਰੂਆਤ ਹੋਈ, ਤਾਂ 84 ਵੇਲੇ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗਲਤ, ਕਿਉਂਕਿ ਮੈਂ ਉਸ ਦੌਰ 'ਚ ਅਜੇ ਮੈਂ ਜਨਮੀ ਵੀ ਨਹੀਂ ਸੀ। ਜਿੰਨੀਆਂ ਕੁ ਮੈਂ ਪੜ੍ਹਿਆ ਵਾ ਜਾਂ ਜਿੰਨੀਆਂ ਕੁ ਮੈਂ ਕਹਾਣੀਆਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਨੇ, ਉਸ ਸਮਿਆਂ ਦੌਰਾਨ ਅਰਦਾਸ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਸਪੀਕਰਾਂ ਦੇ ਉੱਤੇ ਹੁੰਦੀ ਸੀ, ਲਾਊਡ ਸਪੀਕਰਸ ਦੇ ਉੱਤੇ ਕੀਤੀ ਜਾਂਦੀ ਸੀ। ਤੇ ਜਿਹੜੇ ਉਸ ਵਕਤ ਐਂਟੀ ਸੀਗੇ ਸਰਕਾਰ ਦੇ, ਉਸ ਟਾਈਮ ਜਦੋਂ ਰਾਤਾਂ ਨੂੰ ਲੰਘਦੇ ਸੀ ਉੱਥੋਂ ਦੀ ਗੁਰਦੁਆਰਿਆਂ ਵਿੱਚ ਅਰਦਾਸ ਹੁੰਦੀ ਸੀ ਤਾਂ ਉਹਨਾਂ ਨੂੰ ਉੱਥੇ ਰੁਕਣਾ ਪੈਂਦਾ ਸੀ। ਉਹ ਧਰਮ ਨੂੰ ਫੋਲੋ ਕਰਦੇ ਸੀ। ਇੱਕ ਉਹਨਾਂ ਦੀ ਨੀਅਤ ਹੁੰਦੀ ਸੀ ਕਿ ਅਸੀਂ ਆਪਣੇ ਧਰਮ ਦੀ ਬੇਅਦਬੀ ਨਹੀਂ ਕਰ ਸਕਦੇ। ਅਰਦਾਸ ਹੋ ਰਹੀ ਹੈ ਤਾਂ ਆਪਾਂ ਨੂੰ ਇੱਕ ਹੁੰਦਾ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵੀ ਜਾਂਦੇ ਹਾਂ, ਜਦੋਂ ਅਰਦਾਸ ਹੁੰਦੀ ਆਪਾਂ ਉੱਥੇ ਰੁਕ ਜਾਂਦੇ ਹਾਂ, ਆਪਾਂ ਜਾ ਕੇ ਮੱਥਾ ਨਹੀਂ ਟੇਕਦੇ। ਸੋ ਉਸ ਟਾਈਮ ਉਹਨਾਂ ਨੇ ਇਹ ਕਿਹਾ ਸੀ, ਗੁਰੂ ਘਰਾਂ ਦੇ ਵਿੱਚ ਇਹ ਫਰਮਾਨ ਹੋਇਆ ਸੀਗਾ ਕਿ ਜਿਸ ਟਾਈਮ ਵੀ ਅਰਦਾਸ ਹੋਣੀ ਹੈ ਉਸ ਟਾਈਮ ਦੇ ਵਿੱਚ ਲਾਊਡ ਸਪੀਕਰ ਤੇ ਅਰਦਾਸ ਨਹੀਂ ਹੋਗੀ, ਕਿਉਂਕਿ ਹਰ ਜਗ੍ਹਾ ਦੇ ਉੱਤੇ ਉਸ ਚੀਜ਼ ਦੀ ਆਪਾਂ ਕਦਰ ਨਹੀਂ ਕਰ ਸਕਦੇ ਹੈਗੇ। ਉਸ ਟਾਈਮ ਤੋਂ ਲੈ ਕੇ ਹੁਣ ਤੱਕ ਜਿੱਥੇ ਤੱਕ ਮੈਨੂੰ ਪਤਾ ਆ, ਹਰ ਗੁਰੂ ਘਰ ਦੇ ਵਿੱਚ ਅਰਦਾਸ ਜਿਹੜੀ ਆ ਗੁਰੂ ਘਰ ਦੇ ਅੰਦਰ ਹੀ ਹੁੰਦੀ ਹੈ। ਲਾਊਡ ਸਪੀਕਰ ਵੀ ਓਨਾ ਕੀ ਰਹਿੰਦਾ ਕਿ ਤੁਹਾਡੇ ਅੰਦਰ ਅੰਦਰ ਸੁਣੇ। ਉਸ ਤੋਂ ਬਾਹਰ ਤੱਕ ਕਿਉਂਕਿ ਕਈ ਲੋਕੀ ਫੋਲੋ ਕਰ ਸਕਦੇ ਆ, ਕਈ ਲੋਕੀ ਫੋਲੋ ਨਹੀਂ ਕਰਦੇ ਹੈਗੇ।
ਸੋ ਜੇ ਅਸੀਂ ਇਹ ਚੀਜ਼ਾਂ ਬਣਾਈਆਂ ਨੇ, ਇਹ ਚੀਜ਼ਾਂ ਸ਼ੁਰੂ ਤੋਂ ਬਣੀਆਂ ਆ ਰਹੀਆਂ ਨੇ, ਇਹਨਾਂ ਦੇ ਪਿੱਛੇ ਵੀ ਕੋਈ ਰੀਜ਼ਨ ਹੋ ਸਕਦਾ ਆ। ਸੋ ਉਸ ਟਾਈਮ ਦੇ ਵਿੱਚ ਮੈਨੂੰ ਲੱਗਿਆ ਕਿ ਉਹ ਕੰਡੀਸ਼ਨ ਨਹੀਂ ਸੀਗੀ ਕਿ ਤੁਸੀਂ ਉਤਾਰ ਨਹੀਂ ਸਕਦੇ ਸੀ, ਤੁਸੀਂ ਈਜ਼ੀਲੀ ਉਤਾਰ ਸਕਦੇ ਸੀ। ਤੁਸੀਂ ਆਪਣੇ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਉਸ ਟਾਈਮ ਦੇ ਵਿੱਚ। ਜੇ ਤੁਸੀਂ ਅਰਦਾਸ ਕਰ ਰਹੇ ਹੋ ਆਪਣੇ, ਆਪਾਂ ਇੱਕ ਦਿਲੋਂ ਚੀਜ਼ ਕਰਦੇ ਹਾਂ, ਠੀਕ ਆ। ਸੋ ਦਿਲ ਜੇ ਆਪਾਂ ਪੂਰੇ ਆਤਮਾ ਨਾਲ ਕਰ ਲਵਾਂਗੇ ਉਹਦੇ ਵਿੱਚ ਕੋਈ ਫਰਕ ਨਹੀਂ ਪਏਗਾ। ਕਿ ਸਾਰਿਆਂ ਦੇ ਲਾਇ ਹੋਣੇ ਚਾਹੀਦੇ ਸੀ ਕਿ ਜਿਹੜਾ ਇੱਕ ਅਰਦਾਸੀ ਸਿੰਘ ਆ ਉਹਦੇ ਲਾਇ ਚਾਹੀਦਾ? ਮੈਨੂੰ ਲੱਗਦਾ ਉੱਥੇ ਸਿਰਫ 5 ਸਿੰਘ ਸੀਗੇ ਤੇ 5 ਸਿੰਘ ਜੇ ਉਤਾਰ ਲੈਂਦੇ ਤਾਂ ਉਹਦੇ ਵਿੱਚ ਕੋਈ ਫਰਕ ਨਹੀਂ ਪੈਣੀ ਸੀ। ਅੱਛਾ ਹਾਂ ਠੀਕ ਆ ਯਾਰ। ਇਟਸ ਫਿਰ ਇੱਥੇ ਚੋਇਸ ਦੀ ਗੱਲ ਆ ਜਾਂਦੀ ਹੈ ਵੀ ਤੁਸੀਂ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਹੋ। ਫਿਰ ਅਦੂ ਕਰਦੇ ਹੀ ਨਾ, ਸਭ ਤੋਂ ਵੱਡੀ ਗੱਲ ਅਦੂ ਕਰਦੇ ਹੀ ਨਾ। ਤੁਸੀਂ ਜੇ ਕਰ ਰਹੇ ਹੋ ਤੁਸੀਂ ਦਿਖਾ ਦਿੱਤਾ ਕਿ ਅਸੀਂ ਸਿੱਖ ਹੈਗੇ ਆ, ਸਿੱਖ ਇਸ ਸਪੋਰਟਿੰਗ ਮਿਸਟਰ ਟਰੰਪ ਤੇ ਅਸੀਂ ਇਸ ਵਕਤ ਇੱਥੇ ਖੜੇ ਆ। ਤੁਸੀਂ ਉੱਥੇ ਅਰਦਾਸ ਕਰਕੇ, ਜੇ ਅਰਦਾਸ ਕਰ ਰਹੇ ਹੋ ਤਾਂ ਉਸ ਚੀਜ਼ ਨੂੰ ਪੂਰੇ ਰੀਤੀ ਰਿਵਾਜ਼ਾਂ ਨਾਲ ਕਰੋ, ਕਿਉਂਕਿ ਨਾ ਤਾਂ ਉੱਥੇ ਜਿਹੀ ਸਿਚੁਏਸ਼ਨ ਸੀ ਕਿ ਤੁਸੀਂ ਉਸ ਨੂੰ ਫੋਲੋ ਨਹੀਂ ਕਰ ਸਕਦੇ ਸੀ, ਨਾ ਅਜਿਹੀ ਸਿਚੁਏਸ਼ਨ ਸੀ ਕਿ ਤੁਹਾਨੂੰ ਕੋਈ ਜ਼ਬਰਦਸਤੀ ਕਰਵਾ ਰਿਹਾ ਸੀ। ਸੋ ਜਸਟ ਤੁਸੀਂ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਮੈਨੂੰ ਇੱਥੇ ਲੱਗ ਰਿਹਾ ਕਿ ਤੁਸੀਂ ਇਹ ਚੀਜ਼ ਕਰ ਰਹੇ ਹੋ। ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਹਾਂ ਕਿ ਉੱਥੇ ਅਰਦਾਸ ਕੀਤੀ ਜਾਣੀ ਸੀ ਜਾਂ ਚਾਹੀਦੀ ਸੀ ਜਾਂ ਨਹੀਂ ਚਾਹੀਦੀ ਸੀ। ਆਈ ਐਗਰੀ ਵਿਦ ਯੂ, ਕਿਉਂਕਿ ਸਾਡੀ ਧਰਮ ਦੇ ਵਿੱਚ ਹੁਣ ਗੱਲ ਇਹ ਹੈ, ਇੱਥੇ ਤੱਕ ਆ ਚੁੱਕੀ ਹੈ ਕਿ ਅਸੀਂ ਹਰ ਥਾਂ ਤੇ ਅਰਦਾਸ ਕਰਦੇ ਹਾਂ। ਦਰਸ਼ਕਾਂ ਨੂੰ ਪੁੱਛਣਾ ਚਾਹਾਂਗੇ ਤੁਸੀਂ ਕੀ ਇਸ ਦੇ ਫੇਵਰ ਦੇ ਵਿੱਚ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸ਼ੂਜ਼ ਉਤਾਰਨੇ ਚਾਹੀਦੇ ਸੀ ਜਾਂ ਨਹੀਂ? ਤੁਸੀਂ ਤੁਹਾਡੇ ਆਪਣੇ ਕੀ ਵਿਚਾਰ ਨੇ, ਤੁਸੀਂ ਸਾਨੂੰ ਦੇ ਸਕਦੇ ਹੋ। ਹਾਂ, ਸੈਕੰਡਲੀ ਤਰਨ ਅਰਦਾਸ, ਅਸੀਂ ਅਰਦਾਸ ਕਰਨੀ ਕੋਈ ਮਾੜੀ ਨਹੀਂ ਹੈ। ਸਵੇਰ ਸ਼ਾਮ ਜਦੋਂ ਮਰਜ਼ੀ ਅਰਦਾਸ ਕਰੋ। ਹੁਣ ਸਾਡੇ ਪ੍ਰੋਬਲਮ ਹੋਰ ਆਉਂਦੀ ਹੈ, ਇੱਥੇ ਕਈ ਵਾਰੀ ਬੰਦਾ ਚੜਾਈ ਕਰ ਲੈਂਦਾ, ਉਹ ਤੁਸੀਂ ਹਰ ਵਿਜ਼ਿਟੇਸ਼ਨ ਤੇ ਜਾ ਰਹੇ ਹੋ, ਅਖੀਰਲੀ ਵਾਰੀ ਹੈ, ਕਈ ਵਾਰੀ ਉਹ ਅੰਤਮ ਅਰਦਾਸ ਹੀ, ਕਈ ਅਰਦਾਸਾਂ ਹੋ ਜਾਂਦੀਆਂ ਨੇ। ਤੁਸੀਂ ਵਿਜ਼ਿਟੇਸ਼ਨ ਜਾਣਾ ਉਦੋਂ ਅਰਦਾਸ ਹੈ, ਤੁਸੀਂ ਜਦੋਂ ਸੰਸਕਾਰ ਵਾਸਤੇ ਜਾਣਾ ਉਦੋਂ ਅਰਦਾਸ ਹੈ, ਤੇ ਗੁਰੂ ਘਰ ਆ ਕੇ ਫਿਰ ਅਰਦਾਸ ਹੈ। ਇਸ ਤੋਂ ਬਿਨਾਂ ਜੇ ਕਈ ਵਾਰੀ ਵਿਚਾਲੇ ਕਿਸੇ ਨੇ ਹੋਰ ਕਰਨਾ ਹੁੰਦਾ, ਉਹ ਹਰ ਥਾਂ ਤੇ ਅਰਦਾਸ ਕਰਨੀ ਕੋਈ ਮਾੜੀ ਕਰਨੀ ਹੈ। ਪਰ ਕਈ ਵਾਰੀ ਇਉਂ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਇੱਕ ਚੀਜ਼ ਨੂੰ ਮੁੜ ਕੇ ਰਿਪੀਟ ਕਰੀ ਜਾਣਾ, ਤੁਸੀਂ ਉਹਦੀ ਜਿਹੜੀ ਮਹੱਤਤਾ ਹੈ, ਰਾਈਟ ਵਰਡ, ਥੈਂਕ ਯੂ ਤਰਨੂ ਜੀ, ਬਹੁਤ ਵੋਕੈਬਲਰੀ ਤਕੜੀ ਹੈ ਜੀ। ਤੁਸੀਂ ਉਹਦੀ ਮਹੱਤਤਾ ਘਟਾ ਦਿੰਦੇ ਹੋ, ਉਹਦੀ ਉਹ ਗੱਲ ਨਹੀਂ ਰਹਿੰਦੀ ਹੈ। ਹਰ ਥਾਂ ਤੇ ਜਿੱਥੇ ਸਾਡਾ ਜੀ ਕਰਦਾ ਸੀ ਅਰਦਾਸ ਹੋ, ਉਹ ਜਿਹੀਆਂ ਅਰਦਾਸਾਂ ਮਨ 'ਚ ਕਰਨੀਆਂ ਚਾਹੀਦੀਆਂ ਨੇ। ਪਰਮਾਤਮਾ ਦੇ ਮੇਰੇ ਅੱਗੇ ਹਮੇਸ਼ਾ ਹੀ ਅਰਦਾਸ ਕਰਨੀ ਬਣਦੀ ਹੈ ਸਾਡੀ, ਉੱਥੋਂ ਹੀ ਸਾਨੂੰ ਮਿਲਦਾ, ਇਹ ਸਾਡਾ ਵਿਸ਼ਵਾਸ ਹੈ। ਹਾਲਾਂਕਿ ਉੱਥੇ ਜਿੱਥੇ ਆਪਾਂ ਪਹੁੰਚੇ, ਜਿੱਥੋਂ ਦੀ ਆਪਾਂ ਗੱਲ ਕਰ ਰਹੇ ਹਾਂ, ਉੱਥੇ ਮਤਲਬ ਹਿੰਦੂ ਧਰਮ ਦੇ ਵੀ ਲੋਕ ਪਹੁੰਚੇ ਹੋਏ ਸਨ, ਉਹਨਾਂ ਨੇ ਵੀ ਉੱਥੇ ਆਪਣੇ ਤਰੀਕੇ ਦੇ ਨਾਲ ਅਰਦਾਸ ਕੀਤੀ ਆ। ਸੋ ਵੱਖ-ਵੱਖ ਹੋ ਸਕਦਾ ਕਿ ਵੱਖ-ਵੱਖ ਭਾਈਚਾਰਿਆਂ ਵੱਲੋਂ ਉੱਥੇ ਪ੍ਰੋਗਰਾਮ ਇਹ ਜਿਹਾ ਬਣਾਇਆ ਗਿਆ ਹੋਵੇ, ਉਹ ਲਿਖਿਆ ਗਿਆ ਹੋਵੇ ਕਿ ਆਪਣੇ ਆਪਣੇ ਧਰਮ ਵੱਲੋਂ ਤੁਸੀਂ ਅਰਦਾਸ ਕਰੋਗੇ। ਪਰ ਜੇ ਉਹ ਆਪਣੇ ਕੱਪੜੇ ਪਾ ਕੇ ਉੱਥੇ ਪਹੁੰਚ ਸਕਦੇ ਆ, ਉੱਥੇ ਆਪਦੇ ਕੇਸਰੀ ਝੰਡੇ ਲੈ ਕੇ ਉੱਥੇ ਪਹੁੰਚ ਸਕਦੇ ਆ, ਭਗਵਾ ਰੰਗ ਪਾ ਸਕਦੇ ਆ, ਸਾਡੇ ਵਾਲੇ ਕਮ ਸੇ ਕਮ ਸ਼ੂਜ਼ ਤਾਂ ਉਤਾਰ ਸਕਦੇ ਆ। ਹਾਂ, ਇਹ ਠੀਕ ਹੈ। ਉਸ ਹਾਲਾਤ ਦੇ ਵਿੱਚ ਤੁਸੀਂ ਚਾਹੁੰਦੇ ਹੋ ਵੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈ, ਪਾਉਣੇ ਚਾਹੀਦੇ ਜਾਂ ਨਹੀਂ ਪਾਉਣੇ ਚਾਹੀਦੇ। ਓਵਰਆਲ ਜਿਹੜੀਆਂ ਗੱਲਾਂ ਬਾਰੇ ਮੈਂ ਗੱਲ ਕੀਤੀ ਹੈ ਕਿ ਉੱਥੇ ਵੀ ਫਿਰ ਆਪਾਂ ਨੂੰ ਸੋਚਣਾ ਬਣ ਜਾਂਦਾ ਕਿ ਸਾਨੂੰ ਚਾਹੀਦਾ ਜਾਂ ਨਹੀਂ ਚਾਹੀਦਾ। ਮੈਂ ਕਿ ਦਰਸ਼ਕਾਂ ਨੂੰ ਇਸ ਧਾਰਮਿਕ ਮਾਮਲੇ 'ਚ ਕੋਈ ਬਹੁਤਾ ਇੰਟਰਸਟ ਨਹੀਂ ਲੱਗਦਾ। ਬਿਲਕੁਲ ਜੀ, ਤੇ ਇਸ ਮਾਮਲੇ ਤੋਂ ਥੋੜਾ ਜਿਹਾ ਅੱਗੇ ਚੱਲਦੇ ਆ। ਵੈਸੇ ਜੇ ਕਿਸੇ ਨੇ ਵਿਚਾਰ ਦੇਣੇ ਹੋਣ ਆਪਣੇ ਦੇ ਸਕਦੇ ਹੋ ਜੀ। ਤੇ ਅਗਲੀ ਖਬਰ ਵੱਲ ਵਧਦੇ ਹਾਂ ਜੀ। ਮਿਸਟਰ ਟਰੰਪ ਦਾ ਆਪਾਂ ਸਪੀਚ ਦੀ ਗੱਲ ਕਰ ਰਹੇ ਸੀ, ਜਿਹੜੀ ਉਹਨਾਂ ਦੀ ਇੰਟਰਵਿਊ ਹੋਈ ਸੀ 60 ਮਿੰਟ ਪ੍ਰੋਗਰਾਮ ਦੇ ਵਿੱਚ, ਤੇ ਉਹ ਰਿਲੀਜ਼ ਹੋਣੀ ਸੀ ਸਰ। ਉਸ ਤੋਂ ਪਹਿਲਾਂ ਹੀ ਮਿਸਟਰ ਟਰੰਪ ਨੇ ਕਹਿੰਦੇ ਕਿ ਉਹ ਇੰਟਰਵਿਊ ਜਿਹੜੀ ਆ ਔਨ ਏਅਰ ਕਰ ਦਿੱਤੀ, ਉਹ ਵੀ ਅਨਐਡਿਟਡ ਇੰਟਰਵਿਊ। ਕੀ ਕਹਿਣਾ ਚਾਹੋਗੇ? ਮੇਰੀ ਗੱਲ ਤਾਂ ਜੀ, ਜਿਹੜੀ ਗੱਲ ਉਹ ਕੀਤੀ ਹੈ ਤਰਨ, ਉਹ ਕੰਟਰੈਕਟ ਤੋੜਿਆ ਮਿਸਟਰ ਟਰੰਪ ਨੇ। ਇਹ ਇੰਟਰਵਿਊ ਤੋਂ ਪਹਿਲਾਂ ਕੰਟਰੈਕਟ ਹੁੰਦਾ ਵੀ ਇਹਦੀ ਟਰਮਸ ਕਿਹੜੀਆਂ ਨੇ। CBS ਦੇ ਅਕੋਰਡਿੰਗਲੀ ਉਹ ਟਰੰਪ ਸਾਹਿਬ ਨੇ ਕੰਟਰੈਕਟ ਤੋੜਿਆ, ਵਿਚ ਇਜ਼ ਨਾਟ ਰਾਈਟ। ਤੁਸੀਂ ਇੰਨੇ ਜ਼ਿੰਮੇਵਾਰਾਨਾ ਜਗ੍ਹਾ ਤੇ ਹੈਗੇ ਹੋ, ਤੁਸੀਂ ਉਹਦੇ ਵਿੱਚ ਤੁਸੀਂ ਇੰਨਾ ਕੁਝ ਕਰਨ ਲੱਗੇ ਹੋਏ ਹੋ, ਵਿਚ ਇਜ਼ ਨਾਟ ਰਾਈਟ। ਪ੍ਰੋਬਲਮ ਕੀ ਆਈ ਹੈ ਉਹਦੇ 'ਚ? ਜਿਹੜੀ ਇੰਟਰਵਿਊਅਰ ਹੈਗੀ ਹੈ, ਉਹਨੇ ਕੁਐਸਚਨਸ ਬਹੁਤੇ ਜਿਹੜੇ ਕੀਤੇ ਨੇ, ਜਿੰਨਾ ਪਤਾ ਲੱਗਿਆ। ਮੈਂ ਰਿਲੀਜ਼ ਹੋ ਗਈ ਹੈ ਪਰ ਆਪਾਂ ਨੂੰ ਟਾਈਮ ਨਹੀਂ ਲੱਗਿਆ ਆਪਾਂ ਦੇਖਣ ਦਾ। ਉਹ ਕੁਐਸਚਨਸ ਰਿਗਾਰਡਿੰਗ 36 ਸੈਂਟੀਮੀਟਰ ਦੀ ਹੈ ਟੋਟਲ। ਉਹਦੇ 'ਚ ਬਹੁਤੇ ਕੁਐਸਚਨਸ ਰਿਗਾਰਡਿੰਗ ਕਰੋਨਾ ਵਾਇਰਸ ਦੇ ਸਵਾਲ ਹੈ ਤੇ ਜਵਾਬ ਆ ਰਿਹਾ ਇਕਨੋਮੀ ਦਾ। ਟਰੰਪ ਦੇ ਮੈਂ ਕੁਛ ਹਿੱਸੇ ਦੇਖੇ ਨੇ। ਉਹ ਜਿਹੜੀ ਇੰਟਰਵਿਊਅਰ ਹੈਗੀ ਆ, ਉਹ ਫਿਰ ਪੁੱਛਦੀ ਹੈ ਵੀ ਨਹੀਂ, ਮੈਂ ਇਹਦੀ ਗੱਲ ਨਹੀਂ ਕਰਨੀ, ਮੈਂ ਤਾਂ ਦੂਸਰੀ ਗੱਲ ਕਰ ਰਹੀ ਹਾਂ। ਉਹਦੇ ਤੇ ਟਰੰਪ ਸਾਹਿਬ ਆ ਨਹੀਂ ਰਹੇ, ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਹੈ ਨਹੀਂ ਗਏ। ਇਸੇ ਕਰਕੇ ਉਹਨਾਂ ਨੇ ਜਿਹੜੀ ਇਹ ਚੀਜ਼ ਰਿਲੀਜ਼ ਕੀਤੀ ਹੈ ਕਿ ਮੈਨੂੰ ਕੋਈ ਫਰਕ ਨਹੀਂ ਹੈਗਾ, ਮੈਂ ਇਹ ਕਰਨੀ ਚਾਹੁੰਦਾ। ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਰਿਗਾਰਡਿੰਗ ਮਿਸਟਰ ਬਾਈਡਨ, ਕਿਉਂਕਿ ਟਰੰਪ ਸਾਹਿਬ ਦੇ ਜੋ ਮਨ ਚਾਹੁੰਦਾ ਉਹ ਚੱਲਦਾ।
ਉਹਨਾਂ ਨੇ ਬਾਈਡਨ ਦੇ ਉੱਤੇ ਕਰਪਸ਼ਨ ਦੇ ਚਾਰजेस ਲਾਏ ਆ। ਇੰਟਰਵਿਊਅਰ ਨੂੰ ਪੁੱਛਦੀ ਵੀ ਕਿਹੜੀ ਕਰਪਸ਼ਨ ਦੀ ਗੱਲ ਕਰ ਰਹੇ ਉਹਦੇ ਕੋਲੇ ਇਸ ਗੱਲ ਦਾ ਜਵਾਬ ਨਹੀਂ ਹੈ ਐਂਡ ਉਹ ਕਹਿੰਦੇ ਤੇਰੇ ਕੋਲ ਪ੍ਰੂਫ ਹੈ ਕੋਈ ਐਂਡ ਸ਼ੀ ਸੇਜ਼ ਦਿਸ ਇਜ਼ 60 ਮਿੰਟਸ ਜਿਹੜਾ 60 ਮਿੰਟਸ ਪ੍ਰੋਗਰਾਮ ਹੈ ਤਰਨ ਬਹੁਤ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਹੈ ਮਾਈ ਗੈਸ ਵਨ ਆਫ ਦ ਬੈਸਟ ਪ੍ਰੋਗਰਾਮਸ ਉਹ ਕਹਿੰਦੀ ਦਿਸ ਇਜ਼ 60 ਮਿੰਟਸ ਇਹ ਤੇ ਜੇ ਤੇ ਕੋਈ ਫੈਕਟ ਹੈ ਕਦਾ ਗੱਲ ਅਦਰਵਾਈਜ਼ ਨਹੀਂ ਸੋ ਹੀ ਵਾਜ਼ ਇੰਗਲਿਸ਼ ਚ ਉਹਨੂੰ ਮੈਂ ਵਰਤਣ ਲੱਗਿਆ ਸ਼ਬਦ ਹੀ ਵਾਜ਼ pissed off and he left in between the ਜਿਹੜੀ ਹੈਗੀ ਆ ਉਹਦੇ ਵਿੱਚ ਇੰਟਰਵਿਊ ਬਹੁਤ ਔਖੇ ਨੇ ਜੀ ਪਰ ਜੇ ਇਹ ਗੱਲਾਂ ਹੋਈਆਂ ਕਿਉਂਕਿ ਚਲੋ ਟਰੰਪ ਸਾਹਿਬ ਨੂੰ ਕੀ ਫਰਕ ਆ ਜਦੋਂ ਇਨ ਕੇਸ ਉਹ ਹਾਰ ਗਏ ਤਾਂ ਜੇ 100 ਕੇਸ ਉਹਨਾਂ ਦੇ ਉਹਨਾਂ ਤੇ 101 ਹੋ ਜਾਏ ਕੋਈ ਐਸੀ ਗੱਲ ਨਹੀਂ ਹੈ ਪਰ ਇਹ ਗੱਲ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਪੇ ਕਰਨੀ ਪਵੇਗੀ ਜੇ ਅੱਜ ਕੁਝ ਸੁਧਾਰ ਜਾਂਦੇ ਆ ਇਹ ਗੱਲ ਦੇਖ ਲਿਓ ਜੇ ਅੱਜ ਟਰੰਪ ਸਾਹਿਬ ਪਿੱਛੇ ਰਹਿ ਜਾਂਦੇ ਡਿਬੇਟ ਦੇ ਵਿੱਚ ਤਾਂ CBS ਵਾਲੀ ਖਬਰ ਨੇ ਕੱਲ ਨੂੰ ਟੌਪ ਕਰਨਾ ਜੇ ਡਿਬੇਟ ਵਿੱਚ ਅੱਗੇ ਵੀ ਚਲੇ ਜਾਂਦੇ ਆ ਅੱਜ ਮਿਸਟਰ ਟਰੰਪ CBS ਵਾਲੀ ਖਬਰ ਨੇ ਫੇਰ ਟੌਪ ਕਰਨਾ ਬਿਲਕੁਲ ਇਹ ਮਿਸਟਰ ਟਰੰਪ ਦੀ ਟਾਈਮਿੰਗ ਰੋਂਗ ਟਾਈਮਿੰਗ ਹੈ ਉਹਨੂੰ ਇਹ ਹੁਣ ਨਹੀਂ ਸੀ ਕਰਨਾ ਚਾਹੀਦਾ ਐਸ ਸੰਡੇ ਨੂੰ ਆ ਜਾਣੀ ਹੈ ਲੋਕਾਂ ਨੇ ਸਾਰਿਆਂ ਨੇ ਦੇਖ ਲੈਣੀ ਹੈ ਹੁਣ ਉਹ ਕਹਿੰਦੇ ਮੈਂ ਅਨਐਡਿਟਡ ਕੀਤੀ ਹੈ ਦੈਟਸ ਫਾਈਨ CBS ਨੂੰ ਕੀ ਫਰਕ ਪੈਂਦਾ ਹੈਗਾ ਉਹਦੇ ਇਹ ਜਿਹੜੀ ਗੱਲ ਹੈਗੀ ਇਹਦੇ ਚ ਟਰੰਪ ਸਾਹਿਬ ਦੇ ਮੋਸਟਲੀ ਗੇਸ ਜਾਏਗੀ ਮੈਨੂੰ ਨਹੀਂ ਪਤਾ ਜਿਹੜੇ ਟਰੰਪ ਸਾਹਿਬ ਦੇ ਐਡਵਾਈਜ਼ਰ ਇਹ ਕਹਿ ਰਹੇ ਨੇ ਜਾਂ ਮਿਸਟਰ ਟਰੰਪ ਆਪਦੇ ਆਪ ਵੀ ਕਰ ਰਹੇ ਨੇ ਪਰ ਆਈ ਗੈਸ ਹੀ ਇਜ਼ ਗੋਇੰ ਟੂ ਬੀ ਅ ਲੂਜ਼ਰ ਔਨ ਦਿਸ ਇਸ਼ੂ ਬਿਲਕੁਲ ਜੀ ਤੇ ਅੱਜ ਦੀ ਜਿਹੜੀ ਸਪੀਚ ਉਹ ਵੀ ਡਿਬੇਟ ਜਿਹੜੀ ਉਹ ਵੀ ਦੇਖਣ ਲਾਇਕ ਹੋਏਗੀ ਤੇ ਨਾਲ ਹੀ ਕਹਿੰਦੇ ਕਿ ਇੱਕ ਥੋੜਾ ਜਿਹਾ ਹੋਰ ਇਸ ਵਕਤ ਮਿਸਟਰ ਬਾਈਡਨ ਨੂੰ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਹੈ ਮਿਸਟਰ ਓਬਾਮਾ ਵੀ ਉਹਨਾਂ ਦੇ ਪ੍ਰਚਾਰ ਵਿੱਚ ਉਤਰ ਆਏ ਨੇ ਕੱਲ ਤਰਨ ਫਸਟ ਟਾਈਮ ਆਏ ਮਿਸਟਰ ਓਬਾਮਾ ਉਹਨਾਂ ਨੇ ਪੈਂਸਿਲਵੇਨੀਆ ਦੇ ਵਿੱਚ ਜਾ ਕੇ ਇਹਦੀ ਕੀਤੀ ਹੈਗੀ ਆ ਔਰ 280 ਕਾਰਾਂ ਦਾ ਕੱਟ ਸੀਗਾ ਇਹ ਸਭ ਤੋਂ ਵੱਡਾ ਕੱਟ ਸੀਗਾ ਲੋਕੀ ਆਪਣੀ ਆਪਣੀ ਕਾਰਾਂ 'ਚ ਬੈਠੇ ਸੀਗੇ ਬਾਹਰ ਖੜੇ ਸੀ ਵੱਡੇ ਵੱਡੇ ਸਕਰੀਨ ਲਾਏ ਹੋਏ ਸੀ ਮਿਸਟਰ ਓਬਾਮਾ ਨੇ ਸਿੱਧਾ ਅਟੈਕਸ ਕੀਤੇ ਨੇ ਟਰੰਪ ਦੇ ਉੱਤੇ ਟਰੰਪ ਦੇ ਪਰਸਨੈਲਿਟੀ ਉੱਤੇ ਕੀਤੇ ਨੇ ਦਿਸ ਨੈਵਰ ਹੈਪਨ ਬਿਫੋਰ ਜਿਹੜਾ ਪੁਰਾਣਾ ਪ੍ਰੈਜ਼ੀਡੈਂਟ ਹੈ ਉਹ ਸਿਟਿੰਗ ਪ੍ਰੈਜ਼ੀਡੈਂਟ ਦੇ ਉੱਤੇ ਜਿਹੜੀ ਹੱਦ ਤੱਕ ਮਿਸਟਰ ਓਬਾਮਾ ਗਏ ਉਹ ਤੱਕ ਨਹੀਂ ਜਾਂਦਾ ਇਵੇਂ ਕਰੰਟ ਪ੍ਰੈਜ਼ੀਡੈਂਟ ਉਦੋਂ ਪਹਿਲੇ ਪ੍ਰੈਜ਼ੀਡੈਂਟ ਦੇ ਉੱਤੇ ਉਸ ਹੱਦ ਤੱਕ ਨਹੀਂ ਜਾਂਦਾ ਜਿਹੜੀ ਹੱਦ ਤੱਕ ਮਿਸਟਰ ਟਰੰਪ ਗਏ ਨੇ ਉਹਨੇ ਇਹ ਬਾਹਰ ਥੱਲੇ ਲਿਆਂਦੀ ਤੇ ਸਭ ਕੁਝ ਉਹਨੂੰ ਸੁਣਨਾ ਪਿਆ ਇਹ ਗੱਲ ਵੀ ਕੀਤੀ ਗਈ ਹੈ ਕਿ ਕਰੋਨਾ ਵਾਇਰਸ ਤਾਂ ਆਪ ਦੇ ਉੱਤੇ ਨਹੀਂ ਮੈਂ ਸਾਂਭ ਸਕਿਆ ਤੇ ਬਾਕੀਆਂ ਨੂੰ ਕੀ ਕਹਿਣਾ ਸੋ ਮਿਸਟਰ ਜਿਹੜਾ ਓਬਾਮਾ ਉਹਨਾਂ ਨੇ ਬੜੇ ਸਖਤ ਸ਼ਬਦ ਬੜਾ ਲੰਬਾ ਉਹ ਤਰਨ ਦੇਖਣ ਵਾਲੀ ਹੈ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਉਹਦੇ ਹਿੱਸੇ ਦੇਖਦੇ ਹੋ ਤਾਂ ਪਿੱਛੇ ਬਹੁਤ ਲਾਈਟ ਹੈ ਮੀਨ ਦਿਨ ਹੈਗਾ ਜਦੋਂ ਖਤਮ ਕਰਦਾ ਤਾਂ ਹਨੇਰਾ ਹੋ ਗਿਆ ਪਿੱਛੇ ਇੰਨੀ ਲੰਬੀ ਸਪੀਚ ਹੈਗੀ ਔਰ ਲੋਕੀ ਹੌਰਨ ਮਾਰ ਰਹੇ ਬਸ ਇਟਸ ਹੌਂਕਿੰਗ ਹੈ ਵੀ ਹੱਕ ਦੇ ਵਿੱਚ ਮਾਰ ਰਿਹਾ ਸੋ ਮਿਸਟਰ ਓਬਾਮਾ ਵੀਕਐਂਡ ਦੇ ਉੱਤੇ ਫਲੋਰੀਡਾ ਜਾ ਰਿਹਾ ਜੀ ਫਲੋਰੀਡਾ ਇੱਕ ਬੜੀ ਐਸੀ ਸਟੇਟ ਹੈਗੀ ਹੈ ਜਿਹੜੀ ਬੜੀ ਕਾਂਟੇ ਦੀ ਟੱਕਰ ਉੱਥੇ ਦੇਖੋ ਕੀ ਹੁੰਦਾ ਜੀ ਬਿਲਕੁਲ ਜੀ ਤੇ ਸਰ ਇਸ ਤੋਂ ਬਾਅਦ ਨਾਲ ਦੀ ਇੱਕ ਖਬਰ ਅਜਿਹੀ ਵੀ ਹੈ ਕਿ ਆਪਾਂ ਵਾਰ-ਵਾਰ ਕਹਿ ਰਹੇ ਸੀ ਪਿਛਲੀ ਵਾਰੀ ਇਲੈਕਸ਼ਨਸ ਦੇ ਵਿੱਚ ਵੀ ਰਸ਼ੀਆ ਦੀ ਦਖਲਅੰਦਾਜ਼ੀ ਦੀ ਗੱਲ ਬਹੁਤ ਜ਼ਿਆਦਾ ਹਾਈਲਾਈਟ ਹੋਈ ਸੀ ਕਿ ਇਲੈਕਸ਼ਨਸ ਨੂੰ ਪ੍ਰਭਾਵਿਤ ਕੀਤਾ ਇਸ ਵਾਰ ਵੀ ਈਰਾਨ ਤੇ ਰਸ਼ੀਆ ਦੇ ਉੱਤੇ ਜਿਹੜਾ ਅਧਿਕਾਰੀ ਖਾਸ ਤੌਰ ਤੇ ਸ਼ਿਕੰਜਾ ਕੱਸਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਕਾਫੀ ਤਾੜਨਾ ਕੀਤੀ ਜਾ ਰਹੀ ਹੈ ਓਕੇ ਤੁਸੀਂ ਕਹੋਗੇ ਮੈਂ ਆਪਾਂ ਪੋਲਿਟਿਕਸ ਦੇ ਪਿੱਛੇ ਦੀ ਗੱਲ ਕਰ ਰਹੇ ਹਾਂ ਕੱਲ ਇਹ ਨਿਊਜ਼ ਕਦੋਂ ਆਈ ਹੈ ਮਿਸਟਰ ਓਬਾਮਾ ਨੇ ਕੱਲ ਸਾਰੀਆਂ ਹੈਡਲਾਈਨ ਨਿਊਜ਼ ਸ਼ਾਮ ਦੀਆਂ ਕਵਰ ਕਰਤੀਆਂ ਠੀਕ ਹੈ ਹਰ ਇੱਕ ਜਿਹੜਾ ਚੈਨਲ ਆ ਹਰ ਇੱਕ ਰੇਡੀਓ ਸਟੇਸ਼ਨ ਆ ਹਰ ਇੱਕ ਨੇ ਮਿਸਟਰ ਓਬਾਮਾ ਦੀ ਖਬਰ ਦਿੱਤੀ ਹੈ ਓਬਾਮਾ ਨੇ ਕੀ ਕੁਝ ਕਿਹਾ ਹਾਈਲਾਈਟਸ ਬਣਾ ਕੇ ਦਿੱਤਾ ਹੁਣ ਟੈਕਲ ਕਿਵੇਂ ਕਰਨਾ ਸੀਗਾ ਕਿਵੇਂ ਟੈਕਲ ਕਰੋਗੇ ਵਾਈਟ ਹਾਊਸ ਨੂੰ ਕੋਈ ਚੀਜ਼ ਐਸੀ ਚਾਹੀਦੀ ਹੈ ਬਈ ਉਸ ਦੇ ਤੋਂ ਵੱਡੀ ਖਬਰ ਚਾਹੀਦੀ ਹੈ ਉਸ ਨੂੰ ਟੈਕਲ ਕਰਨ ਵਾਸਤੇ ਉਸ ਤੋਂ 2 ਘੰਟੇ ਬਾਅਦ ਵਾਈਟ ਹਾਊਸ ਤੇ ਜਿਹੜਾ ਕੋਈ ਸਿਕਿਉਰਿਟੀ ਦਾ ਕੰਸਰਨ ਵੀ ਹੈ ਜਿਹੜੇ ਬੰਦੇ ਦਾ ਉਹ ਬੰਦਾ ਆ ਕੇ ਕਹਿ ਰਿਹਾ ਈਰਾਨ ਨੇ ਕੀਤੀ ਹੈਗੀ ਆ ਉਹ ਹੈਗੇ ਨੇ ਕਿਹੜੇ ਬੈਡ ਬॉयਜ਼ ਸਮਥਿੰਗ ਲਾਈਕ ਦੈਟ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਵੋਟ ਪਾਓ ਜੇ ਟਰੰਪ ਨੂੰ ਵੋਟ ਨਹੀਂ ਪਾਓਗੇ ਤਾਂ ਅਸੀਂ ਤੁਹਾਡੇ ਮਗਰ ਆਵਾਂਗੇ ਮੇਰੀ ਗੱਲ ਤਾਂ ਇਹ ਹੈ ਜੇ ਗੱਲ ਕਹੀ ਹੈ ਟਰੰਪ ਨਾਲ ਕੀ ਤਾਲੁਕ ਹੈ ਇਸ ਚੀਜ਼ ਦਾ ਟਰੰਪ ਨਾਲ ਤਾਂ ਕੋਈ ਤਾਲੁਕ ਨਹੀਂ ਹੈ ਪਰ ਵੱਡੀ ਖਬਰ ਹੋਣ ਵਾਸਤੇ ਉਹਨਾਂ ਨੇ ਇਹ ਐਡੀ ਖਬਰ ਕੀਤੀ ਹੈ ਔਰ ਅੱਜ ਓਬਾਮੇ ਦੀ ਖਬਰ ਦੇ ਨਾਲ ਉਹ ਖਬਰ ਚੱਲ ਰਹੀ ਹੈ ਬਰਾਬਰ ਦੀ ਖਬਰ ਐਸੀ ਆ ਰਹੀ ਹੈ ਕਿ ਲੋਕਾਂ ਦਾ ਧਿਆਨ ਓਬਾਮੇ ਦੇ ਨਾਲ ਹਟ ਕੇ ਦੂਜੇ ਪਾਸੇ ਜਾਵੇ ਮੇਰਾ ਖਿਆਲ ਇਹ ਹੈ ਜੇ ਦਰਸ਼ਕਾਂ ਨੂੰ ਕੁਝ ਹੋਰ ਲੱਗਦਾ ਤਾਂ ਤੁਸੀਂ ਸਾਨੂੰ ਇਹ ਕਾਲ ਕਰਕੇ ਦੱਸ ਸਕਦੇ ਮੈਨੂੰ ਪਤਾ ਤੁਹਾਡੇ ਚ ਬਹੁਤ ਹੈਗੇ ਨੇ ਟਰੰਪ ਦੇ ਸਪੋਰਟਰ ਹਾਂਜੀ ਉਹਨਾਂ ਨਾਲ ਗੱਲ ਕਰ ਲਈਏ ਹੈਲੋ ਤਰਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
ਗੁੱਡ ਈਵਨਿੰਗ ਜੀ, ਗੋਲਡੀ ਬੋਲ ਰਿਹਾ ਸੀ ਜੀ। ਕੰਟੀਨਿਊ ਤੁਹਾਨੂੰ। ਹਾਂਜੀ, ਥੈਂਕ ਯੂ ਜੀ। ਹਾਂਜੀ ਪਰ ਭਾਜੀ ਪਹਿਲੀ ਗੱਲ ਤਾਂ ਜੀ ਜਿਹੜੀ ਤੁਹਾਡੀ ਗੱਲ ਆ ਮੈਂ ਬਿਲਕੁਲ ਸਹਿਮਤ ਹਾਂ ਜੀ। ਸਿਰਫ ਇੱਕ ਓਬਾਮਾ ਨੇ ਜਿਹੜੀ ਕੱਲ ਗੁੱਡ ਸਪੀਚ ਦਿੱਤੀ ਆ, ਜੋ ਵੀ ਉਹਨੇ ਕੰਮ ਕੀਤਾ ਉਹਨੂੰ ਇੱਕ ਢਕਣ ਲਈ ਜਾਂ ਪਰਦਾ ਪਾਉਣ ਲਈ ਆਪਾਂ ਕਹਿ ਦਿੰਦੇ ਹਾਂ ਵੀ ਜਿਹੜਾ ਸਿਆਸੀ ਪ੍ਰਾਪੇਗੰਡਾ ਦੀ ਜਿਹੜਾ ਮੋਦੀ ਇਹਦੇ ਹੱਥ ਦੇ ਵਿੱਚ ਹੱਥ ਫੜਾ ਗਿਆ ਇਹਦੇ, ਤੇ ਜੋ ਤੂੰ ਕਰਨਾ ਮੈਂ ਏਦਾਂ ਹੀ ਕਰਨਾ, ਵੀ ਜਿਹੜਾ ਵੀ ਕੋਈ ਬਟਨ ਦੱਬਣਾ। ਇੰਡੀਆ ਵੀ ਜਿੱਦਾਂ ਵੋਟ ਜਿਹੜੀ ਵੀ ਮਰਜ਼ੀ ਦੱਬਦੇ ਸੀ, ਯੂਪੀ ਦੇ ਵਿੱਚ ਵੋਟ BJP ਨੂੰ ਜਾਂਦੀ ਸੀ, ਤੇ ਉਹੀ ਹਾਲ ਅਮਰੀਕਾ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਹੈਗੀ ਆ ਕਿ ਤੁਸੀਂ ਜੋ ਮਰਜ਼ੀ ਕਰ ਲਓ, ਟਰੰਪ ਨੇ ਫਿਰ ਆਣਾ ਹੀ ਆਣਾ ਹੈਗਾ ਆ। ਠੀਕ ਹੈ ਜੀ, ਕਿਉਂਕਿ ਉੱਥੇ ਜਿਹੜਾ ਵੋਟਿੰਗ ਦਾ ਜਿਹੜਾ ਸਿਸਟਮ ਆ 17 ਮਿਲੀਅਨ 18 ਮਿਲੀਅਨ ਜਿਹੜੀ ਵੋਟ ਆ ਉਹ ਆਲਰੇਡੀ ਜਿਹੜੀ ਆ ਪੋਸਟ ਰਾਹੀਂ ਪੈ ਚੁੱਕੀ ਆ। ਔਰ ਉੱਥੇ ਬਹੁਤ ਹੀ ਵੱਡੇ ਪੱਧਰ ਦੇ ਜਿਹੜਾ ਇੱਕ ਕਰੋਨਾ ਦਾ ਫਾਇਦਾ ਜਿਹੜਾ ਆ ਕਹਿ ਦਿਓ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਇਸ ਵੇਲੇ ਉਹ ਟਰੰਪ ਨੂੰ ਜਾਂਦਾ ਦਿਖ ਰਿਹਾ। ਜਿੱਥੇ ਤੱਕ ਮੇਰੀ ਆਪਣੀ ਜੋ ਮੈਂ ਦੇਖਦਾ ਆ ਰੋਜ਼, ਜੋ ਉੱਥੇ ਸੁਣਦੇ ਆ, ਜੋ ਕੈਲੀਫੋਰਨੀਆ ਜਿੰਨਾ ਫਰੈਂਡ ਸਰਕਲ ਹੈਗਾ ਸਾਰਿਆਂ ਨੂੰ, ਇਹੀ ਗੱਲ ਜਿਹੜੀ ਉੱਥੇ ਅਰਦਾਸ ਕਰਨ ਦੀ ਕਾਰਨ ਉਹਨਾਂ ਦੀ ਗੱਲ ਦੇਖੋ, ਅਸੀਂ ਸਾਰੇ ਰਿਸਪੈਕਟ ਕਰਦੇ ਹਾਂ ਅਰਦਾਸ ਕਿਉਂ ਕੀਤੀ ਜਾਂਦੀ ਆ। ਸਾਡੇ ਲੋਕਾਂ ਦਾ ਇਹ ਸ਼ੁਰੂ ਤੋਂ ਇਹ ਗੱਲ ਰਿਹਾ ਕਿ ਜਿੱਦ ਤੱਕ ਕਿਹਾ ਸੀ ਵੀ ਹਾਂ ਵੀ ਨਹੀਂ ਵੀ ਕੋਈ ਵੀ ਚੀਜ਼ ਅਸੀਂ ਆਪਣੇ ਆਪ ਨੂੰ ਮੋਹਰੇ ਰੱਖਣ ਲਈ ਇਹ ਵੇਲੇ ਸੋਚਦੇ ਨਹੀਂ ਹੈਗੇ ਅਸੀਂ ਕੀ ਕਰ ਰਹੇ ਹਾਂ। ਠੀਕ ਹੈ ਜੀ, ਸਿਰਫ ਆਪਣੇ 3-4 ਬੰਦੇ ਹੁੰਦੇ ਆ ਵੀ ਨਹੀਂ ਹਾਂ ਵੀ ਸ਼ਾਇਦ ਸਾਡੀ ਟਰੰਪ ਨਾਲ ਪਤਾ ਨਹੀਂ ਉਹਨੇ ਸਾਡੇ ਫੋਟੋ ਉਹਨੇ ਬਾਹਰ ਰੱਖ ਲੈਣੀ ਆ, ਤੇ ਪਤਾ ਨਹੀਂ ਅਸੀਂ ਅਮਰੀਕਾ ਦਾ ਪਤਾ ਨਹੀਂ ਵਾਈਟ ਹਾਊਸ ਦਾ ਸਾਨੂੰ ਕੀ ਬਣਾ ਦੇਣਾ ਆ। ਤੇ ਉਹ ਚੀਜ਼ ਨੂੰ ਸਾਡੇ ਲੋਕਾਂ ਨੂੰ ਹਾਲੇ ਵੀ ਨਹੀਂ ਸਮਝ ਆ ਰਹੀ ਵੀ ਅਰਦਾਸ ਦਾ ਮਤਲਬ ਕੀ ਹੁੰਦਾ, ਅਰਦਾਸ ਕਿਉਂ ਕੀਤੀ ਜਾਂਦੀ ਆ। ਠੀਕ ਹੈ ਨਾ, ਉਹ ਜਦੋਂ ਤੱਕ ਅਸੀਂ ਆਪਣੇ ਆਪ ਦੇ ਵਿੱਚ ਨਹੀਂ ਗਲਤੀ ਕੱਢਾਂਗੇ, ਅਸੀਂ ਦੂਜੇ ਨੂੰ ਗਲਤ ਕਹਿਣ ਦੇ ਹੱਕਦਾਰ ਨਹੀਂ ਹੈ ਕਿ ਸਾਡੇ ਬੰਦਿਆਂ ਕੋਈ ਗਲਤੀ ਹੋਈ ਆ ਕੱਲ। ਠੀਕ ਹੈ ਨਾ, ਜਦੋਂ ਤੱਕ ਕੋਈ ਵੀ ਉਹ ਸੰਸਥਾ ਜਿਹੜੀ ਕੋਈ ਵੀ ਚੀਜ਼ ਆ ਉਹ ਮੰਨੇਗੀ ਨਹੀਂ, ਅਸੀਂ ਵੀ ਹਾਂ ਉਹ ਤਾਂ ਕਹਿੰਦੇ ਵੀ ਨਹੀਂ ਜੀ ਇੰਨਾ ਘਟਾਓ ਆ ਸਾਨੂੰ ਟਾਈਮ ਮਿਲਿਆ ਕਿ ਇੰਨੀ ਜਗ੍ਹਾ ਤੇ ਵੱਡੀ ਤੇ ਅਰਦਾਸ ਕਰਨ ਦਾ ਟਾਈਮ ਮਿਲਿਆ। ਉਹ ਚੀਜ਼ਾਂ ਨਹੀਂ ਹੈ ਕਿ ਸਾਡਾ ਧਰਮ ਹਾਲੇ ਵੀ ਜੇ ਲੋਕਾਂ ਨੇ ਨਹੀਂ ਸੁਣਿਆ ਸਮਝਿਆ ਕਿ ਸਾਡੀ ਬਾਣੀ ਕਿੱਡੀ ਵੱਡੀ ਆ, ਕੀ ਚੀਜ਼ ਆ, ਸਾਨੂੰ ਕੀ ਸਿੱਖਿਆ ਲੈਣੀ ਚਾਹੀਦੀ ਆ, ਫਿਰ ਤਾਂ ਕੋਈ ਗੱਲ। ਇੰਨੇ IPTV ਬਾਕਸ ਦੇ ਉੱਤੇ ਇੰਨੇ ਚੈਨਲ ਚੱਲਦੇ ਆ, ਇੰਨੇ ਉਹਦੇ ਤੇ ਕਥਾਵਾਚਕ ਬੈਠੇ ਹੁੰਦੇ ਆ, ਤੁਸੀਂ ਹਾਲੇ ਵੀ ਟਾਈਮ ਹੁੰਦਾ ਕੇਵਲ 15-20 ਮਿੰਟ ਕਿਸੇ ਵੀ ਕਥਾਵਾਚਕ ਨੂੰ ਤੁਸੀਂ ਸੁਣ ਲਓ। ਅੱਜ ਕੱਲ੍ਹ ਟੈਕਨੋਲੋਜੀ ਬਹੁਤ ਵਧੀਆ ਚੱਲ ਰਹੀ ਆ। ਠੀਕ ਹੈ ਨਾ, ਸ਼ਾਮ ਨੂੰ ਹਮਦਰਦ ਤੇ ਪ੍ਰੋਗਰਾਮ ਜ਼ਰੂਰ ਦੇਖੋ, 5-10 ਮਿੰਟ ਤੁਹਾਡਾ ਮਾਈਂਡ ਹੋਰ ਪਾਸੇ ਜਾਂਦਾ, ਗੱਲਬਾਤ ਕੋਈ ਸੁਣਨ ਨੂੰ ਚੰਗੀ ਮਿਲਦੀ ਆ। ਕਰਨ ਜੀ ਗੱਲ ਇਹ ਆ ਕਿ ਅਸੀਂ ਇਹਨਾਂ ਗੱਲਾਂ ਨੂੰ ਕੇਵਲ ਨਾ, ਹੁਣ ਮੈਂ ਇੱਕ ਗੱਲ ਸਾਫ਼ ਕਹਿ ਦਾਂਗਾ ਇੱਥੇ, ਇਹ ਵੀ ਕਹਿ ਦਾਂਗਾ ਮੈਨੂੰ ਕੋਈ ਡਰ ਨਹੀਂ ਹੈਗਾ। ਕੱਲ ਨੂੰ ਟਰੰਪ ਨੇ ਹਮਦਰਦ ਵਾਲਿਆਂ ਨੂੰ ਭੁੱਲਰ ਸਾਹਿਬ ਨੂੰ ਫੋਨ ਕਰ ਵੀ ਦਿੱਤਾ ਨਾ, ਭੁੱਲਰ ਸਾਹਿਬ ਹਮਦਰਦ ਇਜ਼ ਨੰਬਰ 1। ਠੀਕ ਹੈ ਨਾ, ਉੱਥੇ ਕਿਤੇ ਅਸੀਂ ਵੀ ਪਹਿਲੇ ਪੇਜ ਤੇ ਫੋਟੋ ਛਾਪ ਦੇਣੀ ਹੈ, ਅਰਦਾਸ ਵਾਲੀ ਕੋਈ ਵੀ ਗੱਲ ਅਸੀਂ ਵੀ ਭੁੱਲ ਜਾਣੀ ਆ। ਠੀਕ ਹੈ ਜੀ, ਥੈਂਕ ਯੂ। ਫਿਰ ਹਮਦਰਦ ਜੀ ਇਸ ਮੌਕੇ ਤੇ ਅਰਦਾਸ ਕਰੇਗਾ ਪਰ ਸ਼ੂਜ਼ ਉਤਾਰ ਕੇ ਹੀ ਕਰੇਗਾ। ਹਾਂ ਨਹੀਂ ਦੇਖੋ ਜੀ, ਉਹਨੇ ਸ਼ੂ ਕੀ ਉਹਨੇ ਤਾਂ ਮਾਸਕ ਨਹੀਂ ਕਦੇ ਪਾ ਕੇ ਲਾਇਆ, ਉਹਨੇ ਅਰਦਾਸ ਸ਼ੂ ਲਾ ਕੇ ਕੀ ਕਰਨੀ ਹੈ। ਥੈਂਕ ਯੂ। ਚਲੋ ਜੀ, ਇਹ ਤਾਂ ਮਤਲਬ ਇੱਕ ਸਿਆਸੀ ਹੈਗਾ ਜਿਹੜਾ ਮੈਂ ਜਿਹੜੀ ਗੱਲ ਮੈਂ ਨੱਟ ਸਾਹਿਬ ਨਾਲ ਫੇਰ ਕਹਿ ਰਿਹਾ ਪੂਰੀ ਤਰ੍ਹਾਂ ਸਹਿਮਤ ਹਾਂ ਵੀ ਜਿਹੜੀ ਕੋਈ ਗੱਲ ਨੂੰ ਪੜਦਾ ਪਾਉਣ ਲਈ ਕੱਲ ਇੰਨੀ ਉਹ ਬੰਦੇ ਨੇ ਸਪੀਚ ਵਧੀਆ ਇਹਨਾਂ ਲੋਕਾਂ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਔਰ ਬੜੇ ਚੰਗੇ ਤਰੀਕੇ ਨਾਲ ਆਪਣੇ ਲੋਕਾਂ ਨੇ ਸਾਰੇ ਇਕੱਠੀਆਂ ਵਿੱਚ ਬੈਠ ਕੇ ਚੰਗੀ ਸਕਰੀਨ ਤੇ ਸੁਣਿਆ। ਤੇ ਜੇ ਕੋਈ ਏਦਾਂ ਦਾ ਚੀਜ਼ ਜਿਹੜਾ ਦੇਖੋ ਇੰਨਾ ਟਾਈਮ ਉਹ ਕੱਟ ਕੇ ਗਿਆ, ਵਧੀਆ ਕੱਟ ਕੇ ਗਿਆ, ਬਿਨਾਂ ਰੌਲੇ ਗੋਲੇ ਤੋਂ ਕੱਟ ਗਿਆ। ਪਰ ਇਹ ਤਾਂ ਦੇਖੋ ਜੀ ਮੈਨੂੰ ਤਾਂ ਇੱਕ ਇੱਥੇ ਸਿੰਪਲ ਸਟੋਰੀ ਹੈ, ਜੋ ਜਿਹਨੇ ਮੋਦੀ ਦਾ ਹੱਥ ਫੜ ਲਿਆ, ਠੀਕ ਹੈ ਜੀ, ਉਹਨੇ ਕੁਛ ਨਾ ਕੁਛ ਕਾਰਾ ਕਰਨਾ ਹੀ ਆ, ਸਿੰਪਲ ਸਟੋਰੀ ਹੈ। ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਡੇ ਨਾਲ, ਥੈਂਕ ਯੂ ਸੋ ਮਚ। ਇੱਕ ਗੱਲ ਮਿਸਟਰ ਓਬਾਮਾ ਨੇ ਹੋਰ ਕਹੀ ਹੈ, ਮੈਂ ਆਪਾਂ ਫਿਰ ਗੱਲ ਲੰਬੀ ਹੋ ਜਾਂਦੀ ਹੈ। ਮਿਸਟਰ ਟਰੰਪ ਜੌਬ 'ਚ ਮੈਚਿਓਰ ਨਹੀਂ ਹੈ। ਤੁਸੀਂ ਪਹਿਲੇ ਦਿਨ ਕੰਮ ਸ਼ੁਰੂ ਕਰਦੇ ਹੋ ਪਤਾ ਨਹੀਂ ਹੁੰਦਾ, ਤੁਸੀਂ ਜਿਉਂ ਕੰਮ ਚ ਕਰਦੇ ਜਾਂਦੇ ਤੇ ਉਹ ਤੋਂ ਪਰਪੱਕ ਹੁੰਦੇ ਜਾਂਦੇ ਤੁਸੀਂ। ਤੇ ਮਿਸਟਰ ਟਰੰਪ ਸਮਾਂ ਪੁੱਠੇ ਪਾਸੇ ਨੂੰ ਗਏ ਆ। ਇੱਕ ਸਿਆਣਾ ਜਿਹਨੂੰ ਸਟੇਟਸਮੈਨ ਵਰਡ ਹੈਗਾ ਇੰਗਲਿਸ਼ ਦੇ ਵਿੱਚ, ਮੇਰੇ ਖਿਆਲ ਉਹਦਾ ਬਰਾਬਰ ਦਾ ਸ਼ਬਦ ਮੈਨੂੰ ਕਿਤੇ ਹੋਰ ਥਾਂ ਨਹੀਂ ਮਿਲਿਆ। ਤੁਸੀਂ ਸਟੇਟਸਮੈਨ ਤਾਂ ਹੀ ਹੋਵੋਗੇ ਜੇ ਤੁਸੀਂ ਉਸ ਜੌਬ ਨੂੰ ਸੀਰੀਅਸਲੀ ਲਓਗੇ। ਦੈਟਸ ਮਿਸਟਰ ਓਬਾਮਾ ਸੈਡ ਕਿ ਉਹਨੇ ਇਸ ਜੌਬ ਨੂੰ ਸੀਰੀਅਸਲੀ ਲਿਆ ਹੀ ਨਹੀਂ ਹੈ। ਉਹਨੇ
ਉਹਦੇ ਦੈਟਸ ਅ ਪੋਲੀਟੀਕਲ ਸਟੇਟਮੈਂਟ। ਉਹਨੇ ਕਿਹਾ ਅਮਰੀਕਨਸ ਦਾ ਫਾਇਦਾ ਨਹੀਂ ਕੀਤਾ, ਉਹਨੇ ਆਪਣੇ ਪਰਿਵਾਰ ਦਾ, ਆਪਣੇ ਦੋਸਤਾਂ ਮਿੱਤਰਾਂ ਦਾ ਕੀਤਾ। ਇਹ ਗੱਲ ਠੀਕ ਹੈ, ਅਮਰੀਕਨਸ ਦਾ ਹੋ ਸਕਦਾ ਫਾਇਦਾ ਕੀਤਾ ਹੋਵੇ, ਇਕਨੋਮੀ 'ਚ ਕੁਛ ਹੋਇਆ ਹੋਵੇ, ਕੁਛ ਹੋਇਆ ਹੋਵੇ, ਜ਼ਰੂਰ ਹੋਇਆ ਹੋਵੇਗਾ। ਪਰ ਮਿਸਟਰ ਟਰੰਪ ਹੈ ਜਿਹੜੇ, ਫਰੈਂਕਲੀ ਉਹ ਇਸ ਜੌਬ ਨੂੰ ਕਰਦੇ ਕਰਦੇ ਮੈਚਿਓਰ ਨਹੀਂ ਹੋਏ। ਹੀ ਡਜ਼ਨਟ ਲੁੱਕ ਲਾਈਕ ਹੀ ਇਜ਼ ਅ ਮੈਚਿਓਰ president and he is fit for the job as well. That's my intake on this. ਬਿਲਕੁਲ ਜੀ, ਤੇ ਸਮਾਂ ਵੀ ਕਾਫੀ ਜਿਹੜਾ ਆ ਘੱਟ ਰਹਿ ਗਿਆ ਇਲੈਕਸ਼ਨਸ ਦੇ ਵਿੱਚ, ਤੇ ਆਖਰੀ ਡਿਬੇਟ ਆ। ਦੇਖੋ ਹੁਣ ਕਿ ਹਰ ਕੋਈ ਬੜਾ ਨਾਪ ਤੋਲ ਕੇ ਬੋਲਦਾ ਹੋਇਆ ਨਜ਼ਰ ਆਏਗਾ ਕਿ ਕਿਤੇ ਸਾਡੇ ਮੂੰਹੋਂ ਕੋਈ ਇਹੋ ਜਿਹਾ ਸ਼ਬਦ ਨਾ ਨਿਕਲ ਜੇ ਕਿ ਕੱਲ ਨੂੰ ਸਾਡੇ ਤੇ ਭਾਰੀ ਪੈ ਜੇ। ਨਹੀਂ ਜੀ, ਟਰੰਪ ਸਾਹਿਬ ਨੂੰ ਛੱਡ ਕੇ ਬਾਈਡਨ ਸੋਚ ਕੇ, ਅੱਛਾ ਇਹਦੇ ਚ ਜਿਹੜੀ ਹੁਣ ਮਿਊਟ ਕਰਨਾ, ਮੈਂ ਮਾੜੀ ਜਿਹੀ ਗੱਲ ਹੋਰ ਲਾ ਦਿਆਂ, ਜਿਹੜਾ ਮਿਊਟ ਬਟਨ ਆ ਉਹਦੇ ਵਿੱਚ ਆਪਾਂ ਨੂੰ ਬਾਕੀਆਂ ਨੂੰ ਦੇਖਣ ਨੂੰ ਇਉਂ ਲੱਗਦਾ ਕਿ ਮਿਸਟਰ ਬਾਈਡਨ ਨੂੰ ਫਾਇਦਾ ਹੋਏਗਾ। ਇਹ ਜ਼ਰੂਰੀ ਨਹੀਂ। ਰੀਜ਼ਨ ਕਿਉਂ? ਦੋਨਾਂ ਦਾ ਫਰਕ 15 ਫੁੱਟ ਦਾ, ਠੀਕ ਹੈ। ਬਟਨ ਮਿਊਟ ਕਰਤਾ ਨਾ, ਪਰ ਬਾਈਡਨ ਨੂੰ ਤਾਂ ਸੌਂਡਿਆ ਹੋ ਜਾ, ਉਹ ਉਨੀ ਦੇਰ ਚਲੀ ਜਾ ਰਿਹਾ। ਅੱਜ ਫਿਰ ਆਪਾਂ ਖਬਰਾਂ ਪਿੱਛੇ ਜਾ ਕੇ ਗੱਲ ਕਰਦੇ ਹਾਂ। ਮੈਂ ਇੱਕ ਥਾਂ ਤੇ ਪੜ੍ਹਨ ਲੱਗਿਆ ਸੀਗਾ ਵੀ ਇਹ ਜਿਵੇਂ ਆਪਾਂ ਦੱਸੇ ਤਿਆਰੀ ਕਰਦੇ ਆ, ਜਿਹੜੀ ਅੱਜ ਤਿਆਰੀ ਆ ਬਾਈਡਨ ਸਾਹਿਬ ਦੀ ਤਿਆਰੀ ਇਸ ਬੇਸ ਤੇ ਹੋ ਰਹੀ ਸੀ ਕਿ ਬਾਈਡਨ ਸਾਹਿਬ ਜਿਹੜਾ ਟਰੰਪ ਬਣਿਆ ਹੋਇਆ ਉਹਨਾਂ ਦੇ ਨਾਲ ਪ੍ਰੈਕਟਿਸ ਵਾਸਤੇ, ਉਹਦੀ ਗੱਲ ਨੂੰ ਇਗਨੋਰ ਕਰੇ, ਆਪਦਾ ਸੁਨੇਹਾ ਅੱਗੇ ਦੇ ਰਿਹਾ ਕਿ ਨਹੀਂ, ਜਿਹੜਾ ਕੁਐਸਚਨ ਕੀਤਾ ਜਾ ਰਿਹਾ ਉਹਦਾ ਜਵਾਬ ਦੇ ਰਿਹਾ ਕਿ ਨਹੀਂ। ਅੱਜ ਇਹ ਪ੍ਰੈਕਟਿਸ ਹੋਈ ਹੋਈ ਹੈ। ਬਾਈਡਨ ਸਾਹਿਬ 'ਚ ਸਿਰਫ ਇੱਕ ਨੁਕਸ ਆ ਜਾਂਦਾ ਹੈ, ਬਾਈਡਨ ਸਾਹਿਬ ਨੂੰ ਹੱਕ ਪੈਂਦੀ ਹੈ। ਬਹੁਤ ਛੋਟੇ ਹੁੰਦੇ ਨੂੰ ਪੈਂਦੀ ਸੀ, ਪਰ ਉਹਨੇ ਆਦਾ ਉਸ ਤੇ ਆਪਾਂ ਹੁਣ ਜਦੋਂ ਕਿਤੇ ਬੋਲਦਾ ਕਿਤੇ ਨਾ ਕਿਤੇ ਸਟਟਰ ਕਰਦਾ, ਅੜਕ ਜਾਂਦਾ। ਇਸ ਗੱਲ ਦਾ ਕਈ ਵਾਰੀ ਟਰੰਪ ਫਾਇਦਾ ਲੈ ਜਾਂਦਾ ਕਿ ਉਹ ਆਪਦਾ ਉੱਚੀ ਬੋਲੀ ਜਾ ਰਿਹਾ, ਉਹ ਆਈਡੀਆਜ਼ ਤੋਂ ਮੁੱਕਿਆ ਨਹੀਂ ਹੁੰਦਾ ਉਸ ਵੇਲੇ, ਉਹਨੂੰ ਹੱਕ ਪਈ ਹੁੰਦੀ ਹੈਗੀ ਆ। ਹਾਂ, ਅੱਜ ਜੇ ਉਹ ਟਰੰਪ ਨੂੰ ਕੰਨ 'ਚ ਜਿਹੜਾ ਪੈ ਰਿਹਾ ਉਹਨੂੰ ਇਗਨੋਰ ਕਰ ਜਾਂਦਾ ਤਾਂ ਬਾਈਡਨ ਦੇ ਹੱਕ ਵਿੱਚ ਗੱਲ ਜਾਵੇ ਜੀ। ਅਦਰਵਾਈਜ਼ ਟਰੰਪ ਦੀ ਇਹ ਇਜ਼ ਗੋਇੰ ਟੂ ਬੀ ਵੈਰੀ ਅਗਰੈਸਿਵ। ਇਹ ਉਹਦਾ ਲਾਸਟ ਸ਼ੋਅ ਹੈ ਔਰ ਉਹਨੂੰ ਪਤਾ ਵਾ ਮੈਂ ਹਾਰ ਰਿਹਾ ਤੇ ਇਦੋਂ ਹੋਰ ਰੋ ਮੈਂ ਕੀ ਚਲਾ ਜਾਊਂਗਾ। ਹੁਣ ਇਹ ਗੱਲ ਹੈਗੀ ਆ। ਸੋ ਹੀ ਹੈਜ਼ ਨਥਿੰਗ ਟੂ ਡੂ, ਹੀ ਹੈਜ਼ ਟੂ ਗੇਨ ਇਨ ਦਿਸ ਥਿੰਗ। ਲੈਟਸ ਸੀ, ਇਟਸ ਗੋਇੰ ਟੂ ਬੀ ਵੈਰੀ 9 ਵਜੇ ਆਉਣੀ ਹੈ ਜੀ। It's going to be very 1.5 ਘੰਟੇ ਦੀ ਹੈ। ਬਿਲਕੁਲ ਜੀ। I'm very interested. I love politics. ਸਪੈਸ਼ਲੀ ਜਦੋਂ ਟਰੰਪ ਸਾਹਿਬ ਨਾਲ ਸੰਬੰਧਿਤ ਨਹੀਂ ਕਿਸੇ ਦੀ ਹੋਵੇ ਜੀ, ਪਰ ਹਾਂ ਆਪਣੇ, ਕਿਉਂਕਿ ਦੇਖੋ ਕਿੰਨਾ ਵੱਡਾ ਮੁਲਕ ਹੈ ਜੀ, ਸਾਰੇ ਥਾਂ ਤੇ ਇਹਨੂੰ ਪੁੱਛਿਆ ਜਾਂਦਾ। ਸੋ US politics I really love it. ਬਿਲਕੁਲ ਜੀ। ਤੇ ਅਗਲੀ ਖਬਰ ਅਸੀਂ ਰੁਕ ਕਰਦੇ ਹਾਂ ਸਰ, ਕੈਨੇਡਾ ਤੋਂ ਹੈ ਜੀ। ਇੰਟਰਨੈਸ਼ਨਲ ਸਟੂਡੈਂਟਸ ਲਈ ਹੈ 20 ਅਕਤੂਬਰ ਤੋਂ ਹੁਣ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਵਿੱਚ ਪੜ੍ਹਨ ਲਈ ਆ ਸਕਦੇ ਨੇ, ਪਰ ਕੁਝ ਹਦਾਇਤਾਂ ਦੇ ਨਾਲ। ਜੀ ਹਾਂ, ਜੇਕਰ ਤੁਹਾਡੀ ਯੂਨੀਵਰਸਿਟੀਆਂ ਨੇ, ਤੁਹਾਡੇ ਕਾਲਜਸ ਨੇ ਇੱਕ ਕੋਵਿਡ ਪਲਾਨ ਸਰਕਾਰ ਨਾਲ ਸਾਂਝਾ ਕੀਤਾ ਹੈ ਤਾਂ ਤੁਸੀਂ ਆ ਸਕਦੇ ਹੋ। ਤੇ ਆਉਣ ਦੇ ਲਈ ਤੁਹਾਡੇ ਕੋਲ ਕੀ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ, ਤੁਹਾਨੂੰ ਦੱਸੀਏ ਕਿ ਤੁਹਾਡੇ ਕੋਲ ਇੱਕ ਵੈਲਿਡ ਸਟੱਡੀ ਪਰਮਿਟ ਜਾਂ ਫਿਰ ਲੈਟਰ ਆਫ ਇੰਟਰੋਡਕਸ਼ਨ ਹੋਣੀ ਚਾਹੀਦੀ ਆ, ਜਿਹੜੀ ਕਿ ਇਹ ਦਿਖਾਵੇ ਕਿ ਤੁਹਾਡਾ ਜਿਹੜਾ ਸਟੱਡੀ ਪਰਮਿਟ ਇੱਥੇ ਅਪਰੂਵ ਹੋ ਚੁੱਕਿਆ ਹੈ ਤੇ ਤੁਹਾਡਾ ਜਿਹੜਾ ਡੈਸਿਗਨੇਟਿਡ ਲਰਨਿੰਗ ਇੰਸਟੀਚਿਊਟ ਹੈ ਉਹਨੇ ਆਪਣੀਆਂ ਕੋਵਿਡ ਦੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਸਰਕਾਰ ਨਾਲ ਸਾਂਝੀਆਂ ਕੀਤੀਆਂ ਹੋਣ। ਇਸ ਤੋਂ ਇਲਾਵਾ ਤੁਹਾਡੇ ਕੋਲੋਂ ਆਪਣੀ ਕਾਲਜ ਤੇ ਬੰਨਿਓ ਇੱਕ ਅਥਾਰਟੀ ਲੈਟਰ ਵੀ ਤੁਹਾਨੂੰ ਲੈਣਾ ਪਏਗਾ। ਸੋ ਆਪਣੀਆਂ ਯੂਨੀਵਰਸਿਟੀਆਂ ਨਾਲ ਤੁਸੀਂ ਸੰਪਰਕ ਸਾਧੋ ਜੇਕਰ ਇਸ ਵਕਤ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਵਾਪਸ ਕੈਨੇਡਾ ਆਉਣਾ ਚਾਹੁੰਦੇ ਹੋ ਜਾਂ ਫਿਰ ਨਵੇਂ ਹੋ, ਕੈਨੇਡਾ ਵਿੱਚ ਇਸ ਵਕਤ ਤੁਸੀਂ ਨਹੀਂ ਪਹੁੰਚੇ ਹੋਏ ਤੇ ਤੁਹਾਡੀਆਂ ਯੂਨੀਵਰਸਿਟੀਆਂ ਜੇ ਓਪਨ ਹੋ ਚੁੱਕੀਆਂ ਨੇ, ਆਪਣੇ ਸੰਬੰਧਿਤ ਕੰਸਲਟੈਂਟਸ ਨਾਲ ਗੱਲ ਕਰੋ ਕਿ ਤੁਹਾਡੇ ਕਾਲਜਸ ਤੁਹਾਨੂੰ ਉਹ ਜਿਹੜੀਆਂ ਲੈਟਰਸ ਨੇ, ਰਿਕਮੈਂਡੇਸ਼ਨ ਲੈਟਰਸ ਨੇ, ਉਹ ਤੁਹਾਨੂੰ ਭੇਜਣ ਤੇ ਤੁਹਾਡੇ ਬਾਰੇ ਇਹਦੇ ਬਾਰੇ ਤੁਸੀਂ ਵਿਚਾਰ ਵਟਾਂਦਰਾ ਕਰ ਸਕਦੇ ਹੋ। ਤੇ ਤੁਹਾਨੂੰ ਦੱਸ ਦਈਏ ਕਿ 20 ਅਕਤੂਬਰ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਂ ਤਰਨ, ਇਟਸ ਵੈਰੀ ਗੁੱਡ ਥਿੰਗ ਕਿਉਂਕਿ ਆਪਣੇ ਬਹੁਤ ਬੱਚੇ ਹਜੇ ਬੈਠੇ ਨੇ ਤੇ ਉਹਨਾਂ ਕਈ ਤਾਂ ਸਟਕ ਹੋਏ ਪਏ ਸੀ ਉੱਥੇ ਕਿ ਇੱਥੇ ਆ ਨਹੀਂ ਪਾ ਰਹੇ ਸੀਗੇ। ਅੱਧਾ ਸਮੈਸਟਰ ਇੱਥੇ ਕਵਰ ਕਰਕੇ ਫਿਰ ਵਾਪਸ ਇੰਡੀਆ ਕੋਈ ਗਿਆ ਹੋਇਆ ਸੀ ਆਪਣੀ ਫੈਮਿਲੀ ਨੂੰ ਮਿਲਣ, ਕੁਝ ਉਹ ਵੀ ਇੱਥੇ ਵਾਪਸ ਨਹੀਂ ਆ ਪਾਏ। ਬਿਲਕੁਲ ਤਰਨ, ਇਟਸ ਆਈ ਗੈਸ ਸਟੈਪ ਇਨ ਦ ਰਾਈਟ ਡਾਇਰੈਕਸ਼ਨ। ਸਿਰਫ ਇਹੀ ਹੈ ਵੀ ਉਹਨਾਂ ਨੂੰ ਜਿਹੜੇ ਕੁਆਰੰਟੀਨ ਵਾਲੇ ਹੈਗੇ ਆ ਉਹ ਸਾਰੀਆਂ ਗਾਈਡਲਾਈਨਸ ਹਲੇ ਕਰਨੀਆਂ ਪੈਣਗੀਆਂ। ਪਰ ਇੱਕ ਖਬਰ ਹੋਰ ਆ ਰਹੀ ਹੈ ਜੀ, ਉਹ ਖਬਰ ਇਹ ਹੈ ਅਕੋਰਡਿੰਗ ਟੂ ਟੋਰਾਂਟੋ ਸਨ ਕਿ ਜਿਹੜੀ ਸਾਡੀ ਫੈਡਰਲ ਸਰਕਾਰ ਹੈ ਉਹ ਜਿੰਨੇ ਇੰਟਰਨੈਸ਼ਨਲ ਏਅਰਪੋਰਟਸ ਹੈਗੇ ਉਹਦੇ ਉੱਤੇ ਇਹ ਲਾਗੂ ਕਰਨ ਜਾ ਰਹੀ ਹੈ ਕਿ ਕੁਆਰੰਟੀਨ ਦੀ ਜਾਂ ਤਾਂ ਟਾਈਮ ਘਟਾਈ ਜਾ ਰਹੀ ਹੈ ਜਾਂ ਕੁਆਰੰਟੀਨ ਸ਼ਾਇਦ ਬਿਲਕੁਲ ਵੀ ਖਤਮ ਹੋ ਰਿਹਾ। ਇਹ ਦਿਸ ਇਜ਼ ਹਾਲਾਂਕਿ ਤੇ ਕੇਸਿਸ ਬੜੇ ਵਧੇ ਹੋਏ ਨੇ। ਇਹ ਨਵੀਂ ਨਿਊਜ਼ ਹੈ, ਜਦੋਂ ਕਨਫਰਮ ਹੋ ਗਈ ਆਪਾਂ ਜੇ ਆ ਗਈ ਤਾਂ ਆਪਾਂ ਕੱਲ੍ਹ ਨੂੰ ਜ਼ਰੂਰ ਸਾਂਝੀ ਕਰਾਂਗੇ। ਪਰ ਇਹ ਟੋਰਾਂਟੋ ਸਨ ਦੀ ਨਿਊਜ਼ ਹੈ। ਬਿਲਕੁਲ, ਤੇ ਨਾਲ ਜਿਹੜੇ ਵੀ ਇਸ ਵਕਤ ਆਉਣਗੇ ਤੁਹਾਨੂੰ ਦੱਸੀਏ ਕਿ ਉਹ ਸਾਰੇ ਸਟੂਡੈਂਟਸ ਨੂੰ ਕੁਆਰੰਟੀਨ ਕਰਨਾ ਪਏਗਾ ਤੇ ਆਪਣਾ ਸਾਰਾ ਪਲਾਨ ਦੇਣਾ ਪਏਗਾ। ਤੁਹਾਡੇ ਕਾਲਜਸ ਨੂੰ ਵੀ ਇਸ ਦਾ ਪੂਰਾ ਪਲਾਨ ਦੇਣਾ ਪਏਗਾ, ਸਰਕਾਰ ਦੇ ਨਾਲ ਸਾਂਝਾ ਕਰਨਾ ਪਏਗਾ। ਸੋ ਇੱਕ ਵਾਰੀ ਆਪਣੀ ਜੇਕਰ ਤੁਸੀਂ ਇਸ ਵਕਤ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਤਾਂ ਕਮ ਸੇ ਕਮ ਆਪਣੇ ਕਾਲਜਸ ਨਾਲ, ਆਪਣੀ ਯੂਨੀਵਰਸਿਟੀਆਂ ਨਾਲ ਸੰਪਰਕ ਜ਼ਰੂਰ ਸਾਧਿਓ ਇਸ ਬਾਰੇ ਵਿੱਚ ਕਿ ਉਹਨਾਂ ਨੇ ਪਲਾਨ ਦਿੱਤਾ ਜਾਂ ਨਹੀਂ ਦਿੱਤਾ। ਸਰ, ਇਸ ਦੇ ਨਾਲ ਇੱਕ ਖਬਰ ਹੋ ਰਿਹਾ ਕਿ ਭਾਰਤ ਨੇ ਵੀ ਹੁਣ OCI ਕਾਰਡ ਧਾਰਕਾਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਬਿਲਕੁਲ ਤਰਨ, ਇਹ ਹੁਣੇ ਥੋੜੀ ਦੇਰ ਹੋਈ ਆਪਾਂ ਨੂੰ ਈਮੇਲ ਆਈ ਹੈ ਜੀ ਕੌਂਸਲੇਟ ਤੋਂ। ਉਹਨਾਂ ਸਭ ਨੂੰ ਈਮੇਲ ਜਾਂਦੀ ਹੁੰਦੀ ਹੈ, ਉਹਦੇ ਵਿੱਚ ਉਹਨਾਂ ਨੇ ਇਹ ਕੀਤੀ ਜਿਹੜੇ ਕਿ ਉਹਦੀ ਸਰਟਨ ਕੰਡੀਸ਼ਨਸ ਹੈਗੇ ਨੇ, ਉਹਦੇ ਵਿੱਚ ਤੁਸੀਂ ਜਿਨ੍ਹਾਂ ਕੋਲ OCI ਕਾਰਡਸ ਨੇ, PIO ਕਾਰਡ ਹੋਲਡਰਸ ਨੇ ਜੀ,
ਉਹਨਾਂ ਨੂੰ ਉਹ ਜਾ ਸਕਦੇ ਆ, ਜਾਂ ਜਿਹਦੇ ਕੋਲ ਨਹੀਂ ਹੈਗਾ ਉਹ ਐਮਰਜੈਂਸੀ ਵੀਜ਼ਾ ਅਪਲਾਈ ਕਰ ਸਕਦੇ ਨੇ। ਉਹ ਜਿਹੜਾ ਵਨ ਟਾਈਮ ਵੀਜ਼ਾ ਹੀ ਹੋਏਗਾ, ਉਹਨਾਂ ਨੂੰ ਮਲਟੀਪਲ ਵੀਜ਼ਾ ਨਹੀਂ ਹੋਏਗਾ। ਜਿਨ੍ਹਾਂ ਨੂੰ ਕਿਸੇ ਐਮਰਜੈਂਸੀ 'ਚ ਕਿਤੇ ਕੋਈ ਡੈਥ ਹੋ ਗਈ ਹੈ, ਕੋਈ ਹੋਰ ਗੱਲ ਹੋ ਗਈ ਹੈ, ਉਹਦੇ ਵਿੱਚ ਤੁਸੀਂ ਅਲਾਉਡ ਹੋ ਜਾਣਾ। ਇੱਕ ਮੈਂ ਕੱਲ ਨਾ ਲੁਧਿਆਣੇ ਫੋਨ ਕੀਤਾ ਸੀਗਾ, ਉੱਥੇ ਮੈਨੂੰ ਖਬਰ ਇੱਕ ਹੋਰ ਮਿਲੀ ਹੈ, ਮੈਨੂੰ ਸਮਝ ਨਹੀਂ ਆਉਂਦੀ ਵੀ ਕਿੰਨੀ ਹੱਦ ਤੱਕ ਠੀਕ ਹੈਗੀ ਹੈ। ਕਹਿੰਦੇ ਜਿਹੜਾ ਕਰੋਨਾ ਇਸ ਵੇਲੇ, ਮੈਂ ਲੁਧਿਆਣੇ ਦੀ ਗੱਲ ਕਰ ਰਿਹਾ, ਅੱਗੇ ਨਾਲੋਂ ਘੱਟ ਹੈ, ਫਰਕ ਪਿਆ ਹੋਇਆ। ਉਨੀ ਗੱਲ ਹੈ ਨਹੀਂ ਕਿ ਤੁਹਾਨੂੰ ਕੁਝ ਤੁਸੀਂ ਸੁਣਿਆ ਜੀ? ਮੈਂ ਜਦੋਂ ਵੀ ਗੱਲ ਹੁੰਦੀ ਹੈ ਸਰ, ਮੋਸਟਲੀ ਇਹੀ ਪੁੱਛਦਾ ਹੁੰਦਾ ਹੈ ਕਿ ਕੀ ਹਾਲਾਤ ਨੇ ਇਸ ਵਕਤ ਉੱਥੇ ਕਰੋਨਾ ਦੇ। ਜਿਸ ਤਰੀਕੇ ਨਾਲ ਪ੍ਰੋਟੈਸਟ ਚੱਲਦੇ ਪਏ, ਮੈਨੂੰ ਲੱਗਦਾ ਤਾਂ ਹੈ ਨਹੀਂ ਕਿ ਉੱਥੇ ਕੋਈ ਕਰੋਨਾ ਹੈਗਾ। ਯੈਸ ਯਾ, ਕਿਉਂਕਿ ਮੈਂ ਇਸ ਗੱਲ ਤੇ ਹੈਰਾਨ, ਕਹਿੰਦੇ ਨਹੀਂ ਜਿਹੜੇ ਕੇਸਿਸ ਹੋਣੇ ਉਹ ਹੈ ਆਏ ਨਹੀਂ ਅੱਗੇ ਜਿਵੇਂ ਹੁੰਦਾ ਸੀਗਾ। ਈਵਨ ਅੱਛਾ ਇੱਕ ਨੁਕਸਾਨ ਹੋਏਗਾ ਉਹਦਾ, ਲੋਕੀ ਫੇਸ ਮਾਸਕ ਲਾਉਣ ਹਟ ਗਏ ਨੇ। ਫੇਸ ਮਾਸਕ ਖਰੇ ਲਾਉਣਾ ਹਟਣਾ ਨਹੀਂ ਚਾਹੀਦਾ। ਲੁਧਿਆਣੇ ਨਾ ਹਟੋ ਪਲੀਜ਼, ਲਾ ਕੇ ਰੱਖੋ। ਜੇ ਕਰੋਨਾ ਚਲਾ ਗਿਆ ਇਹ ਫਿਰ ਆਸਾ ਸਾਡੇ ਆ ਗਿਆ ਦੁਬਾਰੇ, ਅਸੀਂ ਹੁਣ ਖੜਾ ਛੋਣਾ ਸਾਨੂੰ ਔਖਾ ਹੋਇਆ ਪਿਆ। ਸੋ ਪਰ ਇਹ ਗੱਲ ਮੈਂ ਜ਼ਰੂਰ ਸੁਣੀ ਹੈ ਕਿ ਉੱਥੇ ਕਰੋਨਾ ਦੀ ਸਰ ਉੱਥੇ ਕੇਸਿਸ ਜ਼ਰੂਰ ਘਟ ਰਹੇ ਨੇ, ਮੇਬੀ ਸ਼ਾਇਦ ਕਿਉਂਕਿ ਲੋਕੀ ਨਹੀਂ ਹਜੇ ਟੈਸਟ ਕਰਵਾਉਣ ਲਈ ਜਾਣਾ ਚਾਹੁੰਦੇ ਹੈਗੇ। ਇੱਕ ਤਰ੍ਹਾਂ ਨਾਲ ਉੱਥੇ ਇਹ ਚੀਜ਼ ਹੋਈ ਪਈ ਹੈ ਕਿ ਜੇ ਤੁਸੀਂ ਹਸਪੀਟਲ ਜਾਓਗੇ ਨਾ, ਤੁਹਾਨੂੰ ਇੱਕ ਨਾਰਮਲ ਫਲੂ ਵੀ ਹੋਇਆ ਕਿਤੇ ਨਾ ਕਿਤੇ ਉਹਨਾਂ ਨੇ ਤੁਹਾਨੂੰ ਹਸਪੀਟਲ ਉੱਥੇ ਐਡਮਿਟ ਕਰਵਾ ਲੈਣਾ, ਤੇ ਤੁਹਾਡਾ ਘੱਟੋ ਘੱਟ 4 ਤੋਂ ਲੈ ਕੇ 5 ਲੱਖ ਦਾ ਖਰਚਾ ਤੁਹਾਡਾ ਆਰਾਮ ਨਾਲ ਆ। ਸੋ ਇਸ ਲਈ ਛੇਤੀ ਡਰ ਦਾ ਮਾਰਾ ਤਾਂ ਪਹਿਲਾਂ ਕੋਈ ਉੱਥੇ ਕਰਵਾਉਂਦਾ ਹੀ ਨਹੀਂ ਕਿ ਤੁਹਾਡਾ ਕੋਈ ਟੈਸਟ ਹੋ ਜਾਵੇ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਫੇਰ ਤੁਹਾਡੀ ਥੋੜਾ ਜਿਹਾ ਟਾਈਮ ਲੈ ਰਿਹਾ। ਜਿਹੜਾ ਨਟ ਸਾਹਿਬ ਨੇ ਗੱਲ ਪੁੱਛੀ ਆ ਵੀ ਲੁਧਿਆਣੇ ਦੀ ਕਲੈਰਿਟੀ, ਉੱਥੇ ਜੀ ਕਰੋਨਾ ਘੱਟ ਹੋਇਆ ਜੀ। ਹਾਂਜੀ, ਤੇ ਉੱਥੇ ਡੇਂਗੂ ਦੀ ਪ੍ਰੋਬਲਮ ਜ਼ਿਆਦਾ ਹੋ ਰਹੀ ਹੈ ਜੀ। ਅੱਛਾ ਓਕੇ, ਥੈਂਕ ਯੂ। ਲੁਧਿਆਣੇ ਦੇ ਵਿੱਚ ਪਹਿਲਾਂ ਵੀ ਬਹੁਤ ਪ੍ਰੋਬਲਮ ਰਹੀ ਹੈ ਡੇਂਗੂ ਦੇ ਬੁਖਾਰ ਦੀ, ਤੇ ਉਹਦੇ ਨਾਲ ਕਾਫੀ ਉੱਥੇ ਕੇਸ ਵਧੇ ਸੀ। ਇਸ ਵੇਲੇ ਵੀ ਜਿਹੜੀ ਮੇਨ ਉੱਥੇ ਜਿਹੜੀ ਪ੍ਰੋਬਲਮ ਚੱਲ ਰਹੀ ਆ ਕਰੋਨਾ ਦੇ, ਸ਼ਾਇਦ ਮਤਲਬ ਜਿਹੜੀ ਡੇਂਗੂ ਦੀ ਪ੍ਰੋਬਲਮ ਆ ਇਹ ਕਾਫੀ ਹੁਣ ਉਹਨਾਂ ਨੇ ਕਿਹਾ ਸੀ ਮੁਹੱਲਾ ਵਾਈਜ਼ ਤੇ ਜਿਹੜੇ ਕੂਲਰ ਵਗੈਰਾ ਜਿਨ੍ਹਾਂ ਨੇ ਲੋਕਾਂ ਨੇ ਬੰਦ ਨਹੀਂ ਕੀਤੇ, ਕਿਉਂਕਿ ਉਹਦੇ ਚ ਮੱਛਰ ਵਗੈਰਾ ਪੈਦਾ ਹੁੰਦੇ ਜਾਂ ਕੀ ਆ ਉਹ ਜਾਂ ਕਿਦਾਂ ਇਹਦਾ ਇਹ ਕ੍ਰੀਏਟ ਹੁੰਦਾ ਆ, ਉਹਦੇ ਲਈ ਇਹ ਪ੍ਰੋਬਲਮ ਕਾਫੀ ਚੱਲ ਰਹੀ ਸੀ ਲੁਧਿਆਣੇ। ਤੇ ਇੱਕ ਮੈਂ ਹੋ ਰਿਹਾ ਜੀ, ਮੈਨੂੰ ਤਾਂ ਉਹ ਹੁਣ ਮੇਨ ਪਾਵਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਆਪਣੇ USA ਬਾਰੇ, USA ਦਾ ਜੀ ਜਿਹੜਾ ਆਪਣਾ ਟਰੰਪ ਸਾਹਿਬ ਦਾ ਹੈਗਾ ਆ ਬੰਦਾ ਬੜਾ ਰੌਣਕੀ ਹੈ, ਠੀਕ ਹੈ ਜੀ, ਜਿੱਤੇਗਾ ਉਹੀ, ਕਿਉਂਕਿ USA ਦਾ ਜਿਹੜਾ ਬਜਟ ਆ, ਮਿਲਟਰੀ ਬਜਟ ਆ, ਉਹਦੇ ਮਗਰ ਤਾਂ ਜਿੰਨੀਆਂ ਜ਼ੀਰੋ ਲੱਗਦੀਆਂ ਤਰਨ, ਆਪਾਂ ਰਾਤ ਨੂੰ ਗਿਣ ਲੱਗ ਪਈ ਹੈ ਨਾ, ਮਗਰ 0 ਲਾਉਂਦੇ 931 ਬਿਲੀਅਨ ਦੀਆਂ ਕਿੰਨੀਆਂ ਜ਼ੀਰੋ ਬਣਦੀਆਂ, ਤੇ ਅਸੀਂ ਉਹੀ ਕਹਿਣੀਆਂ ਸਾਡੇ ਲਈ ਮੁਸ਼ਕਲ ਹੋ ਜਾਣੀਆਂ। ਤੇ ਉਹ ਬੰਦੇ ਮਤਲਬ ਉਹਨੇ ਕੋਈ ਨਾ ਕੋਈ ਸੋਰਸਸ ਸਾਰੇ ਬਣਾਏ ਹੋਏ ਨੇ ਵੀ ਕੀ ਗੱਲਬਾਤ ਹੋਣੀ ਅਗਲੇ 5 ਸਾਲਾਂ 'ਚ। ਵੈਸੇ ਜੋ ਮੇਰੇ ਨਾਲ ਨਟ ਸਾਹਿਬ ਜ਼ਿਆਦਾ ਨੌਲੇਜ ਰੱਖਦੇ ਨੇ ਕਿ ਇਹ ਹਿਸਟਰੀ ਰਹੀ ਹੈ ਕਿ ਕੋਈ ਵੀ ਪ੍ਰੈਜ਼ੀਡੈਂਟ USA ਦਾ ਆਇਆ ਉਹ ਕਮ ਸੇ ਕਮ 2 ਵਾਰੀ ਤਾਂ ਉਹ ਰਹਿ ਕੇ ਗਿਆ। ਬਿਲਕੁਲ ਜੀ, ਸ਼ੁਕਰੀਆ ਜੀ, ਸ਼ੁਕਰੀਆ ਕਾਲ ਕਰਨ ਲਈ। ਥੈਂਕ ਯੂ ਗੋਲਡੀ ਜੀ। ਵੈਸੇ ਬਹੁਤ ਐਸੇ ਪ੍ਰੈਜ਼ੀਡੈਂਟਸ ਹੋਏ ਨੇ ਜੀ ਜਿਹੜੇ ਇੱਕ ਟਰਮ ਹੋਈ ਰਹੇ ਨੇ ਜੀ। ਜਿਹੜੇ ਸੀਨੀਅਰ ਬੁਸ਼ ਸੀ, ਹੁਣ ਲੇਟਲੀ ਦੀ ਗੱਲ ਕਰਦੇ ਨੇ ਜੀ, ਸੀਨੀਅਰ ਬੁਸ਼ ਸਾਹਿਬ ਇੱਕ ਟਰਮ ਹੀ ਰਹੇ ਸੀਗੇ, ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਸੀਗੇ ਮਿਸਟਰ ਰੇਗਨ ਦੇ ਜੀ। ਉਹਨਾਂ ਦਾ ਬੇਟਾ 2 ਟਰਮਾਂ ਰਿਹਾ ਜੀ। ਉਸ ਤੋਂ ਪਹਿਲਾਂ ਵੀ ਕਈ ਐਸੇ, ਮੈਂ ਕਿਹਾ ਜਿਮੀ ਕਾਰਟਰ ਸੀਗਾ, ਜਿਮੀ ਕਾਰਟਰ ਵੀ ਇੱਕ ਟਰਮ ਹੀ ਰਹਿ ਸਕਿਆ ਸੀਗਾ ਜੀ, ਉਦੋਂ ਮਿਸਟਰ ਰੋਨਾਲਡ ਰੇਗਨ ਨੇ ਹਰਾਇਆ ਸੀਗਾ ਜੀ। ਹਾਂ ਹੈਗੇ ਨੇ ਥੋੜੇ ਆ, ਪਰ ਐਸੇ ਪ੍ਰੈਜ਼ੀਡੈਂਟਸ ਹੈਗੇ ਨੇ ਜਿਹੜੇ ਕਿ ਇਕੱਲੇ ਇੱਕ ਟਰਮ ਰਹੇ ਹੋਣਗੇ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਵੱਲ ਵੀ ਰੁਖ ਕਰਦੇ ਹਾਂ। ਇਸ ਤੋਂ ਬਾਅਦ ਜਿਹੜੀ ਖਬਰ ਆਈ ਹੈ, ਸਾਰਨੀਆ ਬਾਰਡਰ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਗਾਰਬੇਜ ਟਰੱਕ ਦੇ ਵਿੱਚ ਮੈਰੀਜੁਆਨਾ ਭਰਿਆ। ਸੌਰੀ ਜੀ, ਆਈ ਐਮ ਜਸਟ ਲਾਫਿੰਗ ਬਿਕਾਜ਼ ਵੀ ਵਰ ਡਿਸਕਸਿੰਗ ਦਿਸ ਨਿਊਜ਼ ਬਿਫੋਰ। ਹਾਂਜੀ ਉਹ ਜੀ ਗਾਰਬੇਜ ਟਰੱਕ ਦੇ ਵਿੱਚ ਜੀ, ਇਟਸ ਅ ਸੀਰੀਅਸ ਥਿੰਗ। ਗਾਰਬੇਜ ਟਰੱਕ ਦੇ ਵਿੱਚ ਨਸ਼ਾ ਫੜਿਆ ਗਿਆ ਜੀ ਆਪਣੇ ਕੈਨੇਡਾ ਵਾਲੇ ਪਾਸਿਓਂ US ਨੂੰ ਜਾ ਰਿਹਾ ਸੀਗਾ। ਜਿਹੜੇ ਸੱਚੀ ਗਾਰਬੇਜ ਟਰੱਕ ਹੁੰਦੇ, ਗਾਰਬੇਜ ਟਰੱਕ ਐਂਡ ਜਿਹੜੇ ਗਾਰਬੇਜ ਵਾਲੇ ਲਿਫਾਫੇ ਨੇ ਉਹੀ ਯੂਜ਼ ਕੀਤੇ ਗਏ ਸੀ ਉਹਦੇ ਚ ਬਹੁਤ ਸਾਰੇ ਬੈਗਸ ਨੇ ਜੀ ਜਿਹੜੇ ਮੇਰੇ ਖਿਆਲ ਮੋਸਟਲੀ ਮਾਰੇ ਹੋਏ ਨੇ ਜੀ। ਉਹ ਸਮਗਲ ਕਰ ਰਹੇ ਸੀ ਜੀ। ਤਾਂ ਗਾਰਬੇਜ ਦੇ ਵਿੱਚ ਜਾਣਾ ਸੌਖਾ ਤਾਂ, ਕਿਉਂਕਿ ਇੱਧਰੋਂ ਉੱਧਰ ਗਾਰਬੇਜ ਜਾਂਦਾ ਹੈ, ਠੀਕ ਹੈ। ਸਾਡੇ ਆਪਣੇ ਦੂਸਰੇ ਜਿਹੜੇ ਵੱਡੇ ਟਰੱਕਸ ਨੇ ਮਿਸ਼ੀਗਨ ਨੂੰ ਜਾਂਦੇ ਆ, ਆਪਣਾ ਬਹੁਤ ਆਪਣੇ ਲੋਕ ਵੀ ਇਸ ਕੰਮ ਦੇ ਵਿੱਚ ਪਏ ਹੋਏ ਨੇ। ਗਾਰਬੇਜ ਦੀ ਸਮੈਲ ਆਉਣੀ ਔਖੀ ਹੁੰਦੀ ਹੈ ਜਾਂ ਕੁਛ ਹੁੰਦਾ, ਨਾਲੇ ਅਗਲਾ ਕਹਿੰਦਾ ਗਾਰਬੇਜ ਛੱਡ ਪਰੇ ਜਾਣ ਦੇ, ਰਾਈਟ। ਇਟਸ ਬੜੀ ਵਧੀਆ ਡਿਸਟਰੈਕਸ਼ਨ ਹੈਗੀ ਆ, ਪਰ ਜੀ ਉਹ 'ਚ ਕੁਛ ਇਉਂ ਲੱਗ ਰਿਹਾ ਹਲੇ 100% ਸ਼ੋਰ ਨਹੀਂ ਹੈ ਕਿ ਸ਼ਾਇਦ
ਇੰਡੀਅਨ ਕਮਿਊਨਿਟੀ ਨਾਲ ਸੰਬੰਧਿਤ ਇਸ ਸ਼ਖਸ ਨੇ ਇਹ ਕੰਮ ਕੀਤਾ। ਬਿਲਕੁਲ ਜੀ, ਤੇ ਕਿਹਾ ਜਾ ਰਿਹਾ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਭਾਈਚਾਰੇ ਵਿੱਚ ਕਾਫੀ ਰਿਪਿਊਟਡ ਨੇ, ਤੇ ਜਿਹੜੇ ਭਾਰਤੀ ਮੂਲ ਦੇ ਹੈਗੇ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਹਜੇ ਪੁੱਛਗਿੱਛ ਜਾਰੀ ਹੈ, ਹਜੇ ਪਛਾਣ ਜਾਰੀ ਨਹੀਂ ਕੀਤੀ ਗਈ ਹੈਗੀ। ਪਰ ਸਰ ਇੱਕ ਤਾਂ ਨਵੇਂ ਆਈਡੀਆਜ਼, ਦੂਜੀ ਗੱਲ ਇਹ ਹੈ ਕਿ ਕਾਫੀ ਸੁਣਨ ਦੇ ਵਿੱਚ ਆਇਆ ਕਿ ਸਾਰੀਆਂ ਬਾਰਡਰ ਦੇ ਉੱਤੇ ਹਰ ਮਹੀਨੇ ਕੋਈ ਨਾ ਕੋਈ ਟਰੱਕ ਫੜਿਆ ਹੀ ਜਾਂਦਾ ਆ। ਹਾਂਜੀ, ਉਹ ਤਰਨ ਆਪਾਂ ਅੱਗੇ ਵੀ ਇਹੋ ਜਿਹੀ ਗੱਲ ਕੀਤੀ ਹੈਗੀ ਆ, ਜਿਹੜੇ ਇਹ ਕੰਮ ਕਰਦੇ ਨੇ ਉਹ ਲਾਰਜ ਸਕੇਲ ਤੇ ਕਰਦੇ ਹੈਗੇ। ਜਿਹੜਾ ਪਿੱਛੇ ਕਿੰਗਪਿਨ ਬੈਠਾ ਹੈ ਉਹਨੂੰ ਕੋਈ ਫਰਕ ਨਹੀਂ ਉੱਥੇ ਫੜਿਆ ਗਿਆ ਜਾਂ ਨਹੀਂ ਫੜਿਆ ਗਿਆ। ਕਿੰਗਪਿਨ ਨੇ ਮੰਨ ਲਓ ਉਹਨੇ 10 ਜਾਂ 15 ਟਰੱਕ ਲੰਘਾਉਣੇ ਆ ਮਹੀਨੇ ਦੇ, 50 ਟਰੱਕ ਲੰਘਾਉਣੇ ਆ, ਉਹ 'ਚ 2 ਫੜੇ ਗਏ, ਸੋ ਵਟ, ਕੋਈ ਐਸੀ ਕਿਹੜੀ ਗੱਲ ਹੈਗੀ ਆ। ਔਰ ਕਿਹੜੇ ਲੋਕ ਆਮ ਇਹੋ ਜਿਹੀ ਗੱਲਾਂ ਕਰਦੇ, ਉਹ ਕਹਿੰਦੇ ਵੀ ਡਿਸਟਰੈਕਸ਼ਨ ਵਾਸਤੇ ਵੀ ਇੱਕ ਅੱਧਾ ਟਰੱਕ ਫੜਾ ਦਿੱਤਾ ਜਾਂਦਾ। ਉਹ ਜਦੋਂ ਉਹ ਤੇ ਜ਼ਿਆਦਾ ਕੰਸਨਟ੍ਰੇਸ਼ਨ ਹੋ ਜਾਂਦੀ ਹੈ, ਪਰ ਪੁਲਿਸ ਨੇ ਬੇਵਕੂਫ ਨਹੀਂ ਆ ਜਾਂ ਬਾਰਡਰ ਵਾਲੇ ਨੇ ਬੇਵਕੂਫ ਨਹੀਂ ਇੱਕ ਤੇ ਕੰਸਨਟ੍ਰੇਸ਼ਨ ਕਰਕੇ, ਪਰ ਫਿਰ ਵੀ ਉਹਨਾਂ ਨੂੰ ਪਰਸੈਂਟੇਜ ਦੇ ਮੁਤਾਬਕ ਇਹ ਜ਼ਰੂਰੀ ਨਹੀਂ ਹੈ ਕਿ ਹਰ ਟਰੱਕ ਦੇ ਵਿੱਚੋਂ ਡਰੱਗ ਫੜੀ ਜਾ ਸਕੇ। ਆਪਾਂ ਆਮ ਗੱਲ ਕਰਦੇ ਹਾਂ ਬੰਦਾ ਫੇਰ ਫੜਿਆ ਗਿਆ, ਨਹੀਂ, ਬੰਦੇ ਲੰਘਦੇ ਬਹੁਤ ਜ਼ਿਆਦਾ ਆ, ਲੰਘਣ ਵਾਲੇ ਉਦੋਂ ਕਿਤੇ ਪਤਾ। ਤੁਸੀਂ ਇਉਂ ਦੇਖੋ, ਆਪਣੇ ਟੋਰਾਂਟੋ ਦੀ ਗੱਲ ਕਰਦਾ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਬਹੁਤ ਡਰੱਗ ਆਉਂਦੀ ਹੈ, ਸਾਰੀ ਨਹੀਂ ਫੜੀ ਜਾਂਦੀ। ਉਹ ਜਿਹੜੀ ਫੜੀ ਗਈ, ਜਿਹੜੀ ਲੰਘ ਗਈ, ਉਹਨਾਂ ਨੇ ਉਹ ਕਾਸਟ ਉਹਨਾਂ ਨੇ ਕੀਤੀ, ਉਹ ਤੇ ਪਾ ਦੇਣੀ ਹੈ ਕਾਸਟ, ਰਾਈਟ। ਜਿਹੜਾ ਜਿਹਨੂੰ ਮਿਊਲ ਕਹਿੰਦੇ, ਬੰਦਾ ਜਿਹਨੂੰ ਫੜਿਆ ਜਾਂਦਾ, ਮਿਊਲ ਉਹਨੂੰ ਕਹਿੰਦੇ ਜਿੱਤੇ ਢੋਇਆ ਜਾਂਦਾ ਸਮਾਨ, ਮਿਊਲ ਫੜਿਆ ਗਿਆ, ਫੜਿਆ ਜਾਵੇ, ਉਹਨੂੰ ਕਿਹਾ ਸੀਗਾ ਉਹਨਾਂ ਸੌਦਾ ਕੀਤਾ, ਤੁਹਾਨੂੰ ਇੰਨੇ ਪੈਸੇ ਮਿਲਣਗੇ, ਆਹ ਕੰਮ ਕਰ ਦਿਓ, ਨਹੀਂ ਫੜੇਗੇ ਤਾਂ ਫੜੇਗੇ, ਪੈਸੇ ਤੁਹਾਡੇ ਘਰੇ ਚਲੇ ਜਾਣਗੇ, ਜੇ ਤੁਹਾਨੂੰ ਹੋਏਗੀ ਤੁਸੀਂ ਕਰੋਗੇ। ਸਰ ਮੈਂ ਇਹ ਪੁੱਛਣਾ ਜ਼ਰੂਰ ਚਾਹੂੰਗੀ ਕਿਉਂਕਿ ਮੇਰੇ ਜ਼ਿਹਨ 'ਚ ਬਹੁਤ ਰਹਿੰਦਾ ਹੈ ਕੁਐਸਚਨ ਕਿ ਇਸ ਪੂਰੇ ਮਾਮਲੇ ਦੇ ਵਿੱਚ ਡਰਾਈਵਰਸ ਦਾ ਕਿੰਨਾ ਕੁ ਦੋਸ਼ ਹੁੰਦਾ, ਕਿ ਉਹਨਾਂ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਹੁੰਦਾ, ਡਰਾਈਵਰਸ ਨੂੰ ਪਤਾ ਹੁੰਦਾ ਕਿ ਉਹਨਾਂ ਦੇ ਪਿੱਛੇ ਕੀ ਜਾ ਰਿਹਾ? ਇਟਸ ਅ ਵੈਰੀ ਗੁੱਡ ਕੁਐਸਚਨ, ਨਾਟ ਆਲ ਦਾ ਟਾਈਮ। ਕਈ ਵਾਰੀ ਡਰਾਈਵਰ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਮੇਰੇ ਵਿੱਚ ਇਹ ਸਮਾਨ ਹੈ, ਜ਼ਿੰਮੇਵਾਰੀ ਡਰਾਈਵਰ ਦੀ ਹੈ। ਡਰਾਈਵਰ ਨੂੰ ਪਤਾ ਹੋਣਾ ਚਾਹੀਦਾ ਉਹਦੇ ਕੋਲੇ ਕੀ ਕੁਛ ਹੈ, ਕਿਉਂਕਿ ਜਿੱਦ ਤੱਕ ਮੇਰਾ ਖਿਆਲ ਹੈ ਜਦੋਂ ਬਾਰਡਰ ਕ੍ਰਾਸ ਕਰਦੇ ਆ, ਬਾਰਡਰ ਕ੍ਰਾਸ ਕਰਨ ਦੀ ਛੱਡੋ ਪਏ ਟਰੱਕ ਦੀ ਗੱਲ, ਆਪਾਂ ਆਉਨੇ ਆ 에ਅਰਪੋਰਟ ਤੇ ਆਉਨੇ ਆ, ਠੀਕ ਆ, ਇੱਥੇ ਸੂਟਕੇਸ ਖੋਲ ਲਿਆ, ਤੁਹਾਡਾ ਸੂਟ ਪਾਸੇ ਕਰ ਲਿਆ, ਤੁਹਾਡਾ ਸੂਟਕੇਸ ਆ, ਤੁਸੀਂ ਕਹੋ ਜੀ ਹਾਂ, ਤੁਸੀਂ ਭਰਿਆ, ਤੁਸੀਂ ਕੀ ਕਹੋਗੇ? ਹਾਂ ਹੀ ਕਹੋਗੇ। ਪਰ ਜਦ ਤੱਕ ਮੇਰਾ ਇਹ ਤਾਂ ਹੋ ਗਿਆ ਨਾ ਕਿ ਉਹ ਤਾਂ ਸੂਟਕੇਸ ਮੇਰਾ ਹੋ ਗਿਆ, ਕਿ ਮੇਰਾ ਸੂਟਕੇਸ ਹੈ, ਮੈਨੂੰ ਪਤਾ ਉਹਦੇ ਵਿੱਚ ਕੀ ਰੱਖਿਆ ਹੋਇਆ। ਤੁਹਾਡਾ ਦੋਸਤ ਮਿੱਤਰ ਜਿਹੜਾ ਤੁਹਾਨੂੰ ਕੜਾਹ ਫੜਾ ਕੇ ਗਿਆ, ਬਰਫੀ ਦਾ ਡੱਬਾ ਫੜਾ ਕੇ ਗਿਆ, ਉਹ 'ਚ ਕੀ ਹੈ? ਹਾਊ ਡੂ ਯੂ ਨੋ? ਆਫ ਕੋਰਸ। ਜਿਹੜੀ ਉਹ ਗੁੜ ਦੀ ਭੇਲੀ ਦੇ ਕੇ ਗਿਆ ਉਹਦੇ ਵਿੱਚ ਕੀ ਹੈ ਤੁਹਾਨੂੰ ਕੀ ਪਤਾ? ਜਿਹੜੇ ਅਚਾਰ ਕਹਿੰਦਾ ਜੀ ਸਾਡੇ ਘਰਦਿਆਂ ਨੂੰ ਅਚਾਰ ਬੜਾ ਚੰਗਾ ਲੱਗਦਾ, ਇਹ ਗੱਲ ਹੋਈ ਹੈ ਜੀ? ਜਿਹੜਾ ਕਹਿੰਦਾ ਵੀ ਸਾਡੇ ਘਰ ਦਾ ਬਣਿਆ ਅਚਾਰ ਹੀ ਖਾਂਦਾ, ਤੂੰ ਪਲੀਜ਼ ਰਹਿ ਜਾ, ਉਹ ਡੱਬਾ ਦੇਦਾ, ਡੱਬੇ ਦੇ ਵਿੱਚ ਫੀਮ ਪਾਈ ਹੋਈ ਆ, ਤੁਸੀਂ ਕੀ ਕਰੋਗੇ? ਤੁਸੀਂ ਦੋਸਤ ਮਿੱਤਰਾਂ ਕੇ ਫੜਾ ਦੇ, ਕੋਈ ਗੱਲ ਨਹੀਂ ਮੈਂ ਲੈ ਜਾਣਾ, ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਉਹਦੇ ਵਿੱਚ ਕੀ ਹੈ। ਸੋ ਇਸ ਕਰਕੇ ਡਰਾਈਵਰ ਨੂੰ ਪਤਾ ਜਾਂ ਨਹੀਂ ਪਤਾ, ਡਰਾਈਵਰ ਜ਼ਿੰਮੇਵਾਰ ਹੈ। ਇਸੇ ਕਰਕੇ ਕਈ ਅਣਭੋਲ ਡਰਾਈਵਰ ਇਸ ਗੱਲ ਕਰਕੇ ਫਸ ਜਾਂਦੇ ਆ, ਫੜੇ ਜਾਂਦੇ ਆ। ਕਈ ਐਸੇ ਨੇ ਜਿਹੜੇ ਵਿਚਾਰੇ ਜੇਲ੍ਹਾਂ 'ਚ ਬੈਠੇ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਹੈ ਨਹੀਂ ਸੀਗਾ, ਕਾਨੂੰਨ ਦੇ ਵਿੱਚ ਆ ਗਏ ਨੇ ਜੀ, ਭੁਗਤਣੀ ਪੈ ਗਈ। ਬਿਲਕੁਲ। ਤੇ ਜੀ ਇੱਕ ਖਬਰ ਇੱਕ ਹੋਰ ਸਾਹਮਣੇ ਆਈ ਹੈ ਜੀ, 26 ਸਾਲ ਦੇ ਗੌਰਵ ਜੱਸਲ ਨੂੰ ਗ੍ਰਿਫਤਾਰ ਕੀਤਾ ਗਿਆ। ਬ੍ਰੈਂਪਟਨ ਦੇ ਵਿੱਚ 2 ਬੈਂਕ ਰੋਬਰੀ ਦੇ ਮਾਮਲੇ ਸਾਹਮਣੇ ਆਏ ਸੀ ਤੇ ਇਹਨਾਂ ਮਾਮਲਿਆਂ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਰ ਇੱਕ ਹੋਰ ਆਪਣੇ ਭਾਈਚਾਰੇ ਦਾ ਜਿਹੜਾ ਕੀਰਤੀਮਾਨ ਇੱਥੇ ਸਾਹਮਣੇ ਆਇਆ, ਮੈਕਲੌਗਲਨ ਐਂਡ ਬੋਗਟ ਦੇ ਏਰੀਆ 'ਚ ਮੇਰੇ ਖਿਆਲ ਸੀਗਾ ਜੀ, ਇੱਥੇ ਇੱਕ ਦੂਸਰਾ ਫੋਗਲੈਂਡ ਹਾਈਵੇ 50 ਤੇ 2 ਜੀ ਬੈਂਕਾਂ ਦੇ ਵਿੱਚ ਇਹਨਾਂ ਨੇ ਰੋਬਰੀ ਕੀਤੀ ਹੈ ਜੀ। ਰੋਬਰੀ ਬਸ ਤਰਨ ਗਏ ਆ, ਜਿਹੜਾ ਪਿੱਛੇ ਕਲਰਕ ਬੈਠੀ ਹੈ ਉਹਨੂੰ ਨੋਟ ਫੜਾਇਆ, ਭਾਈ ਵੀ ਪੈਸੇ ਦੇ ਦਿਓ, ਉਹਨੇ ਪੈਸੇ ਫੜਾ ਤੇ ਠੀਕ ਆ, ਲੈ ਕੇ ਹਰੇ ਖਰੇ, ਪਰ ਉਹਨੇ ਉਹ ਨਹੀਂ ਸੀ ਪਤਾ ਫੜਿਆ ਵੀ ਜਾਣਾ। ਤੁਹਾਡੀ ਹਰ ਥਾਂ ਤੇ ਫੋਟੋ ਆ ਰਹੀ ਹੈ, ਹਰ ਥਾਂ ਤੇ ਤੁਹਾਡੀ ਪੁੱਛਤਾਛ ਹੋਏਗੀ, ਤੁਸੀਂ ਨਿਕਲਣਾ ਬਹੁਤ ਮੁਸ਼ਕਿਲ ਹੈਗਾ। ਬੈਂਕ ਵਾਲਿਆਂ ਨੂੰ ਕਿਹਾ ਹੈ ਜਿਹੜਾ ਪੈਸੇ ਮੰਗਦਾ ਉਹਨੂੰ ਪੈਸੇ ਫੜਾ ਦਿਓ, ਇਟਸ ਇੰਸ਼ੋਰਡ ਮਨੀ। ਬੈਂਕ ਵਾਲਿਆਂ ਨੂੰ ਕਿਹਾ ਹੋਵੇ ਤੁਸੀਂ ਮਰਨਾ ਨਹੀਂ ਹੈ, ਤੁਸੀਂ ਜਿਹੜਾ ਪੁੱਛਦਾ ਚੱਕ ਖਾਲੀ ਕਰਕੇ ਫੜਾ ਦਿਓ, ਇਹਨਾਂ ਨੂੰ ਫੜਾਂਗੇ ਅਸੀਂ ਆਪਣੇ ਆਪ। ਵੈਸੇ ਅੱਜ ਕੱਲ੍ਹ ਬੈਂਕਾਂ ਦੇ ਕੋਲੇ ਸਿਸਟਮ ਹੈਗਾ ਕਿ ਉਹ ਅਲਰਟ ਕਰ ਸਕਦੇ ਪੁਲਿਸ ਨੂੰ ਉਸੇ ਵੇਲੇ ਜਦੋਂ ਇਹ ਕੰਮ ਹੁੰਦਾ ਹੈਗਾ। ਤੋ ਇਹ ਭਾਈ ਸਾਹਿਬ ਜੀ ਇਹਨਾਂ ਨੇ ਜਿਹੜਾ ਇਹ ਤਮਗਾ ਲਿਆ ਜੀ, ਫਿਰ ਇਹ ਹੁਣ ਇਹਨਾਂ ਦੇ ਨਾਂ ਦੇ ਨਾਲ ਰਹੇਗਾ। ਜੱਸਲ ਸਾਹਿਬ ਨੇ ਜੀ, ਗੌਰਵ ਜੱਸਲ ਸਾਹਿਬ, ਉਮਰ ਵੀ ਥੋੜੀ ਹੋਈ ਹੈ, ਛੇਤੀ ਅਮੀਰ ਹੋਣੇ 25 ਸਾਲਾਂ ਦੇ ਨੇ ਜੀ। ਪਲੀਜ਼ ਛੇਤੀ ਅਮੀਰ ਹੋਣ ਦੀਆਂ ਸਕੀਮਾਂ ਨਾ ਬਣਾਓ। ਜਿਹੜੀ ਜਿੰਨੀ ਵਧੀਆ ਸਕੀਮ ਹੁੰਦੀ ਆ ਉਹ ਓਨੀ ਮਾੜੀ ਹੁੰਦੀ ਆ। ਜਿਹੜੀ ਵੀ ਕੋਈ ਡੀਲ ਤੁਹਾਨੂੰ ਲੱਗਦਾ ਬਹੁਤ ਵਧੀਆ, ਉਹ ਡੀਲ ਦੇ ਮਾੜੇ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ। ਜਿਹੜਾ ਕੰਮ, ਜਿਹੜਾ ਸਵਾਦ ਮਿਹਨਤ ਨਾਲ ਪੈਸੇ ਬਣਾਉਣ ਦਾ, ਮਿਹਨਤ ਕਰਕੇ ਆਪਣਾ ਢਿੱਡ ਭਰਨ ਦਾ, ਉਹ ਅਜਿਹਾ 'ਚ ਹੈ ਨਹੀਂ ਗਾ ਜੀ। ਤੁਹਾਡੀ ਕੁਛ ਕਰ ਲਓ ਕਰਨ। ਕਈ ਲੋਕ ਐਸੇ ਨੇ ਇੱਥੇ, ਹੋ ਸਕਦਾ ਅਗਲਾ ਡਰੱਗ ਵੇਚੀ ਆ, ਅਗਲਾ ਮਿਲੀਅਨਰ ਬਣ ਗਿਆ, ਬੜਾ ਵੱਡਾ ਮਹਿਲ ਪਾਇਆ ਹੈ। ਜਦੋਂ ਤੁਹਾਡੇ ਘਰ ਦੇ ਮੂਹਰ ਦੀ ਕੋਈ ਲੰਘਦਾ ਹੈ, ਕਹਿੰਦਾ ਐਮਰਜੈਂਸੀ ਨੂੰ ਡਰੱਗ ਵੇਚਦਾ ਹੁੰਦਾ ਸੀਗਾ,
ਤਾਂ ਇਹਨੇ ਐਡਾ ਸਾਰਾ ਘਰ ਪਾਇਆ ਹੈ। ਯਾਨੀ ਤੁਸੀਂ ਤੁਹਾਡੀ ਇੱਜ਼ਤ ਕੋਈ ਨਹੀਂ ਰਹਿੰਦੀ ਹੈ। ਜਿਹੜਾ ਜਿਉਣਾ ਹੈ, ਇੱਕ ਵਾਰੀ ਉਮਰ ਮੇਰੀ ਆ, ਘੱਟੋ ਘੱਟ ਉਹ ਤਾਂ ਇੱਜ਼ਤ ਨਾਲ ਜਿਉਂ, ਛੱਡੋ ਪਰੇ ਇਹੋ ਜਿਹੇ ਕੰਮ ਨਾ ਕਰੋ ਪਲੀਜ਼। ਨਾਲੇ ਬਦਨਾਮੀ ਹੁੰਦੀ ਹੈ, ਨਾਲੇ ਜੇਲ੍ਹਾਂ ਕੱਟੋਗੇ, ਸਾਰੀ ਉਮਰ ਦਾ ਤਮਗਾ ਤੁਹਾਡੇ ਉੱਤੇ ਰਹੂਗਾ। ਅੱਗੇ ਤੁਹਾਡੇ ਵਿਆਹ ਹੋਣੇ ਆ, ਤੁਹਾਡੇ ਬੱਚੇ ਹੋਣੇ ਆ, ਤੁਸੀਂ ਇਮੇਜਿਨ ਕਰੋ ਤੁਸੀਂ ਦਾਦੇ ਪੜਦਾਦੇ ਬਣਨਾ, ਤੁਹਾਡੇ ਨਾਂ ਦੇ ਨਾਲ ਇਹ ਚੀਜ਼ ਤੁਰੀ ਜਾਣੀ ਹੈ। ਪਲੀਜ਼ ਇਹ ਜਿਹਾ ਕੰਮ ਨਾ ਕਰਿਆ ਕਰੋ। ਤੁਸੀਂ ਇਹ ਦੇਖੋ ਕਿ ਜਦੋਂ ਇੱਥੇ ਆਉਣਾ ਹੁੰਦਾ ਉਦੋਂ ਕਿੰਨੀਆਂ ਮਿਹਨਤਾਂ ਨਾਲ, ਕਿੰਨੀਆਂ ਮੁਸ਼ਕਿਲਾਂ ਨਾਲ ਇੱਥੇ ਲੋਕੀ ਪਹੁੰਚਦੇ ਨੇ। ਉਸ ਤੋਂ ਬਾਅਦ ਜਲਦੀ ਅਮੀਰ ਹੋਣ ਦੇ ਚੱਕਰ 'ਚ, ਰਾਤੋਂ ਰਾਤ ਅਮੀਰ ਹੋਣ ਦੇ ਚੱਕਰ 'ਚ ਇਹ ਵੀ ਨਹੀਂ ਸੋਚਦੇ ਹੈਗੇ ਕਿ ਕਿੰਨੀਆਂ ਮਿਹਨਤਾਂ ਨਾਲ ਇੱਥੇ ਪਹੁੰਚੇ ਆ। ਵਾਪਿਸ ਚਲੇ ਗਏ ਤਾਂ ਸਾਰੇ ਪਾਸੇ ਕੁਐਸਚਨ ਮਾਰਕ ਲੱਗ ਜਾਣਾ ਸਾਡੇ ਫਿਊਚਰ ਦੇ ਉੱਤੇ। ਇੱਕ ਆਪਾਂ ਮਿਊਰ ਵਰਤਿਆ ਸੀ ਸ਼ਬਦ ਮੈਂ, ਇੱਕ ਇੱਥੇ ਜਿਹੜੀਆਂ ਫੋਨ ਸਕੈਮ ਵਾਲੀਆਂ ਕੰਪਨੀਆਂ ਨੇ ਉਹ ਵੀ ਮਿਊਰ ਵਰਤਦੀਆਂ ਨੇ। ਆਪਣਾ ਬਰੈਂਪਟਨ 'ਚ ਇੱਕ ਬੱਚਾ 22 ਸਾਲਾਂ ਦਾ, 22 ਸਾਲ ਦਾ, ਠੀਕ ਹੈ, ਉਹਦਾ ਨਾਂ ਸ਼ੁਭ ਨਾਮ ਤੁਹਾਨੂੰ ਪਤਾ ਜੀ ਉਹਨਾਂ ਦਾ ਕੀ ਹੈ? ਸਰ ਨਹੀਂ, ਮੈਨੂੰ ਨਹੀਂ ਪਤਾ। ਅੱਛਾ, ਸ਼ੁਭ ਨਾਮ ਜੇ ਆ ਗਿਆ ਤਾਂ ਜੀ ਮੈਂ ਦੱਸ ਦਿਆਂਗਾ ਤੁਹਾਨੂੰ। ਸ਼ਾਇਦ ਗੌਰਵ ਹੈ ਜੀ ਉਹਨਾਂ ਦਾ ਨਾਮ। ਨਹੀਂ, ਗੌਰਵ ਜੱਸਲ ਤਾਂ ਇਹ ਸੀਗਾ ਜੀ। ਗੌਰਵ ਜੱਸਲ, ਹਾਂਜੀ ਹਾਂਜੀ, ਉਹ ਆਪਾਂ ਕੱਲ ਹੀ ਉਹਨਾਂ ਬਾਰੇ ਡਿਸਕਸ ਕਰ ਰਹੇ ਸੀ। ਹਾਂਜੀ ਹਾਂਜੀ ਹਾਂਜੀ, ਲਓ ਜੀ, ਜੇ ਨਾ ਆ ਗਿਆ ਤਾਂ ਜੀ ਮੈਂ ਤੁਹਾਨੂੰ ਹੁਣੇ ਦੱਸ ਹੀ ਦਿੰਦਾ। ਤੇ ਉਹਨਾਂ ਨੇ ਵੀ ਨਮਨ ਗਰੋਵਰ ਸਾਹਿਬ ਨੇ ਜੀ, ਔਰ ਉਹਨਾਂ ਜਿਹੜੀਆਂ ਕੰਪਨੀਆਂ ਤੁਹਾਨੂੰ ਫੋਨ ਤੇ ਕਹਿੰਦੀਆਂ ਨੇ ਵੀ ਫੋਨ ਹੈਂਗ ਅਪ ਨਾ ਕਰੀ, ਪੈਸੇ ਕਢਾ ਕੇ ਲਿਆ, ਇੱਥੇ ਜਮਾ ਕਰਾ, ਉਹ ਕੰਪਨੀਆਂ ਜਿਹੜੀਆਂ ਸਕੈਮ ਕਰਦੀਆਂ ਨੇ ਉਹਨਾਂ ਨੇ ਇੱਥੇ 2 ਬੰਦੇ 4 ਬੰਦੇ 10 ਬੰਦੇ ਹਾਇਰ ਕੀਤੇ ਹੋਏ, ਤੁਹਾਡੇ ਅਕਾਊਂਟ 'ਚ ਪੈਸੇ ਜਮਾ ਚੜੇ ਹੋ ਗਏ, ਪੈਸਾ ਤਾਂ ਆਇਆ ਨਾ ਤੁਹਾਡੇ ਕੋਲ। ਤੁਹਾਨੂੰ ਉਹ 'ਚ ਕਿਹਾ ਵੀ ਕਿੰਨੇ % ਦੇਵਾਂਗੇ। ਮੈਂ ਕਹਿੰਦਾ ਮੈਂ ਹੁਣ ਸਟੂਡੈਂਟ ਹਾਂ, ਨਵਾਂ ਨਵਾਂ, ਮੇਰਾ ਕੰਮ ਔਖਾ ਬੜਾ ਹੈ। ਔਰ ਇਸ ਮਾਮਲੇ ਜੀ ਸਟੂਡੈਂਟਸ ਟਾਰਗੇਟ ਕੀਤੇ ਹੋਏ ਨੇ। ਮੈਂ ਸਟੂਡੈਂਟਸ ਨੂੰ ਅਗਾਹ ਕਰਨਾ ਚਾਹੁੰਦਾ, ਪਲੀਜ਼ ਕੋਈ ਇਹੋ ਜਿਹੀ ਗੱਲ ਹੈ ਇਹ ਕੰਮ ਕਰਿਓ ਨਾ। ਸਟੂਡੈਂਟਸ ਨੂੰ ਵਰਤਦੇ ਆ, ਪੈਸੇ ਦੀ ਲੋੜ ਹੈ। ਤੁਸੀਂ ਵਰਤਨ ਦੀ ਗੱਲ ਕੀਤੀ ਹੈ, ਪਿਛਲੇ ਸਾਲ ਹੀ ਐਵੇਂ ਦਾ ਕੇਸ ਵੀ ਆਇਆ ਸੀ ਜਿੱਥੇ ਕਿ ਕਾਫੀ ਜ਼ਿਆਦਾ ਇਹ ਹਾਈਲਾਈਟ ਹੋਇਆ। ਸਟੂਡੈਂਟਸ ਨੂੰ ਕੀ ਕਿਹਾ ਜਾਂਦਾ ਸੀਗਾ ਕਿ ਸਾਡੇ ਕੋਲ ਇੱਕ ਚੈੱਕ ਹੈ ਕਿ ਅਸੀਂ ਉਹ ਕੈਸ਼ ਕਰਵਾਉਣਾ ਆ, ਸਾਡੇ ਬੈਂਕ ਵਿੱਚ ਲੱਗ ਨਹੀਂ ਪਾ ਰਿਹਾ, ਜਾਂ ਕੁਝ ਐਵੇਂ ਦੇ ਕੋਈ ਸਰਕਮਸਟੈਂਸਿਸ ਦੱਸ ਦਿੱਤੇ ਜਾਂਦੇ ਸੀ। ਸਟੂਡੈਂਟ ਨੂੰ ਕਿਹਾ ਜਾਂਦਾ ਸੀ ਜਿਵੇਂ $1500 ਦਾ ਚੈੱਕ ਹੈ ਕਿ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਲਗਾ ਲਵੋ, ਸਾਨੂੰ $1200 ਦੇ ਦੇਵੋ, ਕੋਈ ਗੱਲ ਨਹੀਂ, ਬਾਕੀ ਦੇ 300 ਤੁਸੀਂ ਰੱਖ ਲਵੋ। ਸੋ ਸਟੂਡੈਂਟਸ ਵੀ ਚੁੱਕ ਕੇ ਕਿ ਹਾਂ ਜੀ $300 ਦਾ ਕੋਈ ਨਹੀਂ, ਚੈੱਕ ਕੈਸ਼ ਕਰਨਾ ਹੈ, ਇਹਦਾ ਕੀ ਹੁੰਦਾ ਹੈ। ਉਹਨਾਂ ਨੇ ਚੈੱਕ ਕੈਸ਼ ਕਰਨ ਦੇ ਮਾਰੇ ਵੀ $300 ਸਾਨੂੰ ਮਿਲ ਰਿਹਾ, ਚੈੱਕ ਆਪਣੇ ਅਕਾਊਂਟ ਦੇ ਵਿੱਚ ਲਗਾ ਲੈਂਦੇ ਸੀ। ਐਵੇਂ ਦੇ ਬਹੁਤ ਸਾਰੇ ਮੈਟਰ ਸਾਹਮਣੇ ਆਏ ਨੇ। ਬਿਲਕੁਲ ਜੀ। ਫਿਰ ਆ ਇੱਕ ਉਹਦੇ ਨਾਲ ਦਾ ਇੱਕ ਨਵਾਂ ਸਕੈਮ ਹੈ ਵੀ ਜਿਹੜੇ ਤੁਹਾਨੂੰ ਇਹ ਹਾਇਰ ਕਰਦੇ ਆ ਵੀ ਤੁਹਾਨੂੰ ਪੈਸੇ ਬਣਨਗੇ, ਪੈਸੇ ਅੱਗੇ ਵੀ ਮੈਂ ਗੱਲ ਕਹੀ ਹੈ, ਰਾਤੋਂ ਰਾਤ ਮਿਲੀਅਨਰ ਬਣਨ ਦੀ ਕੋਸ਼ਿਸ਼ ਨਾ ਕਰੋ। ਹਰੇਕ ਚੀਜ਼ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਆ ਜੀ। ਹੁਣ ਆਹ ਨਮਨ ਗੌਰ ਸਾਹਿਬ, ਇਹਨਾਂ ਨੂੰ ਫੜ ਲਿਆ ਜੀ, ਇਹਨਾਂ ਦੇ ਉੱਤੇ ਚਾਰਜ ਲੱਗੇ ਨੇ 5000 ਫਰਾਡ ਦਾ, more than $5000, ਤੇ ਲੀਕ ਇਹਨਾਂ ਤੇ ਵੀ ਲੱਗ ਜਾਣੀ ਹੈ। ਇਹ ਆਏ ਹੋਏ ਐਜ਼ ਅ ਸਟੂਡੈਂਟ, ਤੇ ਸਾਹਮਣੇ ਤਾਂ ਇਹਨਾਂ ਦੇ ਫਿਊਚਰ ਕਿੰਨਾ ਬ੍ਰਾਈਟ ਸੀਗਾ, ਇੱਥੇ ਦੇ ਇਹਨਾਂ ਨੇ ਅਖੀਰ ਸ਼ਹਿਰੀ ਬਣ ਜਾਣਾ ਸੀਗਾ, ਤੇ ਹੁਣ ਇਹਨਾਂ ਗੱਲਾਂ ਕਰਕੇ ਕਿਵੇਂ ਬਣਨਗੇ। ਸੋ ਪਲੀਜ਼ ਇਹ ਕੰਮ ਨਾ ਕਰੋ, ਸਹੀ ਕੰਮ ਕਰੋ। ਬੜਾ ਵਧੀਆ ਕੰਟਰੀ ਹੈ, ਵਨ ਆਫ ਦ ਬੈਸਟ ਪਲੇਸਿਸ ਟੂ ਲਿਵ। ਚੰਗਾ ਕੰਮ ਕਰੋ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਅਸੀਂ ਕਾਲ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਨਾਜੀ ਸਾਹਿਬ ਨੂੰ, ਮੈਂ ਦੂਰ ਬੈਠਾ ਨਹੀਂ ਤੇ ਇਹਨਾਂ ਨੂੰ ਸੜੋਪਾ ਜ਼ਰੂਰ ਮੈਂ ਇਹਨਾਂ ਦੇ ਗੱਲ 'ਚ ਪਾਵਾਂ, ਜਿਹੜੀ ਆਹ ਗੱਲ ਸਮਝਾਉਂਦੇ ਆ ਬੱਚਿਆਂ ਨੂੰ, ਬੰਦਿਆਂ ਨੂੰ ਵੀ ਤੁਸੀਂ ਛੇਤੀ ਇਸ ਗੱਲ ਤੇ ਅਮੀਰ ਨਾ ਬਣੋ, ਆਪਣੀ ਜ਼ਿੰਦਗੀ ਸਹੀ ਭੋਗੋ। ਮੇਰੇ ਨਾਲ ਵਿਚਾਰ ਇਹਨਾਂ ਦੇ ਬਿਲਕੁਲ ਮਿਲਦੇ ਆ। ਮੈਂ ਆਪਣੇ ਨਿਆਣਿਆਂ ਨੂੰ ਇਹੀ ਗੱਲ ਕਹਿੰਦਾ ਰਹਾਂਗਾ ਜਿੰਨਾ ਚਿਰ ਮੇਰੀ ਜ਼ਿੰਦਗੀ ਆ। ਔਰ ਬੜਾ ਵਧੀਆ ਆਪਣਾ ਟਾਈਮ ਪਾਸ ਕਰਦੇ ਆ। ਥੈਂਕ ਯੂ ਜੀ। ਦੇਖੋ, ਸਾਡਾ ਫਰਜ਼ ਹੈ ਜੀ, ਸਾਡੇ ਕੋਲੇ ਜਿਹੜੀਆਂ ਸਾਡੇ ਪੇਰੈਂਟ ਨੇ, ਸਾਡੇ ਵਡੇਰਿਆਂ ਨੇ ਕੋਈ ਵੈਲਿਊਜ਼ ਦਿੱਤੀਆਂ ਨੇ, ਜੇ ਅਸੀਂ ਉਹ ਸ਼ੇਅਰ ਕਰ ਸਕੀਏ ਤਾਂ ਚੰਗੀ ਗੱਲ ਹੈ ਜੀ। ਜੇ ਕੋਈ ਗਲਤ ਗੱਲ ਕਹਿੰਦੇ ਤਾਂ ਪਲੀਜ਼ ਟੋਕੋ ਸਾਨੂੰ ਵੀ ਇਹ ਗੱਲ ਤੁਹਾਨੂੰ ਕਹਿਣੀ ਨਹੀਂ ਚਾਹੀਦੀ। ਮੈਨੂੰ ਇਸ ਗੱਲ ਦਾ ਕਦੇ ਵੀ ਨਹੀਂ ਹੋਗਾ ਜੇ ਮੈਨੂੰ ਤੁਸੀਂ ਕਿਤੇ ਫੋਨ ਕਰਕੇ ਕਹਿੰਦੇ ਵੀ ਤੂੰ ਗਲਤ ਸੀਗਾ, ਇਸ ਵਾਰ ਆਈ ਵਿਲ ਐਕਸੈਪਟ ਮਾਈ, ਜੇ ਕੋਈ ਮੈਂ ਗਲਤੀ ਕਰਦਾ ਜੀ ਆਈ ਵਿਲ ਡੂ ਦੈਟ। ਮੈਨੂੰ ਐਸੀ ਕੋਈ ਹਉਮੈ ਨਹੀਂ ਹੈ ਵੀ ਕਿਸੇ ਗੱਲ ਤੇ ਮੈਂ ਜੋ ਤੁਸੀਂ ਮੈਨੂੰ ਨਾ ਕਹੋ ਤੇ ਮੈਂ ਨਾ ਕਹਾਂ, ਨਹੀਂ ਜੀ। ਫਿਰ ਵੀ ਕੋਸ਼ਿਸ਼ ਕਰੀਦੀ ਹੈ ਕਿ ਕੋਈ ਚੰਗੀ ਗੱਲ ਹੀ ਹੋਵੇ, ਚਾਹੇ ਮੈਂ ਮਾੜਾ ਹੀ ਹਾਂ ਜੀ, ਕੋਸ਼ਿਸ਼ ਕਰਦਾ ਚੰਗੀਆਂ ਗੱਲਾਂ ਨਿਕਲਣ। ਨਹੀਂ ਸਰ, ਏਦਾਂ ਦੀ ਕੋਈ ਗੱਲ ਨਹੀਂ ਹੈ। ਆਪਾਂ ਸਟੂਡੈਂਟਸ ਦੀ ਗੱਲ ਕਰ ਰਹੇ ਸੀ। ਇੱਕ ਸਟੂਡੈਂਟ ਦੀ ਵਰਗੀ ਹੀ ਮੰਦਭਾਗੀ ਖਬਰ ਇਸ ਵਕਤ ਸਾਹਮਣੇ ਆਈ ਹੈ। ਜਦੋਂ ਵੀ ਵਿਦੇਸ਼ਾਂ ਵੱਲ ਨੂੰ ਰੁਖ ਕਰਦੇ ਆ, ਇਹੀ ਹੁੰਦਾ ਪੇਰੈਂਟਸ ਨੂੰ ਵੀ ਕਿ ਕੋਈ ਇਹੋ ਜਿਹੀ ਖਬਰ ਨਾ ਆ ਜਾਏ ਜਿਹੜੀ ਅਸੀਂ ਸੁਣਨਾ ਨਹੀਂ ਚਾਹੁੰਦੇ। ਅਜਿਹੀਆਂ ਖਬਰਾਂ ਅਨਫੋਰਚੂਨੇਟਲੀ ਬਹੁਤ ਜ਼ਿਆਦਾ ਇਸ ਵਕਤ ਸਾਹਮਣੇ ਆ ਰਹੀਆਂ ਨੇ। ਇੱਕ ਜੀ ਸੰਗਰੂਰ ਦੇ ਪਿੰਡ ਸ਼ੇਰਪੁਰ ਦਾ ਲੜਕਾ ਸੀ, 23 ਸਾਲ ਦਾ ਪੰਕਜ ਗਰਗ, ਜੋ ਕਿ ਲਗਭਗ 2 ਸਾਲ ਪਹਿਲਾਂ ਕੈਨੇਡਾ ਸਟੂਡੈਂਟ ਵੀਜ਼ਾ ਦੇ ਉੱਤੇ ਆਇਆ ਸੀ। ਬੀਤੇ ਦਿਨੀ ਉਹਦੀ ਤਬੀਅਤ ਅਚਾਨਕ ਖਰਾਬ ਹੋ ਗਈ, ਬਹੁਤ ਜ਼ਿਆਦਾ ਬੁਖਾਰ ਹੋ ਗਿਆ ਉਸਨੂੰ, ਡਰਾਈ ਕਫ ਹੋ ਗਈ, ਨਾਲ ਦੀ ਨਾਲ ਉਹਦਾ ਸਿਰ ਬਹੁਤ ਜ਼ਿਆਦਾ ਦੁਖਣ ਲੱਗ ਗਿਆ, ਜਿਸ ਤੇ ਚੱਲਦਿਆਂ ਉਹ ਮਸਕੋਕਾ ਦੇ ਹਸਪਤਾਲ ਵਿੱਚ ਗਿਆ। ਖੁਦ ਉਹ ਚੱਲ ਕੇ ਹਸਪਤਾਲ ਗਿਆ, ਉੱਥੇ ਡਾਕਟਰਾਂ ਨੇ ਉਸਨੂੰ ਐਡਮਿਟ ਕੀਤਾ, ਰਾਤ ਨੂੰ ਉੱਥੇ ਸੌਂ ਗਿਆ। ਸਰ ਸੁੱਤਾ ਅਜਿਹਾ ਕਿ ਮੁੜ ਕੇ ਉੱਠਿਆ ਨਹੀਂ।
ਉਹਦਾ ਬ੍ਰੇਨ ਡੈਡ ਹੋ ਗਿਆ, ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਹਨੂੰ ICU ਦੇ ਵਿੱਚ ਭਰਤੀ ਕੀਤਾ ਗਿਆ। ਉੱਥੇ ਉਹਦਾ ਬ੍ਰੇਨ ਡੈਡ ਹੋ ਗਿਆ। ਡਾਕਟਰ 3 ਦਿਨ ਤੱਕ ਉਸ ਨੂੰ ਟ੍ਰੀਟਮੈਂਟ ਦਿੰਦੇ ਰਹੇ, ਲਾਈਫ ਸਪੋਰਟ ਤੇ ਰੱਖਿਆ, ਪਰ 3 ਦਿਨ ਤੱਕ ਉਸ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਤੇ ਅਖੀਰ ਅੱਜ ਸ਼ਾਮ ਨੂੰ 4 ਵਜੇ ਉਹਦੀ ਜਿਹੜੀ ਲਾਈਫ ਸਪੋਰਟ ਆ ਉਤਾਰ ਦਿੱਤੀ ਗਈ ਹੈ ਤੇ ਉਸ ਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਸਰ ਕਹਿੰਦੇ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਪਿਤਾ ਨੇ ਕਰਜ਼ਾ ਚੁੱਕ ਕੇ ਉਸ ਨੂੰ ਇੱਥੇ ਭੇਜਿਆ ਸੀ ਕਿ ਆਪਣੇ ਸੁਪਨੇ ਪੂਰੇ ਕਰ ਸਕੇ ਤੇ ਅਚਾਨਕ ਸਰ ਹੁਣ ਦੇਖ ਰਹੇ ਹਾਂ ਛੋਟੀ ਉਮਰੇ ਮੌਤਾਂ ਦੇ ਬਹੁਤ ਮਾਮਲੇ ਸਾਹਮਣੇ ਆ ਰਹੇ ਨੇ। ਇੱਥੇ ਤੁਸੀਂ ਦੇਖ ਸਕਦੇ ਹੋ 23 ਸਾਲ ਦਾ ਬੱਚਾ ਆ ਜਿਹਦੀ ਇਸ ਵਕਤ ਬ੍ਰੇਨ ਡੈਡ ਹੋਣ ਕਰਕੇ ਮੌਤ ਹੋ ਗਈ। ਬੀਤੇ ਦਿਨੀ ਅਸੀਂ ਖਬਰ ਪੜ੍ਹੀ ਸੀ ਜਿੱਤੇ ਵਿੱਚ ਕਿਚਨਰ ਦੇ ਵਿੱਚ 21 ਸਾਲ ਦੇ ਬੱਚੇ ਨੂੰ ਹਾਰਟ ਅਟੈਕ ਹੋ ਗਿਆ। ਬਹੁਤ ਛੋਟੀ ਉਮਰ ਦੇ ਵਿੱਚ ਅਜਿਹੀਆਂ ਬਿਮਾਰੀਆਂ ਲੱਗ ਰਹੀਆਂ ਨੇ। ਤਰਨ ਬਿਮਾਰੀਆਂ ਵੀ ਨੇ ਕਿਉਂਕਿ ਟੈਨਸ਼ਨ ਬੜੀ ਹੈਗੀ ਆ। ਜਿਹੜਾ ਬੱਚਾ ਆਪਣੇ ਪੇਰੈਂਟਸ ਨੂੰ ਛੱਡ ਕੇ ਆਉਂਦੇ ਸਾਰ ਅੱਗੇ ਵੀ ਆਪਾਂ ਇਹ ਗੱਲ ਕੀਤੀ ਵੀ ਉਹ ਬੱਚੇ ਨੂੰ ਪ੍ਰਪੇਅਰ ਕਰੋ। ਉਹ ਘਰੋਂ ਸਾਰੇ ਲਾੜ ਪਿਆਰ ਛੱਡ ਕੇ ਜਾ ਰਿਹਾ, ਇੱਕ ਐਸੀ ਥਾਂ ਤੇ ਜਾ ਰਿਹਾ, ਮੰਨ ਲਓ ਜੰਗਲ 'ਚ ਜਾ ਰਿਹਾ, ਤੁਸੀਂ ਉਹਨੂੰ ਪਹਿਲਾਂ ਇਸ ਵਾਸਤੇ ਤਿਆਰ ਕਰੋ ਕਿ ਬੱਚੇ ਨੂੰ ਜਾ ਕੇ ਹਰ ਹਾਲਾਤ ਦੇ ਵਿੱਚ ਕਰ ਸਕੇ, ਮੁਕਾਬਲਾ ਕਰ ਸਕੇ। ਇਹ ਜਿਹੜੇ ਆਪਾਂ ਪੰਕਜ ਦੀ ਗੱਲ ਕਰਦੇ ਹਾਂ, ਇਹ ਬਹੁਤ ਮਿਹਨਤੀ ਮੁੰਡਾ ਸੀ ਜਿੰਨਾ ਕੁ ਆਪਾਂ ਨੂੰ ਪਤਾ ਲੱਗਿਆ। ਬਹੁਤ ਮਿਹਨਤੀ ਸੀਗਾ ਔਰ ਇਹ ਕੋਸ਼ਿਸ਼ ਕਰਦਾ ਸੀਗਾ ਵੀ ਜਿੰਨਾ ਵੀ ਛੇਤੀ ਹੋ ਸਕੇ ਜਿਹੜਾ ਮੇਰੇ ਪੇਰੈਂਟਸ ਨੇ ਕਰਜ਼ਾ ਲਿਆ ਮੈਂ ਵਾਪਸ ਕਰ ਸਕਾਂ। ਪੜ੍ਹਦਾ ਵੀ ਸੀ, ਕੰਮ ਵੀ ਕਰਦਾ ਸੀਗਾ। ਪਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀਗਾ ਜੀ। ਇਹ ਬਹੁਤ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਇਹ ਉਹ ਨਹੀਂ ਮੈਂ ਕਹਿੰਦਾ ਵੀ ਇਕੱਲਾ ਸੀਗਾ, ਚਾਹੇ ਜੀ ਬੱਚੇ ਕਿੰਨੇ ਹੋਣ, ਬੱਚਿਆਂ ਨੂੰ ਮਾਪਿਆਂ ਨੂੰ ਸਾਰੇ ਉਨੇ ਹੀ ਪਿਆਰੇ ਹੁੰਦੇ ਆ। ਹਰ ਇੱਕ ਬੱਚੇ ਦਾ ਉਨਾ ਹੀ ਦਰਦ ਹੁੰਦਾ, ਉਨੀ ਹੀ ਚੀਜ਼ ਵੱਟ ਹੁੰਦੀ ਹੈ। ਪਰਮਾਤਮਾ ਕਰੇ ਇਹਨੂੰ ਆਪਦੇ ਚਰਨਾਂ 'ਚ ਨਿਵਾਸ ਦੇਵੇ। ਹੁਣ ਅੱਗੇ ਹੋਰ ਪ੍ਰੋਬਲਮ ਆਉਣੀ ਹੈ ਜੀ, ਹੁਣ ਬਾਡੀ ਭੇਜਣੀ ਹੈ, ਇੱਕ ਆਫਤਾਂ ਦਾ ਪਹਾੜ ਹੈ ਜੀ ਬੱਚੇ ਪੇਰੈਂਟਸ ਵਾਸਤੇ। ਫਿਰ ਇੱਥੇ ਜਿਹੜੇ ਦੋਸਤ ਮਿੱਤਰ ਨਾਲ ਦੇ ਹੈਗੇ ਆ, ਇਟਸ ਨਾਟ ਈਜ਼ੀ ਐਜ਼ ਵੈਲ। ਪਰ ਜੋ ਹੋਇਆ ਜੀ, ਇਹ ਜਿਹੜਾ ਮਸਕੋਕਾ ਮੈਮੋਰੀਅਲ ਹਸਪੀਟਲ ਹੈ ਜੀ, ਬ੍ਰੇਸਬ੍ਰਿਜ ਜਗ੍ਹਾ ਜੀ, ਇੱਥੋਂ ਸਾਡੇ ਤੋਂ ਤਕਰੀਬਨ 2-2.5 ਘੰਟੇ ਲੱਗਦੇ ਜੀ ਉੱਥੇ ਜਾਣ ਵਾਸਤੇ। ਨਾਰਥ ਵਿੱਚ ਹੈ ਟੋਰਾਂਟੋ ਦੇ। ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਪਰਮਾਤਮਾ ਵਿੱਚ ਫਿਰ ਉਹਨੂੰ ਆਪਣੇ ਚਰਨ ਚ ਵਾਸਤੇ ਵਿੱਚ। ਬਿਲਕੁਲ ਜੀ ਸਰ, ਉਹਦੇ ਫਰੈਂਡਸ ਨੇ ਉਹਦੇ ਲਈ, ਉਹਦੀ ਫੈਮਿਲੀ ਲਈ ਖਾਸ ਤੌਰ ਤੇ GoFundMe ਪੇਜ ਦੇ ਉੱਤੇ ਇੱਕ ਫੰਡ ਰੇਜ਼ਰ ਚਲਾਇਆ। ਜੇਕਰ ਕੋਈ ਇਸ ਵਿੱਚ ਥੋੜੀ ਬਹੁਤ ਹੈਲਪ ਕਰਨਾ ਚਾਹੁੰਦਾ ਤਾਂ ਕਰ ਸਕਦਾ, ਬਟ ਇਹ ਜਿਹੜੀ ਹੈ ਜੈਨੂਅਨ ਹੈ ਕਿਉਂਕਿ ਉਹਨਾਂ ਨੇ ਆਪਣਾ ਨੰਬਰ ਵੀ ਨਾਲ ਦਿੱਤਾ ਹੋਇਆ, ਨਾਲ ਹਸਪੀਟਲ ਦੀ ਵੀ ਪੂਰੀ ਡਿਟੇਲ ਦਿੱਤੀ ਹੋਈ ਆ। ਸੋ ਬਿਲਕੁਲ ਜੈਨੂਅਨ ਇਹ ਕੇਸ ਆ। ਸੋ ਜੇਕਰ ਤੁਸੀਂ ਹੈਲਪ ਕਰਨਾ ਚਾਹੋ ਇਸ ਵਕਤ, ਜੇ ਕੋਈ ਦਰਸ਼ਕ ਦੇਖ ਰਿਹਾ ਤਾਂ ਥੋੜੀ ਬਹੁਤ ਕਹਿੰਦੇ ਬੂੰਦ-ਬੂੰਦ ਕਰਕੇ ਸਾਗਰ ਭਰਦਾ ਹੁੰਦਾ ਆ। ਥੋੜੀ ਬਹੁਤ ਜੇ ਪੇਰੈਂਟਸ ਦਾ ਲੋਨ ਉਤਰ ਸਕਦਾ ਹੋਵੇ ਕਿਸੇ ਵੇ ਨਾਲ, ਜੇ ਆਪਣੀ ਸਪੋਰਟ ਨਾਲ ਥੋੜਾ ਬਹੁਤ ਹੋ ਸਕੇ ਤਾਂ ਪਲੀਜ਼ ਇਹਦੇ ਵਿੱਚ ਹੈਲਪ ਜ਼ਰੂਰ ਕਰਿਓ। ਸਰ ਜਿਵੇਂ ਇਹਦੇ ਵਿੱਚ ਖਬਰ ਇਹ ਸਾਹਮਣੇ ਆਈ ਹੈ, ਹਾਲਾਂਕਿ ਪੂਰੀ ਹਜੇ ਹਸਪੀਟਲ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਕਿ ਸ਼ਾਇਦ ਕੋਈ ਬੱਗ ਉਹਦੇ ਜਿਹੜਾ ਆ ਬ੍ਰੇਨ ਦੇ ਵਿੱਚ ਚਲਾ ਗਿਆ ਸੀ, ਜਿਸ ਤੋਂ ਬਾਅਦ ਰਾਤ ਨੂੰ ਅਜਿਹਾ ਸੁੱਤਾ ਕਿ ਉਸ ਨੂੰ ਮੁੜ ਕੇ ਉੱਠ ਹੀ ਨਹੀਂ ਪਾਇਆ। ਉਹ ਬਿਲਕੁਲ ਤਰਨ ਹੁਣ ਪਤਾ ਨਹੀਂ ਲੱਗਦਾ ਕਿਉਂਕਿ ਹੁਣ ਤੋਂ ਲੈਸੇ 50 ਸਾਲ ਪਹਿਲਾਂ ਅਗਲਾ ਕਹਿੰਦਾ ਸੀ ਪਤਾ ਨਹੀਂ ਕੀ ਹੋ ਗਿਆ। ਹੁਣ ਕਾਰਨ ਦਾ ਪਤਾ ਲੱਗ ਜਾਂਦਾ। ਜੇ ਕਾਰਨ ਦਾ ਪਤਾ ਲੱਗਦਾ ਤਾਂ ਕੱਲ ਨੂੰ ਇਹਦੀ ਇਲਾਜ ਵੀ ਕੋਈ ਨਾ ਕੋਈ ਲੱਭੇਗਾ, ਕਿਉਂਕਿ ਜਿਹੜੇ ਸਾਇੰਟਿਸਟ ਨੇ, ਜਿਹੜੇ ਡਾਕਟਰਸ ਨੇ, ਹਰ ਚੀਜ਼ ਦੇ ਵਿੱਚ ਕੋਪ ਕਰਦੇ ਨੇ। ਪਰ ਜਿਹੜਾ ਇਹ ਬੱਚਾ ਚਲਿਆ ਗਿਆ ਜੀ, ਇਹ ਜਿਹੜਾ ਘਾਟਾ ਹੈ ਇਹ ਪੂਰਾ ਨਹੀਂ ਹੋਏਗਾ। ਮਨਜਿੰਦਰ ਸਿੰਘ ਤੇ ਵਿਸ਼ਾਲ ਰਿਸ਼ੀ ਨੇ ਜੀ, 2 ਜਣੇ ਆ ਜਿਹੜੇ ਇਸ ਮਾਮਲੇ ਦੇ ਵਿੱਚ। ਇਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਜੀ, ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਬ੍ਰੇਸਬ੍ਰਿਜ ਦੇ ਏਰੀਆ ਵਿੱਚ ਇਹ ਵੀ ਰਹਿੰਦੇ ਨੇ ਜੀ। ਸੋ ਇਨ ਕੇਸ ਜੇ ਤੁਸੀਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ, ਤੁਸੀਂ ਆਲ ਅਪ ਟੂ ਯੂ। ਬਿਲਕੁਲ ਜੀ। ਤੇ ਇਸ ਤੋਂ ਇਲਾਵਾ ਸਰ ਇੱਕ GoFundMe ਪੇਜ ਤੇ ਇੱਕ ਅਜਿਹਾ ਵੀ ਫੰਡ ਚੱਲਿਆ ਸੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ ਸਾਡੇ ਨਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਅਸੀਂ ਹਮਦਰਦ ਜੀ ਤੋਂ ਬੋਲੀ? ਹਾਂਜੀ ਹਮਦਰਦ ਜੀ ਤੋਂ ਬੋਲ ਰਹੇ ਹਾਂ। ਕਿੱਥੋਂ ਬੋਲ ਰਹੇ ਹੋ ਤੁਸੀਂ? ਕਰੋ, ਕਿੱਥੋਂ ਆ ਰਹੇ ਹੋ? ਹਾਂਜੀ ਮੈਂ ਬੈਂਕ ਤੋਂ ਬੋਲ ਰਿਹਾ। ਮੈਂ ਕਿਹਾ ਤੁਹਾਡਾ ਪ੍ਰੋਗਰਾਮ ਕਦੋਂ ਆਉਂਦਾ ਵਿਚੋਲਾ ਆਪਣਾ? ਤੁਸੀਂ ਜੀ ਟੀਵੀ ਸਕਰੀਨ ਤੋਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ, ਤੁਹਾਨੂੰ ਪੂਰੀ ਡਿਟੇਲ ਉਦੋਂ ਦੇ ਦਿੱਤੀ ਜਾਵੇਗੀ। ਸ਼ੁਕਰੀਆ ਫਿਲਹਾਲ ਕਾਲ ਕਰਨ ਦੇ ਲਈ। ਤੇ ਸਰ GoFundMe ਪੇਜ ਦੀ ਅਸੀਂ ਗੱਲ ਕਰ ਰਹੇ ਸੀ। GoFundMe ਪੇਜ ਦੇ ਉੱਤੇ ਹੀ ਇੱਕ ਅਜਿਹਾ ਵੀ ਫੰਡ ਰੇਜ਼ਰ ਸ਼ੁਰੂ ਕੀਤਾ ਗਿਆ ਕਿ ਇੱਕ ਦੋਸਤ ਨੇ ਆਪਣੇ ਦੋਸਤ ਦੇ ਡਿਪਰੈਸ਼ਨ ਨੂੰ ਦੂਰ ਕਰਨ ਲਈ ਕੀਤਾ। ਕਹਿੰਦੇ ਜੀ ਗਣੇਸ਼ ਖੱਤਰੀ ਸੀਗੇ ਜਿਹੜੇ ਕੁਝ ਸਮਾਂ ਪਹਿਲਾਂ ਹੀ ਅਜੇ ਨੇਪਾਲ ਤੋਂ ਇੱਥੇ ਜਿਹੜਾ ਆ ਇਮੀਗ੍ਰੇਸ਼ਨ ਲੈ ਕੇ ਆਏ ਸੀ। ਉਹਨਾਂ ਦੇ ਅਕਾਊਂਟ ਵਿੱਚ ਕੋਈ ਸੌਂਦੇ $8,000 ਮਸਾਂ ਵਿਚਾਰਿਆਂ ਨੇ ਜੋੜੇ ਸੀਗੇ ਕੰਮ ਕਰਕੇ, ਤੇ ਇੰਗਲਿਸ਼ ਵਿੱਚ ਠੀਕ ਠਾਕ ਸੀਗੇ। ਤੇ ਕਹਿੰਦੇ ਫੋਨ ਦੇ ਰਾਹੀਂ ਅਜਿਹਾ ਸਕੈਮ ਹੋਇਆ ਉਹਨਾਂ ਦੇ ਨਾਲ ਕਿ $8,000 ਚਲੇ ਗਏ। ਮਿਹਨਤ ਨਾਲ ਕਮਾਏ ਸੀ $8,000 ਤੇ ਉਸ ਤੋਂ ਬਾਅਦ ਡਿਪਰੈਸ਼ਨ 'ਚ ਚਲੇ ਗਏ ਕਿ ਮੈਂ ਇੰਨੀ ਮਿਹਨਤ ਨਾਲ ਕਮਾਈ ਕਿ ਹੁਣ ਮੈਂ ਵਾਪਸ ਕਿੱਥੋਂ ਲੈ ਕੇ ਆਉਂਗਾ। ਦੋਸਤ ਨੂੰ ਉਹਨਾਂ ਦਾ ਡਿਪਰੈਸ਼ਨ ਨਾਗਵਾਰਾ ਗੁਜ਼ਰਿਆ ਤੇ ਉਹਨਾਂ ਨੇ GoFundMe ਪੇਜ ਦੇ ਉੱਤੇ ਉਹਨਾਂ ਲਈ ਇੱਕ ਫੰਡ ਰੇਜ਼ਰ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੇ ਵੀ ਪੂਰੀ ਆਪਣੀ ਦਰਿਆਦਿਲੀ ਦਿਖਾਈ ਤੇ ਕਹਿੰਦੇ ਕੁਝ ਦਿਨਾਂ ਦੇ ਵਿੱਚ ਹੀ 20,000 ਦੇ ਕਰੀਬ ਉੱਥੇ ਫੰਡ ਰੇਜ਼ਰ ਇਕੱਠਾ ਹੋ ਗਿਆ। ਤੇ ਉਹਨਾਂ ਨੇ ਅੱਗੇ ਇਹ ਵੀ ਗੱਲ ਕਹੀ ਹੈ, ਕਹਿੰਦੇ ਜੀ 20,000 ਹੋ ਗਿਆ, ਬਸ ਕਰੋ। ਇੱਕ ਗੱਲ ਇਹ ਚੰਗੀ ਹੈ ਜੀ। ਸੈਕੰਡਲੀ
ਇਹ ਘਟਨਾ ਵਾਪਰੀ ਕਿਵੇਂ ਆ ਇਹ ਮੈਂ ਤੁਹਾਨੂੰ ਅਗਾਹ ਕਰਨਾ ਚਾਹਾਂਗਾ ਜੀ। ਜਦੋਂ ਕੋਈ ਤੁਹਾਨੂੰ ਫੋਨ ਤੇ ਇਹ ਕਹਿੰਦਾ, ਅਸੀਂ ਰਿਪੀਟ ਕਿਉਂ ਕਰਦੇ ਹਾਂ, ਜਦੋਂ ਤੁਹਾਨੂੰ ਕੋਈ ਫੋਨ ਤੇ ਕਹਿੰਦਾ ਵੀ ਨਹੀਂ ਫੋਨ ਹੈਂਗ ਅਪ ਨਹੀਂ ਕਰ ਸਕਦੇ, ਤੁਹਾਨੂੰ ਜਾਣਾ ਪੈਣਾ ਬੈਂਕ ਦੇ ਵਿੱਚ ਤੇ ਉੱਥੋਂ ਪੈਸੇ ਕਢਾਓ। ਤੇ ਇੱਕ ਹੁਣ ਨਵੀਂ ਚੀਜ਼ ਆਉਣ ਲੱਗੀ ਹੈ, ਇਟਸ ਬਿਟਕੋਇਨ। ਬਿਟਕੋਇਨ ਇੱਕ ਕਰੰਸੀ ਹੈਗੀ ਹੈ ਜਿਹੜੀ ਕਿ ਇੰਟਰਨੈਟ ਤੇ ਕਰੰਸੀ ਹੈਗੀ ਹੈ, ਕੋਈ ਦੱਸਦੀ ਨਹੀਂ, ਕੋਈ ਵਾਸਤਾ ਨਹੀਂ, ਕੋਈ ਕੁਛ ਨਹੀਂ, ਬਿਟਕੋਇਨ ਦੇ ਟ੍ਰੇਡ ਹੁੰਦਾ, ਐਸੀ ਗੱਲ ਨਹੀਂ ਹੈਗੀ ਹੈ। ਉਹ ਫਿਰ ਤੁਹਾਨੂੰ ਇੱਥੇ ਬਿਟਕੋਇਨ ਦੀਆਂ ਤਰਨ ATMs ਨੇ। ਬਿਲਕੁਲ, ਜਦੋਂ ਕੋਈ ਤੁਹਾਨੂੰ ਕਹਿੰਦਾ ਬਿਟਕੋਇਨ ਵਾਲੇ 'ਚ ਪੈਸੇ ਜਮ੍ਹਾਂ ਕਰਾ ਕੇ ਆਓ, ਇਹ ਫਰਾਡ ਹੈ, ਉਹਦਾ ਕੋਈ ਲੇਖਾ ਜੋਖਾ ਨਹੀਂ। ਪਹਿਲਾਂ ਤਾਂ ਬਿਟਕੋਇਨ ਦਾ ਲੇਖਾ ਜੋਖਾ ਨਹੀਂ, ਪਰ ਇਹ ਟ੍ਰੇਡ ਹੁੰਦੀ ਹੈ, ਲੋਕੀ ਓਨ ਕਰਦੇ ਆ, ਦੈਟਸ ਅਪ ਟੂ them। ਕੱਲ੍ਹ ਨੂੰ ਬਹੁਤ ਉੱਪਰ ਤੱਕ ਗਈ ਹੈ। ਮੈਨੂੰ ਕਿਸੇ ਨੇ ਬਿਟਕੋਇਨ ਦਾ ਦੱਸਿਆ ਸੀ, ਜਦੋਂ ਬਿਟਕੋਇਨ ਡਾਲਰ ਦੀ ਸੀਗੀ, ਇਸ ਵੇਲੇ ਤਾਂ ਮੇਰੇ ਖਿਆਲ 2000 ਤੋਂ ਵੀ ਉੱਪਰ ਤੱਕ ਚਲੀ ਗਈ ਸੀ, ਹੁਣ ਨਹੀਂ ਮੈਨੂੰ ਪਤਾ ਕਿੰਨੀ ਹੈਗੀ ਹੈ, ਇਮੈਜਿਨ ਕਰੋ। ਉਸ ਵੇਲੇ ਨਵੀਂ ਗੱਲ ਸੀਗੀ। ਪਰ ਜਿੱਥੇ ਤੱਕ ਇਹ ਜਦੋਂ ਕੋਈ ਐਸੀ ਗੱਲ ਹੁੰਦੀ ਹੈ, ਪਲੀਜ਼ ਯਕੀਨ ਨਾ ਕਰੋ, ਤੁਹਾਡੇ ਨਾਲ ਠੱਗੀ ਹੋ ਰਹੀ ਹੈ। ਕੋਈ ਤੁਹਾਨੂੰ ਇੱਥੋਂ ਪੈਸੇ ਨਹੀਂ ਲੈ ਸਕਦਾ, ਕੋਈ ਤੁਹਾਨੂੰ ਇਹ ਨਹੀਂ ਕਰ ਸਕਦਾ ਜਾ ਕੇ ਫਾਇਦਾ ਜਾ ਕੇ ਮੇਰੇ ਪੈਸੇ ਅਕਾਊਂਟ ਜਮ੍ਹਾਂ ਕਰਾ ਕੇ ਆ। ਨੋ, ਨਾਟ ਐਟ ਆਲ, ਬਿਲਕੁਲ ਨਹੀਂ ਹੈ। ਤੁਸੀਂ ਉਸ ਗੱਲ ਨੂੰ ਮੰਨਣਾ ਨਹੀਂ ਹੈ ਜੀ। ਅਗਲਾ ਤੁਹਾਨੂੰ ਕੋਈ ਜੇ ਨਹੀਂ ਕਰ ਸਕਦਾ, ਤੁਸੀਂ ਫੋਨ ਉੱਤੇ ਹੈਂਗ ਅਪ ਕਰੋ, ਗੱਲ ਕਰਨ ਦੀ ਲੋੜ ਨਹੀਂ ਹੈ। ਅਰੇ ਕਰੇ ਬਿਲਕੁਲ ਕੁਛ ਕਰਨ ਦੀ। ਪਹਿਲੀ ਗੱਲ ਤਾਂ CRA ਕਦੇ ਫੋਨ ਹੀ ਨਹੀਂ ਕਰਦਾ। CRA ਕਹਿ ਕੇ ਥੱਕ ਚੁੱਕਿਆ ਕਿ ਅਸੀਂ ਕਦੇ ਫੋਨ ਨਹੀਂ ਕਰਦੇ। ਜਿਹੜੇ ਨਵੇਂ ਇਮੀਗ੍ਰੇਸ਼ਨ ਦੇ ਵਿੱਚ ਸਰ ਆਉਂਦੇ ਆ ਇੱਥੇ, ਉਹਨਾਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਜਾਂਦਾ ਹੈ ਕਿ ਉਹਨਾਂ ਨਵੇਂ ਆਏ ਆ ਤੇ ਉਹਨਾਂ ਦਾ ਇਸ ਚੀਜ਼ ਦਾ ਫਾਇਦਾ ਚੁੱਕਿਆ ਜਾਵੇ ਕਿ ਉਹਨਾਂ ਨੂੰ ਪੂਰੀ ਇਸ ਬਾਰੇ ਜਾਣਕਾਰੀ ਨਹੀਂ ਹੋਣੀ। ਕੰਪਿਊਟਰਾਈਜ਼ਡ ਡਾਇਲਿੰਗ ਹੈ, ਅਗਲੇ ਨੇ ਡਾਇਲ ਕਰਨਾ ਨਹੀਂ ਹੈ, ਆਪਣੇ ਆਪ ਡਾਇਲ ਹੋ ਰਿਹਾ। ਜੇ ਤੁਹਾਨੂੰ 1000 ਨੂੰ ਫੋਨ ਕੀਤਾ, ਜੇ 20 ਫਸ ਗਏ ਤਾਂ ਫਸ ਗਏ, ਉਹਨਾਂ ਵਾਸਤੇ ਹੈ। ਪਰ ਪਲੀਜ਼ ਤੁਹਾਡੇ ਤੋਂ ਕੋਈ ਪੈਸੇ ਮੰਗ ਨਹੀਂ ਜੀ ਸਕਦਾ ਫੋਨ ਦੇ ਉੱਤੇ। ਬਿਲਕੁਲ ਜੀ। ਤੇ ਸਰ ਇੱਕ ਖਬਰ ਕੈਨੇਡਾ ਨਾਲ ਸੰਬੰਧਿਤ ਜ਼ਰੂਰ ਅਸੀਂ ਸਾਂਝੀ ਕਰ ਲਈਏ। ਚਾਈਨਾ ਨੇ ਇਸ ਵਕਤ ਕੈਨੇਡਾ ਨੂੰ ਬੜੀ ਧਮਕੀ ਦਿੱਤੀ ਹੈ ਤੇ ਕੀ ਕਹਿਣਾ ਚਾਹੋਗੇ? ਅਸੀਂ ਇੱਕ ਪਾਸੇ ਕਹਿੰਦੇ ਹਾਂ ਕਿ ਟਰੰਪ ਸਾਹਿਬ ਦੀ ਕਮਜ਼ੋਰੀ ਤੇ ਚੱਲਦਿਆਂ ਹੁਣ ਅਮਰੀਕਾ ਦੀ ਪਾਵਰ ਜਿਹੜੀ ਆ ਉਹ ਚਾਈਨਾ ਲੈਂਡ ਨੂੰ ਫਿਰਦਾ ਹੈ ਤੇ ਹੁਣ ਇੱਥੇ ਟਰੂਡੋ ਸਾਹਿਬ ਵੀ ਥੋੜੇ ਜਿਹੇ ਨਰਮ ਦਿਲ ਲੱਗ ਰਿਹਾ, ਜਿਹੜਾ ਚਾਈਨਾ ਨੂੰ ਥੋੜਾ ਜਵਾਬ ਨਹੀਂ ਦੇ ਪਾ ਰਹੇ। ਕਰਨ ਇੱਕ ਉੱਥੇ ਆਪਾਂ ਗੱਲ ਕੀਤੀ, ਉੱਥੇ ਕਿ ਜੀ ਕਮਿਊਨਿਟੀ ਆ ਉਈਗਰ ਕਮਿਊਨਿਟੀ ਹੈਗੀ ਆ, ਉਹ ਮੁਸਲਿਮ ਧਰਮ ਦੇ ਨਾਲ ਸੰਬੰਧਿਤ ਹੈਗੀ ਆ, ਔਰ ਉਹ ਨਾਰਦਰਨ ਪਾਰਟ ਆਫ ਚਾਈਨਾ ਦੇ ਵਿੱਚ ਰਹਿੰਦੇ ਹੈਗੇ ਆ। ਉਹਨਾਂ ਨੇ ਬਹੁਤ ਦੋਸ਼ ਲਾਇਆ ਕਿ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਨੂੰ ਕਨਸੈਂਟਰੇਸ਼ਨ ਕੈਂਪਸ ਵਿੱਚ ਭੇਜਿਆ ਜਾਂਦਾ, ਉਹਨਾਂ ਦੀਆਂ ਔਰਤਾਂ ਨੂੰ ਇਸ ਸਟਰਲਾਈਜ਼ ਕਰ ਦਿੱਤਾ ਜਾਂਦਾ ਕਿ ਉਹਨਾਂ ਦੇ ਬੱਚੇ ਨਾ ਹੋ ਸਕਣ, ਉਹਨਾਂ ਦੀ ਆਬਾਦੀ ਨਾ ਵੱਧ ਸਕੇ। ਔਰ ਉਹਦੇ ਵਾਸਤੇ ਜਿਹੜੀ ਸਾਡੀ ਕੈਨੇਡੀਅਨ ਪਾਰਲੀਮੈਂਟ ਦੀ ਕਮੇਟੀ ਹੈਗੀ ਆ, ਉਹਨੇ ਇਹ ਗੱਲ ਕਹੀ ਹੈ ਕਿ ਜੈਨੋਸਾਈਡ ਹੋ ਰਿਹਾ। ਬੜਾ ਵੱਡਾ ਸ਼ਬਦ ਹੈ ਤਰਨ, ਜੈਨੋਸਾਈਡ ਸ਼ਬਦ ਵਰਤਿਆ ਜੀ ਉਹਨਾਂ ਨੇ ਚਾਈਨਾ ਵਾਸਤੇ, ਔਰ ਚਾਈਨਾ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਚਾਈਨਾ ਨੇ ਫਿਰ ਸਾਨੂੰ ਧਮਕੀ ਦਿੱਤੀ ਹੈ ਕਿ ਤੁਸੀਂ ਸਾਡੇ ਇੰਟਰਨਲ ਮਾਮਲਿਆਂ ਦੇ ਵਿੱਚ ਦਖਲ ਨਾ ਦਿਓ। ਉਹਨਾਂ ਦਾ ਜਿਹੜਾ ਐਂਬੈਸਡਰ ਆ, ਉਹਨੇ ਇਹ ਗੱਲ ਵੀ ਕਹੀ ਹੈ ਕਿ ਤੁਸੀਂ ਜਿਹੜੀ ਸਾਡੀ ਦਖਲਅੰਦਾਜ਼ੀ ਹੈ, ਨਾਲੇ ਉਹਨੇ ਆਪਦੇ ਸਟੈਟਸ ਦਿੱਤੇ ਨੇ ਵੀ ਉਈਗਰਸ ਦੀ ਪਿਛਲੇ ਸਾਲਾਂ ਦੇ ਵਿੱਚ ਖਬਰ ਕਿੰਨੇ % ਆਬਾਦੀ ਵਧੀ ਹੈ, ਤੁਸੀਂ ਇਹ ਗੱਲਾਂ ਕਰ, ਉਹਨੇ ਆਪਣੀ ਜਿਹੜੀ ਦਿੱਤੀ ਹੈ। ਪਰ ਉਈਗਰਸ ਦੇ ਪਿੱਛੇ ਚਾਈਨਾ ਹੁਣ ਬਹੁਤ ਘੂਰਦਾ ਜੀ ਸਾਰਿਆਂ ਨੂੰ। US ਨੂੰ ਨਹੀਂ ਹਜੇ ਤੱਕ ਇੰਨਾ ਘੂਰਨ ਜੋਗਾ ਹੋਇਆ ਹਜੇ ਤੱਕ, ਪਰ ਉਹ ਆਪਦਾ ਗੁੱਸਾ ਫਿਰ ਨਜ਼ਰ ਆ ਉਹਨੇ ਕਿਸੇ ਤੋਂ ਝਾੜਨਾ ਹੈ। ਪਰ ਕਿਉਂ ਜੀ ਟਰੂਡੋ ਗਵਰਨਮੈਂਟ ਨੂੰ, ਮੈਂ ਅੱਗੇ ਵੀ ਆਪਾਂ ਗੱਲ ਕੀਤੀ ਹੈ, ਇਸ ਮਾਮਲੇ 'ਚ ਸਖਤ ਹੋਣਾ ਪਵੇਗਾ। ਹਾਂ, ਅਸੀਂ ਸਾਡੇ 2 ਬੰਦੇ ਫੜੇ ਹੋਏ ਨੇ, ਇਹ ਬਹੁਤ ਵੱਡੀ ਗੱਲ ਆ। ਔਰ ਚਾਈਨਾ ਨੂੰ ਪਤਾ ਕਿ ਅਸੀਂ ਹਿਊਮਨ ਰਾਈਟਸ ਦੇ ਬੇਸ ਦੇ ਉੱਤੇ ਆ ਕੇ ਅਸੀਂ ਇੱਕ ਵੀ ਬੰਦਾ ਗਵਾਉਣਾ ਨਹੀਂ ਚਾਹੁੰਦੇ, ਪਰ ਕਈ ਵਾਰੀ ਐਸਾ ਹੁੰਦਾ ਤੁਹਾਨੂੰ ਕਿਸੇ ਦੀ ਕੁਰਬਾਨੀ ਕਰਨੀ ਪੈਂਦੀ ਹੈ, ਤੁਹਾਨੂੰ ਸਖਤ ਹੋਣਾ ਪੈਂਦਾ। ਪਰ ਦੂਜੀ ਗੱਲ ਇਹ ਵੀ ਹੈ, ਅਮਨ ਜੋ ਛਡਾ ਲਓ ਫਿਰ ਤੁਹਾਡੇ ਤੋਂ, ਸਿੰਪਲ ਜੀ ਗੱਲ ਹੈ। ਇਹ ਜਿਹੀਆਂ ਗੱਲਾਂ ਠੀਕ ਹੈ, ਡਿਪਲੋਮੈਸੀ 'ਚ ਅਜਿਹੀਆਂ ਗੱਲਾਂ ਪਰਦੇ ਦੇ ਪਿੱਛੇ ਹੁੰਦੀਆਂ ਜ਼ਰੂਰ ਨੇ। ਚਾਈਨਾ ਨੇ ਧਮਕੀ ਦਿੱਤੀ ਹੈ, ਚਾਈਨਾ ਨੂੰ ਹੁਣ ਕਿਸੇ ਹੋਰ ਹਿਸਾਬ 'ਚ ਧਮਕੀ ਚਲੀ ਜਾਵੇਗੀ, ਪਰ ਸਰਕਾਰ ਨੂੰ ਦਬਣਾ ਨਹੀਂ ਜੀ ਚਾਹੀਦਾ। ਬਿਲਕੁਲ ਜੀ। ਤੇ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਕਈ ਖਬਰਾਂ ਜਿਹੜੀਆਂ ਅਸੀਂ ਡਿਸਕਸ ਕਰਨੀਆਂ ਰਹਿ ਗਈਆਂ ਨੇ, ਪਰ ਫਿਰ ਵੀ ਸਮਾਂ ਹੁਣ ਕਾਫੀ ਹੋ ਰਿਹਾ ਜੀ, ਅਗਲੇ ਪ੍ਰੋਗਰਾਮ ਲਈ ਵੀ ਸਮਾਂ ਹੋ ਰਿਹਾ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਆਪਾਂ ਕੁਝ ਪੁੱਛਦੇ ਹੁੰਦੇ ਹਾਂ ਦਰਸ਼ਕਾਂ ਨੂੰ, ਉਹਨਾਂ ਦੇ ਸਵਾਲ ਜਿਹੜੇ ਇਸ ਵਕਤ ਵੇਟ ਕਰ ਰਹੇ ਹੋਣੇ ਆ। ਆਪਾਂ ਇਸ ਵਾਰੀ ਕਿਸ ਬਾਰੇ ਪੁੱਛ ਰਹੇ ਹਾਂ? ਇਹ ਮੈਨੂੰ ਲੱਗਦਾ ਤੁਹਾਨੂੰ ਪਸੰਦ ਆ ਜੀ। ਕਿਸ ਬਾਰੇ ਪੁੱਛ ਰਹੇ ਹਾਂ? ਇਹ ਐਕਟਰ ਹੈ ਜੀ, ਇਹ ਬਾਲੀਵੁੱਡ ਦਾ ਐਕਟਰ ਹੈ ਜੀ। ਓਕੇ, ਹਾਂਜੀ। ਇਹਦੇ ਪਰਿਵਾਰ ਦਾ ਸੰਬੰਧ ਫਿਲਮਾਂ ਨਾਲ ਵੀ ਹੈਗਾ, ਤੇ ਇਹਨੇ ਜੀ ਮੈਂ ਇਹਦੇ ਫਾਦਰ ਦਾ ਪ੍ਰੋਫੈਸ਼ਨ ਨਹੀਂ ਦੱਸਣਾ, ਫਿਰ ਤੁਸੀਂ ਜੇ ਦੱਸ ਦੇਣਾ। ਹਿਮਾਚਲ ਪ੍ਰਦੇਸ਼। ਦਰਸ਼ਕ ਇੱਕ ਜੁੜ ਗਏ ਨੇ, ਪਹਿਲਾਂ ਆਪਾਂ ਕਾਲ ਲੈ ਲਈਏ। ਹੈਲੋ, ਹਾਂਜੀ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬ੍ਰਹਮਪੁਰ ਤੋਂ ਬੋਲ ਰਿਹਾ ਜੀ। ਸਰ ਦੱਸੋ ਜੀ, ਕੀ ਕਹਿਣਾ ਚਾਹੁੰਦੇ ਜੀ? ਕੀ ਇੱਕ ਮੁੰਡੇ ਦੀ ਕੀ ਖਬਰ ਦਿੱਤੀ ਤੁਸੀਂ? ਕੀ ਚੱਕਰ ਆ ਉਹਦਾ? ਜਿਨ੍ਹਾਂ ਦੀ ਡੈਥ ਹੋਈ ਹੈ ਜੀ? ਨਹੀਂ, ਆ ਜਿਹੜਾ ਕੋਈ ਬੈਂਕ 550 ਤੋਂ ਕੀ ਚੱਕਰ, ਕੀ ਗੱਲ ਹੋਈ ਹੈ? ਇਹਨਾਂ ਦਾ ਜੀ ਬੈਂਕ ਰੋਬਰੀ ਦੇ ਮਾਮਲੇ 'ਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਬੈਂਕ ਕਰਾਪੀ, ਬੈਂਕ ਰੋਬਰੀ, ਠੱਗੀ, ਬੈਂਕ ਦੇ ਵਿੱਚੋਂ ਪੈਸੇ ਲਏ ਆ ਜੀ ਇਹਨਾਂ ਨੇ, ਲੁੱਟਿਆ ਜੀ ਬੈਂਕ।
ਬੈਂਕ ਲੁੱਟਿਆ ਜੀ, ਕਿੰਨੀ ਪਤਾ ਨਹੀਂ ਬੈਂਕ ਲੁੱਟੀ? ਹਾਂਜੀ ਬੈਂਕ ਲੁੱਟੀ ਆ ਜੀ। ਹਾਂਜੀ ਅਮਾਉਂਟ ਨਹੀਂ ਜੀ ਪਤਾ, ਬੈਂਕ ਲੁੱਟੇ, ਗ੍ਰਿਫਤਾਰ ਕਰ ਲਿਆ ਗਿਆ ਜੀ। ਜੀ ਮੈਂ ਗੌਰਵ ਜੱਸਰ ਹੈ ਜੀ ਉਹਦਾ ਨਾਮ। ਅੱਛਾ, ਕਿਦੋਂ ਗ੍ਰਿਫਤਾਰ ਕੀਤਾ? ਇਹ ਮੇਰੇ ਖਿਆਲ ਅੱਜ ਕੀਤਾ ਜੀ, ਕੱਲ ਕੀਤਾ ਕੱਲ ਕੀਤਾ, ਅੱਜ ਸਵੇਰ ਦੀ ਮੇਰੇ ਖਿਆਲ 21 ਤਰੀਕ ਨੂੰ ਕੀਤਾ ਜੀ 2:30 ਵਜੇ ਦੇ ਕਰੀਬ ਦੁਪਹਿਰੇ। ਹਾਂਜੀ ਪੀਰ ਪੁਲਿਸ ਦੀ ਜੀ ਪੀਰ ਪੁਲਿਸ ਦੀ ਖਬਰ ਹੈ ਜੀ ਇਹ। ਸ਼ੁਕਰੀਆ ਜੀ ਕਾਲ, ਪੀਰ ਪੁਲਿਸ ਦੀ ਖਬਰ ਹੈ ਜੀ। ਥੈਂਕ ਯੂ ਜੀ, ਸ਼ੁਕਰੀਆ ਕਾਲ ਕਰਨ ਲਈ ਜੀ। ਥੈਂਕ ਯੂ ਜੀ। ਜੀ ਸਰ ਹਾਂਜੀ ਤਰਨ ਇਹ ਹਿਮਾਚਲ ਪ੍ਰਦੇਸ਼ ਦੇ ਜੀ ਲਾਰੈਂਸ ਸਕੂਲ ਸਨੋਵਰ ਦੇ ਵਿੱਚ ਪੜ੍ਹੇ ਸੀਗੇ ਜੀ, ਤੇ ਇਹ ਵਿੰਚੈਸਟਰ ਕਾਲਜ ਯੂਨਾਈਟਿਡ ਕਿੰਗਡਮ ਦੇ ਵਿੱਚ ਪੜ੍ਹੇ ਨੇ ਜੀ। ਜੀ ਇੱਕ ਦਰਸ਼ਕ ਹੋਰ ਜੁੜ ਗਏ। ਜ਼ਰੂਰ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਹਾਂਜੀ ਜੀ ਔਨ 에ਅਰ ਜੀ, ਦੱਸੋ ਕਿੱਥੋਂ ਬੋਲ ਰਹੇ ਹੋ? Thank you. Nasser, Paul here from Canada. Just to add furthermore, ਰਾਈਟ ਤੁਸੀਂ ਕਿਹਾ ਸੀ ਬਿਟਕੋਇਨ ਬਾਰੇ, ਮੈਂ ਥੋੜੀ ਤੁਹਾਨੂੰ ਹੋਰ ਦੱਸ ਦਿੰਦਾ। ਜੀ ਇੱਕ ਨਾ ਬਹੁਤ ਫੋਨ ਆਉਂਦੇ ਆ ਲੋਕਾਂ ਨੂੰ, ਉਹ 647 ਤੇ ਆਉਂਦੇ ਆ, ਉਹ ਹੈਗੇ ਆ ਡਕ ਕਲੀਨਿੰਗ ਦੇ। ਹਾਂਜੀ ਸੌਰੀ ਆਮ ਲਾਫਿੰਗ। ਹਾਂਜੀ ਹਾਂਜੀ ਉਹ ਬੰਦੇ ਦੇ ਪ੍ਰਟੈਂਡ ਐਜ਼ ਇੰਗਲਿਸ਼ ਨੇਮ ਸੱਚ ਐਜ਼ ਜੌਨ ਜੇਮਸ, ਪਰ ਹੈਗੇ ਉਹ ਬੰਦੇ ਦੇਸੀ ਆ। ਬਿਲਕੁਲ ਜੀ। ਉਹਨਾਂ ਤੋਂ ਵੀ ਬਹੁਤ ਬੜਾ ਤੁਸੀਂ ਬੜਾ ਲੋਕਾਂ ਨੂੰ ਥੋੜਾ ਜਾਗਰੂਕ ਹੋਣਾ ਚਾਹੀਦਾ। ਉਹ ਵੀ ਫਰਾਡ ਹੈ। ਬਿਲਕੁਲ ਜੀ। ਦੇ ਆਸਕ ਯੂਰ ਨੇਮ, ਦੈਨ ਦੇ ਆਸਕ ਯੂਰ ਅਕਾਊਂਟ ਨੰਬਰ, ਅਸੀਂ ਆਉਨੇ ਆ, ਉਹਨਾਂ ਤੋਂ ਵੀ ਖਿਆਲ ਰੱਖਣਾ ਚਾਹੀਦਾ। ਇਟਸ ਜਸਟ ਫॉर ਪਬਲਿਕ ਅਵੇਅਰਨੈਸ। ਥੈਂਕ ਯੂ ਸੋ ਨਾਈਸ ਆਫ ਯੂ। ਥੈਂਕ ਯੂ ਜਿਹੜਾ ਤੁਸੀਂ ਕਾਲ ਕੀਤੀ ਹੈ ਜੀ। ਹਾਂ ਇਹਦਾ ਖਿਆਲ ਰੱਖੋ ਜੀ, ਡਾਕਟਰ ਕਲੀਨਿੰਗ ਵਾਲੇ ਜਿਹੜੇ ਤੁਹਾਨੂੰ ਕਾਲ ਆਉਂਦੀ ਆ ਉਹਦਾ ਤੁਸੀਂ ਪੰਜਾਬੀ ਬੋਲਿਆ ਕਰੋ, ਕੋਈ ਏਡੀ ਗੱਲ ਹੈ ਨਹੀਂ ਗੀ, ਕਿਉਂਕਿ ਉਹ ਔਖੇ ਹੋ ਗਏ ਇੰਗਲਿਸ਼ ਬੋਲਦੇ ਆ, ਪੰਜਾਬੀ ਬੋਲਦੇ, ਫਿਰ ਉਹ ਤੁਹਾਨੂੰ ਪੰਜਾਬੀ ਬੋਲਣ ਲੱਗ ਜਾਂਦੇ ਆ। ਇਨਫੋਰਮੇਸ਼ਨ ਕੋਈ ਨਹੀਂ ਦੇਣੀ ਜੀ ਫੋਨ ਦੇ ਉੱਤੇ, ਨੈਵਰ, ਨਾ ਈਮੇਲ 'ਚ ਕੋਈ ਇਨਫੋਰਮੇਸ਼ਨ ਦੇਣੀ ਨਹੀਂ ਜੀ। ਇਨਫੋਰਮੇਸ਼ਨ ਸਿੰਪਲ, ਜਿਹੜਾ ਤੁਹਾਨੂੰ ਸਜ਼ਾ ਕਰਦਾ ਕਰ ਲਵੇ, ਕੋਈ ਨਹੀਂ ਕਰ ਸਕਦਾ। ਪਲੀਜ਼ ਮੇਰੀ ਗੱਲ ਸੁਣ ਲਓ, ਇਸ ਗੱਲ ਤੇ ਮੇਰਾ ਯਕੀਨ ਕਰ ਲਿਓ, ਹੋਰਾਂ ਤੇ ਨਾ ਕਰਿਓ। ਉੱਥੇ ਜੀ ਇਹ ਲੰਡਨ ਇੰਗਲੈਂਡ ਦੇ ਫਿਰ ਪੜ੍ਹੇ ਆ ਜੀ, ਯੂਕੇ ਦੇ ਵਿੱਚ, ਤੇ ਇਹ 1992-93 ਦੇ ਵਿੱਚ ਇਹ ਫਿਲਮਾਂ ਦੇ ਵਿੱਚ ਆਇਆ ਸੀਗਾ ਜੀ। ਤੇ ਇਹ ਇਹਦੀ ਪਹਿਲੀ ਵਾਈਫ ਵੀ ਐਕਟਰ ਸੀਗੀ ਜੀ, ਤੇ ਮਗਰੋਂ ਫਿਰ ਇਹ ਦੂਸਰੀ ਨੂੰ ਜਦੋਂ ਡੇਟ ਕਰਦਾ ਸੀਗਾ ਜੀ, ਪਹਿਲਾਂ ਤਾਂ ਬੜੀ ਦੇਰ ਚੋਰੀ ਰੱਖੀ ਹੈ ਜੀ। ਉਹ ਵੀ ਐਕਟਰ ਹੈਗੀ ਹੈ ਜੀ। ਉਹ ਇੱਕ ਬੜੇ ਵੱਡੇ ਪਰਿਵਾਰ ਦੇ ਨਾਲ ਸੰਬੰਧਿਤ ਹੈਗੀ ਆ, ਫਿਲਮੀ ਪਰਿਵਾਰ ਦੇ ਨਾਲ ਸੰਬੰਧਿਤ ਹੈਗੀ ਹੈ ਜੀ। ਇਹਦੇ ਪਹਿਲੇ ਵਿਆਹ ਤੋਂ ਵੀ ਬੱਚੇ ਹੈਗੇ ਜੀ, ਦੂਸਰੇ ਵਿਆਹ ਤੋਂ ਵੀ ਬੱਚਾ ਹੋਇਆ ਜੀ। ਇਹ ਹਰਿਆਣੇ ਦੇ ਨੇੜੇ ਤੇੜੇ ਦੇ ਨਾਲ ਸੰਬੰਧਿਤ ਹੈਗਾ ਜੀ। ਇਹ ਨਹੀਂ ਆਇਆ ਫੋਨ, ਉਹ ਤੇ ਨਹੀਂ ਕੁਛ ਆਇਆ ਜੀ ਅਜੇ ਤੱਕ ਕੋਈ ਨਹੀਂ। ਅਕਸ਼ੇ ਕੁਮਾਰ ਦੇ ਨਾਲ ਇਹ ਕਈ ਫਿਲਮਾਂ 'ਚ ਆਏ ਨੇ ਜੀ। ਇਹਨਾਂ ਦੇ ਜਿਹੜੇ ਸਲਮਾਨ ਖਾਨ, ਅਕਸ਼ੇ ਕੁਮਾਰ, ਗੋਵਿੰਦਾ, ਸ਼ਾਹਰੁਖ ਖਾਨ, ਮਨੀਸ਼ ਬਹਿਲ, ਇਹ ਇਹਨਾਂ ਦੇ ਮਿੱਤਰ ਨੇ ਜੀ। ਇਹਨਾਂ ਦੀਆਂ 2 ਭੈਣਾਂ ਨੇ ਜੀ। ਹੁਣ ਤਾਂ ਨੇੜੇ ਆ ਗਿਆ ਮੈਂ। ਇਹ ਇਹਨਾਂ ਦੀ ਜਿਹੜੀ ਬੇਟਾ ਤੇ ਬੇਟੀ ਹੈ ਜੀ। ਬੇਟੀ ਸਤੰਬਰ 94 ਚ ਹੋਇਆ ਸੀ, 2001 ਦੇ ਵਿੱਚ ਤਾਂ ਬੇਟਾ ਹੋਇਆ ਸੀਗਾ ਜੀ। ਇੱਕ ਦਰਸ਼ਕ ਜੁੜ ਗਏ ਨੇ ਸਾਡੇ ਨਾਲ। ਹੈਲੋ ਹੈਲੋ ਹੈਲੋ, ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰੋ। ਹੈਲੋ ਹਾਂਜੀ ਰਾਣੀ ਤਰਨ ਜੀ, ਸੈਫ ਅਲੀ ਖਾਨ ਦੀ ਗੱਲ ਕਰ ਰਹੇ ਹਾਂ। ਸੈਫ ਅਲੀ ਖਾਨ ਦੀ ਜੀ, ਕਿੱਥੋਂ ਬੋਲ ਰਹੇ ਹੋ ਜੀ? ਇਹਨਾਂ ਦੀ ਫਰਸਟ ਵਾਈਫ ਦਾ ਨਾਮ ਦੱਸ ਸਕਦੇ ਹੋ? ਉਹਨਾਂ ਦੀ ਕੁੜੀ ਹੁਣ ਫਿਲਮਾਂ ਚ ਆਈ ਆ, ਪਹਿਲਵਾਨੀ ਦੀ ਇੱਕ ਫਿਲਮ ਕੀਤੀ ਤੇ ਉਹਨੇ ਮੈਨੂੰ ਪਤਾ ਉਹ ਬੇਤਾਬ ਸਭ ਤੋਂ ਪਹਿਲੀ ਫਿਲਮ ਚਾਹੀ ਸੀਗੀ ਜੀ। ਸ਼ੁਕਰੀਆ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਥੈਂਕ ਯੂ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਪਲੀਜ਼ ਹਾਂਜੀ ਸਤਿ ਸ਼੍ਰੀ ਅਕਾਲ ਮਰਗਿਨ ਜੀ, ਸਤਿ ਸ਼੍ਰੀ ਅਕਾਲ ਤਰਨ ਜੀ, ਸਤਿ ਸ਼੍ਰੀ ਅਕਾਲ ਵਿੰਕੀ ਜੀ। ਇਹ ਨਵਾਬ ਪਟੋਦੀ ਜੀ ਦੇ ਬੇਟੇ, ਹਾਂਜੀ ਵਧੀਆ, ਤੁਸੀਂ ਸੁਣਾਓ ਸਰ? ਆਈ ਐਮ ਗੁੱਡ, ਥੈਂਕ ਯੂ ਜੀ। ਥੈਂਕ ਯੂ। ਨਵਾਬ ਪਟੋਦੀ ਦੇ ਬੇਟੇ ਸੈਫ ਅਲੀ ਖਾਨ ਜੀ ਨੇ, ਸ਼ਰਮੀਲਾ ਟੈਗੋਰ ਇਹਨਾਂ ਦੀ ਮਦਰ ਹੈ ਜੀ, ਔਰ ਅਮ੍ਰਿਤਾ ਸਿੰਘ ਜੀ ਇਹਨਾਂ ਦੀ ਪਹਿਲੀ ਵਾਈਫ ਸੀ, ਕਰੀਨਾ ਕਪੂਰ ਸੈਕਿੰਡ ਵਾਈਫ ਹੈ ਇਹਨਾਂ ਦੀ। ਸ਼ੁਕਰੀਆ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਕਾਫੀ ਕਨੈਕਟ ਵਿੱਚ ਕਾਲਸ ਆ ਰਹੀਆਂ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਮੌਂਟੋ ਤੋਂ ਬੋਲ ਰਹੇ ਹਾਂ। ਤੁਸੀਂ ਆਸਿਫ ਸ਼ੇਖ ਦੀ ਗੱਲ ਕਰ ਰਹੇ ਹੋ? ਆਸਿਫ ਸ਼ੇਖ ਦੀ। ਥੈਂਕ ਯੂ ਜੀ। ਜੀ ਤੁਸੀਂ ਹੁਣੇ ਜਵਾਬ ਦੇਣੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਸਰ ਸਾਨੂੰ ਕੁਝ ਫੇਸਬੁੱਕ ਤੇ ਵੀ ਦਰਸ਼ਕ ਸਾਨੂੰ ਕਮੈਂਟ ਕਰ ਰਹੇ ਨੇ, ਉਹਨਾਂ ਦੇ ਵੀ ਕਮੈਂਟ ਪੜ੍ਹ ਲਈਏ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਟੀਵੀ ਸਕਰੀਨ ਤੇ ਆਨ 에ਅਰ ਹੋ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰ ਦਿਓ। ਉਹਦੀ ਜਿਹੜੇ ਐਕਟਰ ਦੀ ਵਾਈਫ ਦਾ ਨਾਮ ਤੁਸੀਂ ਪੁੱਛਿਆ, ਉਹਨਾਂ ਦਾ ਅਮ੍ਰਿਤਾ ਸਿੰਘ। ਅਮ੍ਰਿਤਾ ਸਿੰਘ, ਸ਼ੁਕਰੀਆ ਜੀ, ਸ਼ੁਕਰੀਆ। ਤੇ ਕਾਫੀ ਇੰਟਰਸਟ ਲੈਂਦੇ। ਦੇਖੋ ਅੱਜ ਕੱਲ ਦੇ ਬਾਲੀਵੁੱਡ ਦੇ ਜਿਹੜੀਆਂ ਅੱਜ ਕੱਲ ਦੀਆਂ ਪਰਸਨੈਲਿਟੀਜ਼ ਨੇ, ਸਭ ਨੂੰ ਪਤਾ ਹੁੰਦਾ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ
ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਵਾ ਸ਼ੁਕਰੀਆ ਤੇ ਆਪਣਾ ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਤੇ ਉਹਨਾਂ ਦੀ ਪਹਿਲੀ ਵਾਈਫ ਦਾ ਨਾਮ ਹੈ ਅੰਮ੍ਰਿਤਾ ਸਿੰਘ। ਅੰਮ੍ਰਿਤਾ ਸਿੰਘ ਦੇਖਣੀ ਵਕਣੀ ਨੂੰ ਕਿਹਾ ਜੀ? ਹਾਂਜੀ ਇਹ ਦੇਖਣੀ ਵਕਣੀ ਨੂੰ ਕਿਹਾ ਜਾ ਇਹ? ਸੈਫ ਅਲੀ ਖਾਨ ਕਿਦਾਂ ਦੇ ਲੱਗਦੇ ਨੇ? ਸੈਫ ਅਲੀ ਖਾਨ ਕਿਦਾਂ ਦੇ ਲੱਗਦੇ ਨੇ? ਥੈਂਕ ਯੂ ਜੀ, ਸ਼ੁਕਰੀਆ ਕਾਲ ਕਰਨ ਲਈ, Thanks for ਬਹੁਤ ਬਹੁਤ calling. ਧੰਨਵਾਦ। ਤੇ ਸਰ ਸਾਨੂੰ ਜਿਹੜੇ ਫੇਸਬੁੱਕ ਤੇ ਕਰਨ ਵਿੰਕੀ ਵਿੰਕੀ ਜੀ ਦਾ ਮੈਸੇਜ ਆ ਚੁੱਕਿਆ। ਸਿੰਘ ਨਰਿੰਦਰ ਕਰਨ ਨੇ ਸੈਫ ਅਲੀ ਖਾਨ, ਮਨਜੋਤ ਸਿੰਘ ਕਰਨ ਨੇ ਸੈਫ ਅਲੀ ਖਾਨ, ਉਸ ਤੋਂ ਇਲਾਵਾ ਮਨਜੋਤ ਜੀ ਦੱਸ ਵੀ ਰਹੇ ਨੇ ਕਿ ਤੈਮੂਰ's ਫਾਦਰ। ਤੇ ਸਰਬ ਸਿੰਘ ਕਹਿ ਰਹੇ ਨੇ ਸੈਫ ਅਲੀ ਖਾਨ, ਸੋਨੀਆ ਸੂਰਧਰ ਜੀ ਕਹਿ ਰਹੇ ਨੇ ਸੈਫ ਅਲੀ ਖਾਨ, ਸਿੰਘ ਨਰਿੰਦਰ ਜੀ ਕਹਿ ਰਹੇ ਨੇ ਸੈਫ, ਤੇ ਮਨਜੋਤ ਜੀ ਕਹਿ ਰਹੇ ਨੇ ਅੰਮ੍ਰਿਤਾ ਪ੍ਰੀਤਮ ਉਹਨਾਂ ਦੀ ਫਰਸਟ ਵਾਈਫ। ਇਸ ਤੋਂ ਪਹਿਲਾਂ ਮੈਂ ਨਾਮ ਦੱਸਾਂ ਜੀ, ਤੇ ਇੱਕ ਮੈਂ ਅਨਾਉਂਸਮੈਂਟ ਕਰਨੀ ਹੈ ਕਿ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਿਹੜਾ ਕਿ ਹਰ ਰੋਜ਼ ਦੁਪਹਿਰੇ 4 ਤੋਂ ਲੈ ਕੇ 5 ਵਜੇ ਤੱਕ ਉਹ ਅਸੀਂ ਹੋਸਟ ਕਰਿਆ ਕਰਾਂਗੇ ਜੀ। ਉਸ ਪ੍ਰੋਗਰਾਮ ਵਿੱਚ ਜਿਹੜੇ ਕਰੰਟ ਇਸ਼ੂ ਹੈਗਾ, 1 ਜਾਂ 2 ਇਸ਼ੂ, ਉਹਦੇ ਉੱਤੇ ਅਸੀਂ ਪ੍ਰੋਗਰਾਮ ਦਿਆ ਕਰਾਂਗੇ। ਅੱਜ ਤੋਂ ਸ਼ੁਰੂ ਕੀਤਾ ਜੀ, ਤੇ ਕੱਲ੍ਹ ਨੂੰ ਵੀ ਪਲੀਜ਼ ਪਾਰਟਿਸਿਪੇਟ ਇਨ ਦੈਟ ਪ੍ਰੋਗਰਾਮ। 4 ਤੋਂ ਲੈ ਕੇ 5 ਵਜੇ ਤੱਕ ਵੀਕ ਡੇਜ਼ ਦੇ ਵਿੱਚ ਐਵਰੀ ਡੇ ਹੋਇਆ ਕਰੇਗਾ ਜੀ, 4 ਤੋਂ 5। ਹਾਂਜੀ, ਟੋਰਾਂਟੋ ਸਮੇਂ ਦੇ ਮੁਤਾਬਿਕ 4 ਤੋਂ ਲੈ ਕੇ 5 ਵਜੇ ਤੱਕ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਹਨਾਂ ਦੀ ਵਾਈਫ ਦਾ ਨਾਮ ਅਮ੍ਰਿਤਾ ਸਿੰਘ ਸੀ, ਉਹਦੀ ਪਹਿਲੀ ਫਿਲਮ ਬੇਤਾਬ ਸੀਗੀ। ਕੀ ਬਾਤ ਹੈ। ਹਾਂਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ ਬਹੁਤ। Thank you ਜੀ। ਹਾਂ ਬਿਲਕੁਲ ਕਰਨ ਲਈ ਥੈਂਕ ਯੂ ਜੀ, ਸੋ ਨਾਈਸ ਜੀ, ਤੁਸੀਂ ਪਾਰਟਿਸਿਪੇਸ਼ਨ ਕਰਦੇ ਹੋ ਜੀ, ਚੰਗਾ ਲੱਗਦਾ। ਪ੍ਰੋਗਰਾਮ ਦੇਖਦੇ ਹੋ, ਬਹੁਤ ਵਧੀਆ ਲੱਗਦਾ। ਕਮੈਂਟਸ ਦਿੰਦੇ ਹੋ ਜੀ, ਉਹ ਵੀ ਚੰਗੇ ਲੱਗਦੇ ਜੀ। ਕੋਸ਼ਿਸ਼ ਕਰਦੇ ਕਿ ਤੁਹਾਡੇ ਸਾਰੇ ਕਮੈਂਟ ਦਾ ਜਵਾਬ ਦਈਏ। ਅੱਜ ਫਿਰ ਇੰਨੇ ਕਾਫੀ ਜੀ, ਕੱਲ ਨੂੰ ਫਿਰ ਮਿਲਾਂਗੇ। ਕੱਲ ਨੂੰ ਫਿਰ ਜਿਹੜੀ ਹੈ ਡਿਬੇਟ ਆ ਉਹ ਤੇ ਜ਼ਰੂਰ ਗੱਲ ਕਰਾਂਗੇ, ਕਿਉਂਕਿ ਤਰਨ ਨੂੰ ਬਹੁਤ ਰਹਿੰਦਾ ਜੀ US ਪੋਲਿਟਿਕਸ ਦਾ। ਹੁਣ ਮੈਨੂੰ ਇੰਟਰਸਟ ਲੈਂਦਾ ਜੀ, ਅਸੀਂ ਤਰਨ ਨੂੰ ਜੀ ਇੰਡੀਆ ਵਾਲੇ ਖਬਰਾਂ ਦੇ ਇੰਟਰਸਟ ਤੋਂ ਲੈ ਕੇ ਅਸੀਂ ਇੱਧਰ ਨੂੰ ਲੈ ਕੇ ਆਉਣ ਲੱਗੇ ਹਾਂ। ਸਾਡੀ ਕੋਸ਼ਿਸ਼ ਹੈ, ਐਂਡ ਤਰਨ ਇਜ਼ ਬਹੁਤ ਸਿਆਣੀ ਹੈ ਜੀ, ਉਸ ਪਾਸੇ ਨੂੰ ਹੁਣ ਆ ਰਹੀ ਹੈ ਜੀ। ਅੱਜ ਫਿਰ ਇੰਨੇ ਕਾਫੀ ਜੀ, ਕੱਲ ਨੂੰ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਦਿਓ ਇਜਾਜ਼ਤ। ਤੇ ਨੈਕਸਟ ਪ੍ਰੋਗਰਾਮ ਹਾਜ਼ਰ ਹੈ, ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।